ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਦੋਸਤੋ, ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰੀਏ ਤਾਂ ਹਰ ਰੋਜ਼ ਨਵੇਂ ਰੰਗ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ, ਹਰ ਰੋਜ਼ ਨਵੀਆਂ ਘੋਸ਼ਣਾਵਾਂ ਹੋ ਰਹੀਆਂ ਨੇ। ਸੋ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੀ 4 ਦਿਨ ਦੀ ਜਿਹੜੀ ਚਾਂਦਨੀ, ਵਾਕਈ 4 ਦਿਨ ਦੀ ਚਾਂਦਨੀ ਹੋਏਗੀ ਜਾਂ ਉਸ ਤੋਂ ਬਾਅਦ ਹਨੇਰਾ ਹੋਏਗਾ ਜਾਂ ਫਿਰ ਉਸ ਤੋਂ ਬਾਅਦ ਉਜਾਲਾ ਹੀ ਹੋਵੇਗਾ, ਕਿਉਂਕਿ ਕਾਫੀ ਸਾਰੀਆਂ ਨਵੀਆਂ ਜਿਹੜੀਆਂ ਅਨਾਊਂਸਮੈਂਟਾਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸੋ ਜਿੰਨੇ ਮਸਲੇ ਸੀਗੇ ਕਾਫੀ ਘੱਟ ਸਮੇਂ ਵਿੱਚ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਕੋਸ਼ਿਸ਼ ਕਿੰਨਾ ਕੁ ਰੰਗ ਲਾਉਂਦੀ ਹੈ ਜਾਂ ਫਿਰ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕੀ ਕਰ ਰਹੀਆਂ ਨੇ, ਉਹਨਾਂ ਦਾ ਕੀ ਸਟੈਂਡ ਹੈ, ਉਹਨਾਂ ਬਾਰੇ ਅੱਜ ਖੁੱਲ੍ਹ ਕੇ ਗੱਲਬਾਤ ਹੋਵੇਗੀ। ਐਂਡ ਅੱਜ ਦੇ ਸਾਡੇ ਪੈਨਲ ਵਿੱਚ 3 ਜਿਹੜੇ ਸਾਡੇ ਗੈਸਟ ਨੇ ਪਹੁੰਚ ਚੁੱਕੇ ਨੇ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਅਕਾਲੀ ਦਲ ਪਾਰਟੀ ਤੋਂ ਹਰੀਸ਼ ਰਾਏ ਢਾਂਡਾ ਜੀ ਦਾ। ਇਸ ਤੋਂ ਬਾਅਦ ਮੈਂ ਸਵਾਗਤ ਕਰਦਾ ਕਾਂਗਰਸ ਪਾਰਟੀ ਤੋਂ ਐਡਵੋਕੇਟ ਨਵੀਨ ਜੈਰਤ ਦਾ ਤੇ ਆਮ ਆਦਮੀ ਪਾਰਟੀ ਤੋਂ ਐਡਵੋਕੇਟ ਪਰਮਵੀਰ ਸਿੰਘ ਉਹਨਾਂ ਦਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਜੈਰਤ ਸਾਹਿਬ ਤੁਹਾਨੂੰ ਪੁੱਛਾਂਗਾ, ਕਿਉਂਕਿ ਤੁਹਾਡੀ ਸਰਕਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਅਨਾਊਂਸ ਕਰ ਰਹੀ ਹੈ। ਬਿਜਲੀ ਸਭ ਤੋਂ ਸਸਤੀ ਕਰਤੀ, ਪੈਟਰੋਲ ਮੈਂ ਕਹਿੰਦਾ ਸਸਤਾ ਹੋ ਗਿਆ, ਕੱਚੇ ਮੁਲਾਜ਼ਮ ਪੱਕੇ ਕਰਤੇ। ਸੋ ਕੀ ਵਾਕਈ ਚੰਨੀ ਸਾਹਿਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਜਾਂ ਇਲੈਕਸ਼ਨਾਂ ਦੇ ਬਹੁਤੇ ਲਾਗੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ, ਜਾਂ ਕੀ ਚੱਲ ਰਿਹਾ ਸੀਗਾ ਕਿ ਹਾਂ ਬਈ ਬਸ ਆਪਾਂ ਹੁਣ ਸਭ ਕੁਝ ਅਨਾਊਂਸ ਕਰ ਦਿੰਦੇ ਹਾਂ, ਸਭ ਕੁਝ ਕਰ ਦਿੰਦੇ ਤਾਂ ਲੋਕਾਂ ਨੂੰ ਆਪਣੇ ਵੱਲ ਫੇਵਰ 'ਚ ਲਿਆ ਦਿੰਦੇ ਆ, ਜਾਂ ਕੋਈ ਹੋਰ ਪਲੈਨਿੰਗ ਸੀਗੀ? ਜੈਰਤ ਸਾਹਿਬ। ਮੋਹਿਤ ਜੀ, ਕੁਐਸਚਨ ਅਨਾਉਂਸਮੈਂਟ ਦਾ ਨਹੀਂ ਹੈ, ਕੁਐਸਚਨ ਹੈ ਇੰਪਲੀਮੈਂਟੇਸ਼ਨ। ਕਿਉਂਕਿ ਜਨਤਾ ਅੱਜ ਕੱਲ ਅਵੇਅਰ ਹੋ ਚੁੱਕੀ ਹੈ। ਅਸੀਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਸੰਵਿਧਾਨ ਦੀ ਗੱਲ ਤਾਂ ਹਰ ਵਾਰ ਕੀਤੀ, ਆਪਾਂ ਉਹਨਾਂ ਤੇ ਫੁੱਲ ਮਾਲਾ ਤਾਂ ਹਰ ਵਾਰ ਚੜਾਈਆਂ, ਪਰ ਵਾਕਈ ਜੋ ਸੰਵਿਧਾਨ ਦੇ ਵਿੱਚ ਲਿਖਿਆ ਲੋਕਾਂ ਦਾ ਰਾਜ, ਮੈਨੂੰ ਬੜੀ ਖੁਸ਼ੀ ਹੋ ਰਹੀ। ਮੈਂ ਕਿਸੇ ਪਾਰਟੀ ਨਾਲ ਵੀ ਸੰਬੰਧਿਤ, ਕਾਂਗਰਸ ਨਾਲ ਸੰਬੰਧਿਤ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਟ ਇੱਕ ਨਾਗਰਿਕ ਦੇ ਹੋਣ ਦੇ ਨਾਤੇ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਜ਼ਰੂਰ ਹੋ ਰਹੀ ਕਿ ਪੀਪਲ ਹੈਵ ਸਟਾਰਟਡ ਅਵੇਕਨਿੰਗ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ, ਲੋਕ ਦੇਖਦੇ ਆ ਕਿ ਕਿਹੜਾ ਉਹਨਾਂ ਦੇ ਹਿੱਤਾਂ ਲਈ ਕੰਮ ਕਰਦਾ ਹੈ। ਨਹੀਂ ਤਾਂ ਅਸੀਂ ਦੇਖਦੇ ਸੀ ਅੱਗੇ ਇੱਕ ਵਾਰ ਇੱਕ ਦੀ ਸਰਕਾਰ, ਦੂਸਰੀ ਵਾਰ ਦੂਸਰੀ ਦੀ ਸਰਕਾਰ। ਆਪਸ਼ਨਸ ਵੀ ਮਿਲਣੀਆਂ ਸ਼ੁਰੂ ਹੋਈਆਂ ਲੋਕਾਂ ਲਈ। ਲੋਕਤੰਤਰ ਲਈ ਇੱਕ ਅੱਛੀ ਗੱਲ ਹੈ ਆਪਸ਼ਨ, ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ। ਆਈ ਸ਼ੁਡ ਨਾਟ ਕ੍ਰਿਟਿਸਾਈਜ਼, ਮੈਂ ਇਸ ਗੱਲੋਂ ਕ੍ਰਿਟਿਸਾਈਜ਼ ਨਹੀਂ ਕਿ ਉਹ ਵਿਰੋਧੀ ਹੈ। ਆਪਸ਼ਨ ਵੀ ਪਬਲਿਕ ਨੂੰ ਮਿਲਣਗੀਆਂ, ਉਹਦੇ ਵਿੱਚ ਕੰਪੀਟੀਸ਼ਨ ਹੋਏਗਾ। ਕੰਪੀਟੀਸ਼ਨ ਦੇ ਵਿੱਚ ਹਮੇਸ਼ਾ ਉਹ ਜਿੱਤਦਾ ਹੈ। ਕੋਈ ਵੀ ਕੰਪੀਟੀਸ਼ਨ ਆਪਾਂ ਲਗਾ ਲਈਏ ਜਿਹੜਾ ਅੱਛਾ ਬਾਕੀਆਂ ਨਾਲੋਂ ਬਿਹਤਰ ਕਰਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਿਛਲੇ 4-4.5 ਸਾਲ ਤੋਂ ਕੈਪਟਨ ਸਾਹਿਬ ਦਾ ਮੈਂ ਅੱਜ ਵੀ ਓਨਾ ਹੀ ਆਦਰ ਕਰਦਾ। ਮੈਂ ਕੋਈ ਉਹਨਾਂ ਨੂੰ ਡਿਸਰਿਸਪੈਕਟ ਨਹੀਂ ਕਰੂੰਗਾ। ਮੈਂ ਕੋਈ ਇਹ ਨਹੀਂ ਗੱਲ ਕਰਦਾ ਕਿ ਕੈਪਟਨ ਸਾਹਿਬ ਦੇ ਟਾਈਮ ਕੰਮ ਨਹੀਂ ਸੀ ਹੋ ਰਹੇ, ਕਿਉਂਕਿ ਕੋਵਿਡ ਵੀ ਇੱਕ ਸਿਚੁਏਸ਼ਨ ਸੀ ਜਿਹੜੀ ਆਪਾਂ ਸਦੀਆਂ ਬਾਅਦ ਐਤਕੀ ਸਾਨੂੰ ਉਸ ਸਿਚੁਏਸ਼ਨ 'ਚ ਵੀ ਨਾਟ ਓਨਲੀ ਇੰਡੀਆ ਨੂੰ, ਪੂਰੇ ਵਿਸ਼ਵ ਨੂੰ ਸਾਨੂੰ ਜੂਝਣਾ ਪਿਆ। ਔਰ ਲਗਭਗ 1.5-2 ਸਾਲ ਉਸ ਦੇ ਵਿੱਚ ਕੋਵਿਡ ਕਰਕੇ ਵੀ ਕੰਮ ਜਨਤਾ ਦੀ ਐਕਸਪੈਕਟੇਸ਼ਨ ਤੱਕ ਓਨੇ ਨਹੀਂ। ਫੇਰ ਵੀ ਮੈਂ ਗੱਲ ਕਰਦਾ ਵੀ ਫੇਰ ਵੀ ਕੈਪਟਨ ਸਾਹਿਬ ਦੇ ਟਾਈਮ ਵੀ 80-85% ਵਾਅਦੇ ਫੇਰ ਵੀ ਪੂਰੇ ਕੀਤੇ ਗਏ, ਪਰ 15% ਉਹ ਮੇਨ ਇਸ਼ੂਜ਼, ਚਾਹੇ ਉਹ ਰੇਤਾਂ ਦਾ, ਚਾਹੇ ਉਹ ਬੇਅਦਬੀ ਦਾ ਇਸ਼ੂ, ਚਾਹੇ ਉਹ ਕਿਸੇ ਤਰ੍ਹਾਂ ਨਸ਼ਿਆਂ ਦਾ ਇਸ਼ੂ, ਜਾਂ ਕੁਝ ਥੋੜੇ ਜਿਹੇ ਹੋਰ ਸੈਂਟਰਲਾਈਜ਼ ਇਸ਼ੂ ਸੀਗੇ ਜਿਹੜੇ ਗਵਰਨਮੈਂਟ ਵਾਸਤੇ, ਜਿੱਥੇ ਲੋਕਾਂ ਨੂੰ, ਕਾਂਗਰਸ ਨੂੰ ਲੱਗਾ ਕਿ ਕੈਪਟਨ ਸਾਹਿਬ ਦੀ ਇਨ ਸਪਾਈਟ ਆਫ देयर ਬੈਸਟ ਐਫਰਟਸ, ਕੇਂਦਰ ਵੱਲੋਂ ਦੱਸਣ ਤੇ ਸਾਡੀ ਕੇਂਦਰ ਲੀਡਰਸ਼ਿਪ ਵੱਲੋਂ, ਜੇ ਕੈਪਟਨ ਸਾਹਿਬ ਉੱਤੇ ਕੋਈ ਖਰੇ ਨਹੀਂ ਉਸ ਲੈਵਲ ਤੇ ਉਤਰ ਰਹੇ ਸੀ 80-85% ਵਾਅਦੇ ਪੂਰੇ ਕਰਨ, ਕਿਉਂਕਿ ਜਨਤਾ ਐਕਸਪੈਕਟ ਕਰਦੀ ਹੈ। ਜਨਤਾ ਤੋਂ ਅਸੀਂ ਟਾਈਮ ਲਈਦਾ 5 ਸਾਲ ਦਾ। ਜਨਤਾ ਕਿਤੇ ਇਹ ਨਹੀਂ ਆਪਾਂ ਲਿਖਿਆ ਕਿ ਆਏ ਮਹੀਨੇ ਦੇ ਵਿੱਚ ਕੋਈ ਸਾਡਾ ਵਾਅਦਾ ਇਹ ਨਹੀਂ ਸੀ, ਐਕਸੈਪਟ ਫਰੋਮ ਨਸ਼ਿਆਂ ਦਾ ਇੱਕ ਐਸਾ ਸੀਗਾ ਕੈਪਟਨ ਸਾਹਿਬ ਨੇ, ਗੁਟਕਾ ਸਾਹਿਬ ਫੜ ਕੇ। ਸਾਡੇ ਵਰਗਿਆਂ ਨੂੰ ਵੀ ਥੋੜੀ ਜਿਹੀ ਸ਼ਰਮ ਜ਼ਰੂਰ ਹੁੰਦੀ ਸੀ ਜਦੋਂ ਜਨਤਾ ਦੇ ਵਿੱਚ ਜਾਈਦਾ ਸੀ ਕਿ ਅਸੀਂ ਉਸ ਲੈਵਲ ਤੇ ਉਹਨੂੰ ਐਡਰੈਸ ਕਿਉਂ ਨਹੀਂ ਕਰ ਪਾ ਰਹੇ, ਰੇਤਾਂ ਦਾ ਇਸ਼ੂ ਉਸ ਲੈਵਲ ਤੇ। ਬਟ ਚੰਨੀ ਸਾਹਿਬ ਆਉਣ ਤੋਂ ਬਾਅਦ ਕਹਿੰਦੇ ਵੀ ਚੰਨੀ ਖੁਦ ਮਸਲੇ, ਚੰਨੀ ਸਰਕਾਰ ਨਹੀਂ, ਚੰਗੀ ਸਰਕਾਰ। ਮੈਂ ਪੋਸਟਰ ਵੀ ਲੱਗੇ ਦੇਖ ਰਿਹਾ, ਮੇਰੇ ਖਿਆਲ ਚੰਨੀ ਸਰਕਾਰ ਵੱਲੋਂ ਪੋਸਟਰ ਨਹੀਂ ਲੱਗ ਰਹੇ, ਆਮ ਜਨਤਾ ਵੱਲੋਂ ਪੋਸਟਰ ਲੱਗ ਰਹੇ, ਕਿਉਂਕਿ ਉਹਨਾਂ ਨੇ ਉਹ ਮੁੱਦਿਆਂ ਨੂੰ ਛੇੜਿਆ ਜਿਹੜੇ ਜਨਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਚਾਹੇ ਉਹ ਰੇਤਾਂ ਤੇ ਪਾਲਿਸੀ, ਚਾਹੇ 36,000 ਪੰਜਾਬ ਦੇ ਵਿੱਚ EMPLOYE ਨੂੰ ਹੁਣ ਪੱਕਾ ਕਰਾਉਣ ਦੀ ਘੋਸ਼ਣਾ ਹੋਈ ਹੈ, ਚਾਹੇ DC ਰੇਟ ਕੱਲ ਵਧਾਏ ਗਏ, ਪੈਟਰੋਲ ਡੀਜ਼ਲ ਦੇ ਰੇਟ, ਜਿਹੜੇ ਮਹਿੰਗਾਈ, ਜਿਹੜੀ ਆਮ ਜਨਤਾ ਐਟ ਲਾਰਜ, ਜਿਹਨੂੰ ਮੈਂ ਕਹੂੰਗਾ ਕਿ ਇੱਕ ਸਪੈਸੀਫਿਕ 4 ਲੋਕਾਂ ਲਈ ਨਹੀਂ ਉਹ ਇਸ਼ੂ ਸੀਗੇ, ਉਹ ਲੋਕਾਂ ਲਈ, ਆਮ ਲੋਕਾਂ ਲਈ, ਜਿਨ੍ਹਾਂ ਨੂੰ ਜਿਹੜੇ ਟੱਚ ਕਰਦੇ ਆਮ ਲੋਕਾਂ ਨੂੰ। ਸਿਮਿਲਰ ਮੈਂ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ 'ਚ ਚੰਨੀ ਸਾਹਿਬ ਤੋਂ ਐਕਸਪੈਕਟ ਕੀ ਕਰਦਾ, ਮੈਂ ਚਾਹੁੰਦਾ ਵੀ ਹਾਂ ਔਰ ਮੇਰੀ ਡਿਮਾਂਡ ਵੀ ਹੈ ਬੀਇੰਗ ਪਾਰਟੀ ਸਪੋਕਸਮੈਨ ਹੋਣ ਦੇ ਨਾਤੇ, ਕਿ ਨਸ਼ਿਆਂ ਤੇ ਔਰ ਬੇਅਦਬੀ ਵੱਲ ਨੂੰ ਵੀ ਸਾਨੂੰ ਹੁਣ ਤੇਜ਼ੀ ਤੇ ਕੰਮ ਕਰਦੇ ਹੋਏ, ਇੱਧਰ ਵੀ ਜਨਤਾ ਦੀ ਸਾਡੇ ਤੇ ਐਕਸਪੈਕਟੇਸ਼ਨ, ਔਰ ਮੈਂ ਆਸ ਕਰਦਾ ਇਹਨਾਂ 2 ਇਸ਼ੂਜ਼ ਨੂੰ ਵੀ ਬਹੁਤ ਅੱਛੀ ਤਰ੍ਹਾਂ ਚੰਨੀ ਜੀ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਲੋਕ ਰਿਜ਼ਲਟ ਦੇਖਣਗੇ ਮੇਰੇ। ਜੀ।
ਸੋ ਠੀਕ ਹੈ, ਲੋਕੀ ਵੈਲਕਮ ਵੀ ਕਰ ਰਹੇ ਨੇ, ਪਰ ਲੋਕੀ ਇਹ ਵੀ ਸਵਾਲ ਚੁੱਕ ਰਹੇ ਨੇ ਕਿ ਇੰਨੇ 4.5 ਸਾਲ ਜਿਹੜੇ ਨੇ, ਨੋ ਡਾਊਟ ਤੁਸੀਂ ਬੜਾ ਵਧੀਆ ਉਹਦਾ ਆਨਸਰ ਕੀਤਾ ਕਿ ਕੈਪਟਨ ਸਾਹਿਬ ਸੀਗੇ, ਕੈਪਟਨ ਸਾਹਿਬ ਨੇ ਕਾਫੀ ਕੁਝ ਕੀਤਾ ਵੀ, ਪਰ ਫਿਰ ਵੀ ਲੋਕਾਂ ਵੀ ਜਿਹੜੇ ਨੇ ਉਹ ਅਲੱਗ ਤਰੀਕੇ ਨਾਲ ਹਰ ਚੀਜ਼ ਨੂੰ ਵੇਖਦੇ ਨੇ। ਸੋ ਵਿਰੋਧੀ ਧਿਰ ਵੀ ਅਲੱਗ ਤਰੀਕੇ ਨਾਲ ਵੇਖ ਰਿਹਾ ਤੇ ਸਵਾਲ ਵੀ ਚੁੱਕ ਰਿਹਾ। ਤੇ ਟਾਂਡਾ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਕਿ ਜੋ ਚੀਜ਼ਾਂ ਹੁਣ ਅਚਾਨਕ ਹੋ ਰਹੀਆਂ ਨੇ, ਜਾਂ ਫਿਰ ਘੋਸ਼ਣਾਵਾਂ ਹੋ ਰਹੀਆਂ ਨੇ, ਜਾਂ ਵਾਕਈ ਹਕੀਕਤ 'ਚ ਬਦਲੇਗੀ ਪੂਰੇ ਸਿਨੈਰੀਓ ਨੂੰ, ਤੁਸੀਂ ਕਿਵੇਂ ਦੇਖਦੇ ਹੋ? ਸਰ, ਜਿਹੜਾ ਸ਼ਿਪ ਹੁੰਦਾ ਹੈ ਨਾ, ਕਮਰਸ਼ੀਅਲ ਵਹੀਕਲ, ਜਦੋਂ ਡੁੱਬਣ ਲੱਗਦਾ ਹੈ ਤੇ ਫਿਰ ਆਪਣਾ ਮਾਲ ਵੀ ਸੁੱਟਣਾ ਸ਼ੁਰੂ ਕਰ ਦਿੰਦਾ, ਲੁਟਾਉਣ ਲੱਗ ਜਾਂਦਾ ਹੈ ਅਫਲੋਟ ਰਹਿਣ ਲਈ। ਇਹ ਜਿਹੜੀ 4.5 ਸਾਲ ਨਹੀਂ, 4 ਸਾਲ 9 ਮਹੀਨੇ ਦੀ ਰੱਜਤਾ ਹੈ ਜਿਹੜੀ, ਕੋਈ ਪ੍ਰੋਮਿਸਿਸ ਫੁੱਲਫਿਲ ਨਹੀਂ ਹੋਏ। ਜਿਹਨਾਂ ਤੇ ਖਰਚੇ ਹੋਣੇ ਸੀ ਉਹ ਤਾਂ ਇੱਕ ਪਾਸੇ ਛੱਡੋ, ਨੌਕਰੀ ਕਿਸੇ ਨੂੰ ਨਹੀਂ, ਸਮਾਰਟ ਕਾਰਡ ਕਿਸੇ ਨੂੰ ਨਹੀਂ, ਰੋਜ਼ਗਾਰ ਕਿਸੇ ਨੂੰ ਨਹੀਂ, ਸ਼ਗਨ ਸਕੀਮ ਕਿਸੇ ਨੂੰ ਨਹੀਂ, ਲॉलेसनेस ਬੁਰੀ ਹਾਲ ਹੈ। ਜਿਹੜੀ ਨਸ਼ੇ ਦੀ ਗੱਲ ਕੀਤੀ, ਨਸ਼ੇ ਦਾ ਹਾਲਾਤ ਇਹ ਹੈ, 4 ਦਿਨ ਪਹਿਲਾਂ ਇੱਕ ਨੌਜਵਾਨ ਨੇ ਲਾਈਵ ਹੋ ਕੇ ਕਿਹਾ ਹੈ ਕਿ ਜਿਹੜੇ ਨਸ਼ੇ ਹੈ ਸ਼ਰੇਆਮ ਵਿਕਦੇ ਆ ਸਾਡੇ ਪਿੰਡ 'ਚ, ਲੋਕੀ ਵੇਚ ਕੇ ਜਾਂਦੇ ਆ। ਉਹਨੇ ਕਿਹਾ ਅੱਜ ਤੋਂ ਬਾਅਦ ਮੇਰੀ ਲਾਈਫ ਜਿਹੜੀ ਆ ਥ੍ਰੈਟਨਡ ਹੋਊਗੀ, ਐਂਡ ਇਹ ਹੋਇਆ। ਉਹਨੂੰ ਲਾਈਫ ਥ੍ਰੈਟਨਿੰਗ ਅਟੈਕ ਕੀਤਾ, ਸੱਟਾਂ ਮਾਰੀਆਂ। ਜਦ ਸਾਰੇ ਨਸ਼ੇ ਉੱਥੋਂ ਗਾਇਬ ਹੋ ਗਏ, ਫਿਰ ਲਾਅ ਲਸ਼ਕਰ ਨਾਲ ਪੁਲਿਸ ਪਹੁੰਚ ਗਈ ਉੱਥੇ, ਕਹਿੰਦੇ ਕੁਛ ਨਹੀਂ ਲੱਭਿਆ। ਇਹ ਜਿਹੜੀ ਸਿਚੁਏਸ਼ਨ ਹੈ ਇਹਦੇ ਚੋਂ ਨਿਕਲਣ ਲਈ ਹੁਣ ਦੱਸੋ, ਤੁਸੀਂ 31 ਮਾਰਚ ਤੱਕ 3 ਰੁਪਏ ਬਿਜਲੀ ਘੱਟ ਕਰ ਦਿਓਗੇ ਤਾਂ 3 ਸਾਲ 9 ਮਹੀਨੇ ਦਾ ਵਾਅਦਾ ਕਿੱਥੇ ਗਿਆ? ਕਹਿ ਦੇਣਾ ਤਾਂ ਚਲੋ ਜੈਰਸ ਜੀ ਨੇ ਬੜੀ ਆਸਾਨੀ ਨਾਲ ਅਵੇਟ ਕੀਤਾ ਹੈ, ਕਹਿ ਕੇ ਕਿ 5 ਸਾਲ ਦੇ ਵਿੱਚ ਕਰਨਾ ਸੀ। 5 ਸਾਲ ਦੇ ਵਿੱਚ ਨਹੀਂ ਸੀ ਕਰਨਾ, ਉਹ ਸਰਕਾਰ ਨੇ ਕਰਨਾ ਸੀ। ਹੁਣ ਜਿਹੜੇ ਸਰਕਾਰ ਨੇ ਨੌਕਰੀਆਂ ਜਿਹੜੀਆਂ ਪੱਕੀਆਂ ਕਰਨ ਦੀ ਹੁਣ ਗੱਲ ਕਰਦੇ ਆ, ਇਹ 10 ਸਾਲ ਪੁਰਾਣੇ ਮੁਲਾਜ਼ਮ, ਕੋਈ ਨਵੀਂ ਨੌਕਰੀ ਤਾਂ ਹੈ ਹੀ ਨਹੀਂ, ਉਹਨਾਂ ਨੂੰ ਜਿਹੜੀ ਐਂਡ ਲॉलेसनेस ਤੇ ਵੀ ਬਹੁਤ ਬੁਰਾ ਹਾਲ ਹੈ। ਅਵੈਧ ਸ਼ਰਾਬ ਦੀਆਂ ਫੈਕਟਰੀਆਂ ਸ਼ਰੇਆਮ ਚੱਲਦੀਆਂ ਪਈਆਂ ਧੜੱਲੇਦਾਰੀ ਨਾਲ, ਜਿੰਨਾ ਮਾਈਨਿੰਗ ਦਾ ਹੋਇਆ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਕੋਈ ਜਗ੍ਹਾ ਹੀ ਨਹੀਂ ਛੱਡੀ, ਦਰਿਆ ਦੇ ਵਿੱਚ ਡ੍ਰਿਗਰਸ ਲਾ ਕੇ ਪੁਲਾਂ ਦੀਆਂ ਜੜ੍ਹਾਂ ਚੋਂ ਪੱਟੀ ਜਾਂਦੇ ਆ, ਇਹਨਾਂ ਦੇ ਮੰਤਰੀ ਕਰਦੇ ਆ, ਇਹਨਾਂ ਦੇ MLA ਕਰਦੇ ਆ। ਇਹ ਹੁਣ 5.5 ਰੁਪਏ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਗਰੰਟੀ ਦਿੰਦਾ ਕਿਤੇ ਇੰਪਲੀਮੈਂਟ ਨਹੀਂ। ਇਹ ਮਾਫੀਆ ਰਾਜ ਹੋਰ ਵੱਧ ਗਿਆ। ਐਂਡ ਇਕੱਲੇ 36,000 ਨਾਲ ਪੰਜਾਬ ਦੀ ਅਨਐਮਪਲੋਇਮੈਂਟ ਸੋਲੂਸ਼ਨ ਸੋਲਵ ਹੋ ਜਾਊ। 36,000 ਦੇ ਨਾਲ ਇਹ ਤਾਂ ਇੱਕ ਲਾਸਟ ਮਿੰਟ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂੜਾ ਸੁੱਟ ਕੇ ਪ੍ਰਯਾਸ ਹੈ ਕਿ ਅਸੀਂ ਸ਼ੋਅ ਕਰ ਦਈਏ ਕਿ ਐਂਟੀ ਇੰਕੰਬੈਂਸੀ ਤਾਂ ਕੈਪਟਨ ਅਮਰਿੰਦਰ ਜੀ ਦੀ ਹੈ, ਜਿਵੇਂ ਬੜੀ ਸਮਾਰਟਲੀ ਜੈਰਤ ਸਾਹਿਬ ਨੇ ਪੁਆਇੰਟ ਆਪਣਾ ਮੇਡ ਆਊਟ ਕੀਤਾ ਹੈ। ਨਹੀਂ ਹੈ 5 ਸਾਲ। ਕਿਆ ਇਹ ਚੰਨੀ ਜੀ ਪਹਿਲੀ ਕੈਬਨਿਟ 'ਚ ਨਹੀਂ ਸੀ? ਚੰਨੀ ਜੀ ਹੁਣ ਕਹਿੰਦੇ ਆ ਕਿ ਉਹ ਆ ਕੋਠੇ ਜਿੱਡੀ ਗੱਡੀ। ਕਿਆ ਚੰਨੀ ਜੀ ਉਸ ਕੈਬਨਿਟ ਦਾ ਹਿੱਸਾ ਨਹੀਂ ਸੀ ਜਿਹਦੇ ਸਿਗਨੇਚਰਸ ਨਾਲ ਉਹ ਖਰੀਦੀਆਂ ਗਈਆਂ? ਕਿਆ ਅੱਜ ਨਵੇਂ ਨਰੇਟਿਵਸ ਦੇ ਕੇ ਇੱਕ ਚਾਹ ਕੌਲੀ 'ਚ ਪੀ ਲਓ, ਇੱਕ ਕਿਸੇ ਨੂੰ ਸ਼ਗਨ ਪਾ ਦਿਓ, ਇਹ ਜਿਹੜੀਆਂ ਨਰੇਟਿਵਸ ਬਣਾਉਣ ਨਾਲ ਗਵਰਨਮੈਂਟਸ ਨਹੀਂ ਚੱਲਦੀਆਂ। ਉਹਨੇ ਲਾਸਟ ਫੈਗ ਐਂਡ ਤੇ ਆ ਕੇ ਜਿਹੜੇ ਸੋ ਕਾਲਡ ਮੇਅਰਸ ਕਹਿੰਦੇ ਆ, ਉਹਨਾਂ ਦੀਆਂ ਮਜਬੂਰੀਆਂ। ਹੁਣ ਗਵਰਨਮੈਂਟ ਆਫ ਇੰਡੀਆ ਨੇ ਜਦ ਤੇਲ ਘਟਾਇਆ ਤੇ ਸਾਰੀਆਂ BJP ਰੂਲਡ ਸਟੇਟਸ ਨੇ ਘਟਾਇਆ, ਤਾਂ ਕਾਂਗਰਸ ਨੂੰ ਵੀ ਘਟਾਣਾ ਇੱਕ ਮਜਬੂਰੀ ਬਣ ਗਈ ਸੀ। ਸਵਾਦ ਤਾਂ ਇਹ ਸੀ ਕਿ ਨਿਰੰਤਰ 5 ਸਾਲ ਘੱਟ ਰਹਿੰਦਾ, ਸਵਾਦ ਤਾਂ ਇਹ ਸੀ ਨਿਰੰਤਰ 5 ਸਾਲ ਬਿਜਲੀ ਦੇ ਮੁੱਲ ਘੱਟ ਰਹਿੰਦੇ, ਸਵਾਲ ਤਾਂ ਇਹ ਸੀ ਕਿ ਤੁਸੀਂ ਬਿਜਲੀ ਨਵੀਂ ਪੈਦਾ ਕਰਨ ਲਈ ਕੋਈ ਪਲਾਂਟ ਲਗਾਏ ਹੁੰਦੇ, ਸਸਤੀ ਬਿਜਲੀ ਪੈਦਾ ਕਰਨ ਦੀ ਕੋਈ ਵਿਉਂਤ ਬਣਾਈ ਹੁੰਦੀ। ਅੱਜ ਤੱਕ ਤੁਸੀਂ ਹਲੇ ਤੱਕ ਵੀ ਕਹਿੰਦੇ ਅਸੀਂ PP ਕੈਂਸਲ ਕਰਾਂਗੇ, PP ਕੈਂਸਲ ਕਰ 5 ਸਾਲ ਕੱਢਤੇ, ਨਸ਼ਾ ਰੋਕਾਂਗੇ 5 ਸਾਲ ਕੱਢਤੇ, ਰੇਤ ਮਾਫੀਆ ਖਤਮ ਕਰਾਂਗੇ ਤੁਸੀਂ 5 ਸਾਲ ਕੱਢਤੇ, ਤੁਸੀਂ ਘਰ ਘਰ ਨੌਕਰੀ ਦਿਓਗੇ ਤੁਸੀਂ 5 ਸਾਲ ਕੱਢਤੇ, ਤੁਸੀਂ ਬੇਰੁਜ਼ਗਾਰ ਭੱਤਾ ਦਿਓਗੇ ਤੁਸੀਂ 5 ਸਾਲ ਕੱਢ ਕੇ, ਤੁਸੀਂ ਜਿਹੜਾ ਸੀਗਾ ਵੀ ਸ਼ਡਿਊਲ ਕਾਸਟ ਸਟੂਡੈਂਟਸ ਦੇ ਸਕਾਲਰਸ਼ਿਪਸ, ਤੁਸੀਂ ਉਹ ਪੈਸੇ ਦੇ ਕਪੜੇ ਹੋ ਗਏ, ਉਹਨਾਂ ਨੂੰ ਕਲੀਨ ਚਿਟਸ। ਇਹ ਬਹੁਤ ਵੱਡੇ ਇਸ਼ੂਜ਼ ਹੈ, ਇੰਨੀ ਆਰਾਮ ਸਹਿਜ ਇਹ ਉਹਦੇ ਚੋਂ ਸਕੇਪ ਕਰਕੇ ਨਹੀਂ ਲੰਘ ਸਕਦੇ ਜੀ। ਵਾਕਈ। ਸੋ ਹੁਣ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਪਰਮਵੀਰ ਸਿੰਘ ਸਾਡੇ ਨਾਲ ਜੁੜੇ ਨੇ, ਉਹਨਾਂ ਤੋਂ ਜਾਣਨਾ ਚਾਹਾਂਗਾ ਕਿ ਉਹਨਾਂ ਦਾ ਵਿਊ ਪੁਆਇੰਟ ਕਿਵੇਂ ਹੈ, ਉਹ ਸਭ ਚੀਜ਼ ਨੂੰ ਕਿਵੇਂ ਦੇਖਦੇ ਨੇ। ਕਿਉਂਕਿ ਜੇਕਰ ਕਾਂਗਰਸ ਦੀ ਗੱਲ ਕਰੀਏ, ਸੋ ਹੁਣ ਜਿਹੜੇ ਵੀ ਰੂਲਸ ਜਾਂ ਫਿਰ ਨਵੀਆਂ ਜਿਹੜੇ ਘੋਸ਼ਣਾਵਾਂ ਨੇ, ਉਹ ਕਿਤੇ ਨਾ ਕਿਤੇ ਜਾਂ ਫਿਰ ਆਮ ਆਦਮੀ ਪਾਰਟੀ ਨੇ ਕਿਤੇ ਅਨਾਊਂਸ ਕੀਤੀਆਂ ਸੀਗੀਆਂ, ਜਾਂ ਫਿਰ BJP ਨੇ ਜਿਵੇਂ ਰੀਸੈਂਟਲੀ ਹੁਣੇ ਜਿਹੜੇ ਰੇਟ ਘਟਾਏ ਨੇ। ਸੋ ਕਾਂਗਰਸ ਇੱਕ ਤਰ੍ਹਾਂ ਦੀ ਦੇਖੋ ਦੇਖੀ ਸਰਕਾਰ ਜਿਹੜੀ ਦੇਖੋ ਦੇਖੀ ਜਿਹੜੇ ਡਿਸੀਜਨ ਨੇ ਉਹ ਲੈ ਰਹੀ ਹੈ। ਆਮ ਆਦਮੀ ਪਾਰਟੀ ਕਿਵੇਂ ਦੇਖ ਰਹੀ ਹੈ ਸਭ ਚੀਜ਼ ਨੂੰ? ਸਰ, ਜਿਹੜੀ ਮੇਰੇ ਸਤਿਕਾਰਯੋਗ ਕਾਂਗਰਸ ਦੇ ਪੈਨਲ ਸਾਹਿਬ ਨੇ, ਜੈਰਤ ਸਾਹਿਬ ਨੇ ਗੱਲ ਕਰੀ ਹੈ ਕਿ ਕੈਪਟਨ ਸਾਹਿਬ ਨੂੰ ਇੱਕ ਤਰ੍ਹਾਂ ਕਲੀਨ ਚਿੱਟ ਦੇ ਗਏ, ਉਹਨਾਂ ਨੂੰ ਮਾਫੀ ਲਿਖ ਗਏ ਕਿ ਚਲੋ ਕੈਪਟਨ ਸਾਹਿਬ ਸੀਗੇ, ਉਹਨਾਂ ਨੇ ਕੀਤਾ ਨਹੀਂ ਕੀਤਾ, ਹੁਣ ਚੰਨੀ ਸਰਕਾਰ ਕਰ ਰਹੀ ਹੈ। ਬਟ ਜਿਸ ਆਈਡੀਓਲੋਜੀ ਨੂੰ, ਜਿਸ ਕਮਿਟਮੈਂਟ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ, 10 ਸਾਲ ਦੇ ਅਕਾਲੀ ਰਾਜ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਕਾਂਗਰਸ ਦੇ ਲੋਕਾਂ 'ਚ
ਹੱਥ ਪੰਜੇ ਨੂੰ ਵੋਟਾਂ ਪਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਵਿੱਚ ਤੇ ਜਿਹੜੀ ਇਹ ਕੈਬਨਿਟ ਚੁਣੀ ਗਈ ਸੀ ਇਹਦੇ ਵਿੱਚ ਕਿ ਸ਼ਾਇਦ ਇਹ ਲੋਕ ਪੰਜਾਬ ਦਾ ਭਲਾ ਕਰਨਗੇ, ਪੰਜਾਬ ਬਹੁਤ ਪਿੱਛੇ ਪੈ ਗਿਆ। ਪਰ ਹੋਇਆ ਉਹਦੇ ਬਿਲਕੁਲ ਉਲਟ। ਹੋਇਆ ਕਿ ਪੰਜਾਬ ਨੂੰ ਹੋਰ ਖੋਖਲਾ ਕਰਨ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਲਿਆਂਦੀਆਂ ਗਈਆਂ, ਬਿਜ਼ਨੈਸਿਸ ਦੇ ਵਿੱਚ ਹਿੱਸੇ ਪੈ ਗਏ, ਮਾਫੀਆ ਰਾਜ ਹੋਰ ਪਰਪੱਕ ਤਰੀਕੇ ਨਾਲ ਐਸਟੈਬਲਿਸ਼ ਕੀਤਾ। ਜਿਹੜੇ ਕਾਂਗਰਸੀ ਸੱਤਾ ਤੋਂ ਬਾਹਰ ਬੈਠੇ ਸੀ 10 ਸਾਲਾਂ ਦੇ, ਉਹਨਾਂ ਨੂੰ ਤਾਂ ਮਸਾ ਮੌਕਾ ਮਿਲਿਆ ਸੀ ਕਿਉਂਕਿ ਸੁਖਬੀਰ ਬਾਦਲ ਜੀ ਨੇ ਬਹੁਤ ਸੋਹਣੇ ਢੰਗ ਨਾਲ ਜਿਹੜਾ ਬਿਜ਼ਨਸ ਚੈਨਲਾਈਜ਼ ਕਰਦਾ ਪੰਜਾਬ ਦੇ ਰਿਸੋਰਸਿਸ ਤੇ, ਜਿਹੜੇ ਰਿਸੋਰਸਿਸ ਪੰਜਾਬ ਦੇ, ਚਾਹੇ ਉਹ ਰੇਤਾ ਹੈ, ਚਾਹੇ ਉਹ ਟਰਾਂਸਪੋਰਟ ਦਾ ਮਾਲੀਆ ਹੈ, ਚਾਹੇ ਕੋਈ ਹੋਰ ਡਿਪਾਰਟਮੈਂਟਸ ਦਾ ਮਾਲੀਆ, ਤਾਂ ਉਹ ਚ ਪ੍ਰਾਈਵੇਟਾਈਜੇਸ਼ਨ ਜਿਹੜੀ ਆਪਣੀ ਇਹਨਾਂ ਵੱਡਿਆਂ ਘਰਾਣਿਆਂ ਨੇ ਆਪਣੀ ਧਾਗ ਜਮਾ ਲਈ, ਉੱਤੇ ਆਪਣਾ ਮਾਫੀਆ ਐਸਟੈਬਲਿਸ਼ ਕਰਕੇ ਬੈਠ ਗਏ। ਤਾਂ ਉਹ ਜਿਹੜੇ ਰਿਸੋਰਸਿਸ ਅਸਲ ਚ ਪੰਜਾਬ ਦੇ ਲੋਕਾਂ ਦੇ ਨੇ, ਉਹਨਾਂ ਤੇ ਚੰਦ ਘਰਾਣਿਆਂ ਨੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਕੈਪਟਨ ਸਾਹਿਬ ਆਪਣੇ ਸਿਸਮਾ ਫਾਰਮ ਚੋਂ ਨਹੀਂ ਨਿਕਲੇ ਪੌਣੇ 5 ਸਾਲ। ਹੁਣ ਜਦੋਂ ਉਹਨਾਂ ਤੋਂ ਕਾਂਗਰਸ ਨੇ ਅਸਤੀਫਾ ਲੈ ਲਿਆ ਕਿ ਭਾਈ ਅਸੀਂ ਮੁੱਖ ਮੰਤਰੀ ਬਦਲਨੇ ਆ, ਉਹ ਵੀ ਨਾਟ ਫॉर ਦੀ ਪੀਪਲ ਆਫ ਪੰਜਾਬ। ਇਹ ਕੋਈ ਫੈਸਲਾ ਜਿਹੜਾ ਕਾਂਗਰਸ ਹਾਈ ਕਮਾਂਡ ਨੇ ਲਿਆ, ਪੰਜਾਬ ਦੇ ਲੋਕਾਂ ਲਈ ਨਹੀਂ ਲਿਆ, ਇਹ ਇਸ ਲਈ ਲਿਆ ਕਿਉਂਕਿ ਕੈਪਟਨ ਸਾਹਿਬ ਬੁਰੀ ਤਰ੍ਹਾਂ ਫੇਲ ਹੋ ਗਏ ਸੀ। ਅੰਤ ਉਹਨਾਂ ਨੂੰ ਐਕਸੈਪਟ ਕਰਨਾ ਪਿਆ ਤੇ ਚੰਨੀ ਸਾਹਿਬ ਨੂੰ ਅੱਗੇ ਲਿਆਏ। ਪਰ ਹੁਣ ਗੱਲ ਕੀ ਹੈ, 36000 ਨੌਕਰੀ ਦਾ ਕੱਲ ਐਲਾਨ ਹੋਇਆ, ਰੇਤੇ ਦੇ ਰੇਟ ਦਾ ਐਲਾਨ ਹੋਇਆ। ਮੈਂ ਦੋ ਹੀ ਚੀਜ਼ਾਂ ਕਹਿਣੀਆਂ ਚਾਹੁੰਦਾ। ਟਾਂਡਾ ਸਾਹਿਬ ਬੈਠੇ ਨੇ, ਜੈਰਸ ਸਾਹਿਬ ਬੈਠੇ ਨੇ, ਦੋਨੋਂ ਵਕੀਲ ਨੇ, ਮੈਂ ਵੀ ਵਕੀਲ ਹਾਂ। ਤਾਂ ਜਦੋਂ ਕੋਈ ਨਵਾਂ ਨੋਟੀਫਿਕੇਸ਼ਨ ਸਰਕਾਰ ਕਿਸੇ ਵੀ ਡਿਪਾਰਟਮੈਂਟ ਦਾ ਕੱਢੂਗੀ ਤਾਂ ਜੀ ਕਿੰਨੇ ਦਿਨਾਂ ਦਾ ਨੋਟਿਸ ਉਹ ਦੇਣਾ ਪੈਣਾ ਹੈ। ਠੀਕ ਹੈ ਜੀ, ਘੱਟੋ ਘੱਟ 45 ਦਿਨ ਦਾ ਨੋਟਿਸ ਦੇਣਾ ਪੈਣਾ ਹੈ। 10 ਦਿਨ ਘੱਟੋ ਘੱਟ IAS ਆਫੀਸਰਸ ਲੈਣਗੇ ਉੱਤੇ ਰੈਗੂਲੇਸ਼ਨਸ ਬਣਾਉਣ ਦੇ। 55 ਦਿਨਾਂ ਦਾ ਵਕਫਾ ਬਣਦਾ ਹੈ ਇਹ। ਤੇ ਦਸੰਬਰ ਚੜ੍ਹਦੇ ਹੀ ਪਹਿਲੇ ਦੂਜੇ ਹਫ਼ਤੇ ਜਦੋਂ ਮਰਜ਼ੀ ਪੰਜਾਬ 'ਚ ਕੋਡ ਆਫ ਕੰਡਕਟ ਲੱਗ ਸਕਦਾ ਹੈ। ਇਹ ਸਰਕਾਰ ਕਦੋਂ ਇੰਪਲੀਮੈਂਟ ਕਰੂ ਜੀ 36000 ਨੌਕਰੀਆਂ ਨੂੰ? ਜਿਵੇਂ ਪ੍ਰੈਕਟੀਕਲ ਪੋਸੀਬਲ ਨਹੀਂ, ਟੈਕਨੀਕਲ ਫਲੋ ਹੈ ਬਹੁਤ ਵੱਡਾ। ਜਦੋਂ ਚੰਨੀ ਸਾਹਿਬ ਹੁਣ ਤੋਂ 55 ਦਿਨ ਪਹਿਲਾਂ ਅਪਾਇੰਟ ਹੋਏ ਸੀ, ਉਦੋਂ ਇਹ ਚੀਜ਼ ਕਰਦੇ, ਫਿਰ ਅਸੀਂ ਮੰਨਦੇ ਕਿ ਹਾਂਜੀ ਇਹਨਾਂ ਦੀ ਵਾਕਈ ਨੀਤ ਸੀ। ਜਦੋਂ ਪਤਾ ਲੱਗਿਆ ਵੀ ਹੁਣ ਦਿਨ ਰਹਿ ਗਏ, ਹੁਣ ਇਹ ਗੈਪ ਹੀ ਪੂਰਾ ਨਹੀਂ ਹੋਣਾ, ਚੋਣ ਜਾਬਤਾ ਲੱਗਣ ਤੇ ਸਾਡੇ ਕੋਲ ਬਹਾਨਾ ਹੋ ਜਾਊਗਾ ਕਿ ਹਾਂਜੀ ਅਸੀਂ ਇਹ ਚੀਜ਼ ਨਹੀਂ ਕਰ ਸਕੇ ਕਿਉਂਕਿ ਚੋਣ ਜਾਬਤਾ ਲੱਗ ਗਿਆ। ਤੇ ਚੋਣ ਜਾਬਤਾ ਲੱਗ ਗਿਆ, ਉਹਦਾ ਬਹਾਨਾ ਲੈਣ ਲਈ ਇਹ ਟੈਕਨੀਕਲ ਫਲੋ ਛੱਡਿਆ। ਆਪਾਂ ਗੱਲ ਦੀ ਪਿਛਲੀ ਪਰਤ ਨੂੰ ਵਿਚਾਰੀਏ। ਦੂਜੀ ਗੱਲ ਲਈ ਬਟਾਲੇ 'ਚ ਥੋੜੇ ਧਿਆਨ ਚੋਣਾ ਕਿ ਬਟਾਲੇ 'ਚ ਲੱਗਿਆ ਸੀਗਾ ਕਿ ਰੇਟ ਦਾ ਜਿਹੜਾ ਰੇਤੇ ਦਾ ਰੇਟ ਉਹਦਾ ਫਿਕਸ ਮੁੱਲ ਹੈ। ਤਾਂ ਉੱਥੇ ਹੋਇਆ ਕਿ ਮਾਫੀਆ ਹੋਰ ਤਗੜਾ ਹੋ ਗਿਆ। ਕਿੱਦਾਂ? ਲੋਕਾਂ ਦੀ ਕੰਸਟਰਕਸ਼ਨ ਚੱਲ ਰਹੀ ਸੀ, ਕੋਈ ਘਰ ਬਣਾ ਰਿਹਾ ਸੀ, ਕੋਈ ਦਫ਼ਤਰ ਬਣਾ ਰਿਹਾ ਸੀ, ਕੋਈ ਕੁਛ ਬਣਾ ਰਿਹਾ ਸੀ, ਕੋਈ ਕਾਰਖਾਨਾ ਬਣਾ ਰਿਹਾ ਸੀ। ਤਾਂ ਉਹ ਕੰਸਟਰਕਸ਼ਨਸ ਰੁਕ ਗਈਆਂ ਕਿਉਂਕਿ ਜਿਹੜੇ ਲੋਕਾਂ ਦਾ ਮਾਫੀਆ ਦੇ ਰੇਤੇ ਤੇ ਮਾਫੀਆ ਤੇ ਕਬਜ਼ਾ ਸੀ, ਉਹਨਾਂ ਨੇ ਰੇਤਾ ਹੀ ਬੰਦ ਕਰਤਾ। ਕਹਿੰਦੇ ਜਦੋਂ ਸਾਨੂੰ ਬੰਨੇ ਪ੍ਰਾਈਸ ਤੇ ਦੇਣਾ ਪੈਣਾ ਅਸੀਂ ਵੇਚੀਏ ਕਿਉਂ? ਤਾਂ ਜਦੋਂ ਲੋਕਾਂ ਨੂੰ ਮਜਬੂਰੀ ਪਈ ਕਿ ਸਾਡੇ ਕੰਮ ਰੁਕ ਗਏ, ਸਾਨੂੰ ਲੇਬਰ ਦੇਣੀ ਪੈਣੀ ਆ, ਸਾਡਾ ਸਾਰਾ ਸਿਸਟਮ ਧੰਦੇਬਾਜ਼ੀ ਸਭ ਪਿੱਛੇ ਪੈ ਜੂਗੀ, ਤਾਂ ਲੋਕਾਂ ਨੇ 2-2 ਹਜ਼ਾਰ ਰੁਪਇਆ ਵੱਧ ਰੋਡ ਰੇਟ ਦੇ ਕੇ ਬਟਾਲੇ ਉੱਥੇ ਰੇਤਾ ਖਰੀਦਿਆ। ਜਾ ਕੇ ਪੁੱਛੋ ਕਿਹਦੀ ਸਰਕਾਰ ਦੇ ਥੱਲੇ ਹੋਇਆ? ਇਸੇ ਕਾਂਗਰਸ ਸਰਕਾਰ ਦੇ ਥੱਲੇ ਮਾਫੀਆ ਸਰ ਹੋਰ ਤਗੜਾ ਹੋਇਆ। ਜੇ ਹੁਣ ਟਾਂਡਾ ਸਾਹਿਬ ਨੇ ਵੀ ਕੋਟ ਕੀਤਾ, ਹੁਣ ਤਾਂ ਜਿਹੜਾ ਰੇਟ ਬਣਦਾ ਇਹ ਤਾਂ ਮਾਫੀਆ ਨੂੰ ਹੋਰ ਈਜ਼ੀ ਕਰਤਾ ਕਿ ਹਾਂਜੀ ਤੁਸੀਂ ਰੇਟ ਬੰਨਣ ਦੇ ਨਾਲ ਇੱਕ ਪਾਲਿਸੀ ਲੈ ਕੇ ਆਓ, ਟਰਾਂਸਪੇਰੈਂਸੀ ਲੈ ਕੇ ਆਓ ਕਿ ਕਿੰਨਾ ਲੋਕਾਂ ਦੇ ਕੋਲੇ ਖੱਡਾਂ ਨੇ, ਕੀ ਉਹਨਾਂ ਦਾ ਸਿਸਟਮ ਹੈ, ਉਹਨਾਂ ਜਿਹੜੀਆਂ ਡਿਟੇਲਸ ਨੇ, ਉਹਨਾਂ ਦੀਆਂ ਜਿਹੜੀਆਂ ਸ਼ੀਟਸ ਨੇ ਉਹ ਪਬਲਿਕ ਕੀਤੀਆਂ ਜਾਣ। ਜਾਂ ਇੱਕ ਘੱਟੋ ਘੱਟ ਪਬਲਿਕ ਨਹੀਂ ਕਰਨੀ, ਘੱਟੋ ਘੱਟ ਕਮੇਟੀ ਸਰਕਾਰ ਦੇ ਰਿਟਾਇਰਡ ਜੱਜ ਦੀ ਬਣਾਈ ਜਾਵੇ ਜਿਹੜੀ ਉਹਨੂੰ ਬਾਰ-ਬਾਰ ਪੜ੍ਹਦੀ ਰਵੇ ਤਾਂ ਕਿ ਚੀਜ਼ਾਂ। ਹੁਣ ਇੱਥੇ ਕੋਈ ਖਾਤਾ ਨਹੀਂ, ਕੋਈ ਕਿਤਾਬ ਨਹੀਂ, ਕੋਈ ਸਮਝ ਨਹੀਂ, ਕੋਈ ਪੜ੍ਹਤ ਨਹੀਂ, ਸਭ ਕੁਝ ਚੰਦ ਲੋਕਾਂ ਦੇ ਹੱਥ 'ਚ ਚੱਲ ਰਿਹਾ ਤੇ ਪੰਜਾਬ ਦੇ ਲੋਕਾਂ ਨੂੰ ਖਿਲਵਾੜ ਹੋ ਰਿਹਾ। ਜੀ ਜੈਰ ਸਾਹਿਬ, ਬਾਕੀ ਜਿਹੜੇ ਮੁੱਦੇ ਜਿਹੜੇ ਚੱਕੇ ਨੇ ਸਾਡੇ ਜਿਹੜੇ ਪੈਨਲਿਸਟ ਨੇ ਬੜੇ ਜਾਇਜ਼ ਚੱਕੇ ਨੇ। ਨੋ ਡਾਊਟ ਤੁਸੀਂ ਕੈਪਟਨ ਸਾਹਿਬ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਪਰ ਜਿਹੜਾ ਨੋਨ ਟੈਕਨੀਕਲ ਜਿਹੜਾ ਮੁੱਦਾ ਚੱਕਿਆ ਕਿ ਹਾਂ ਵੀ ਜਿਹੜਾ ਜੁਮਲਾ ਛੱਡਿਆ ਗਿਆ ਹੈ 35-36 ਹਜ਼ਾਰ ਨੌਕਰੀਆਂ ਵਾਲਾ, ਉਹਦੇ 'ਤੇ ਸਵਾਲ ਜਿਹੜਾ ਕਾਫੀ ਵਾਜਬ ਵੀ ਹੈ। ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਕੈਪਟਨ ਸਾਹਿਬ ਦੇ ਹੁਣੇ ਵੀ ਉਹਨਾਂ ਦੇ ਹੁੰਦੇ ਵੀ ਸਵਾਲ ਚੱਕੇ ਗਏ ਸੀਗੇ ਕਿ ਆਪਣੇ ਬੱਚਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਸੀ। ਹੁਣ ਵੀ ਸਿਮਿਲਰ ਹੀ ਸਾਹਮਣਾ ਮਾਹੌਲ ਜਿਹੜਾ ਆ ਰਿਹਾ, ਜਵਾਈ ਭਾਈ ਨੂੰ ਵੱਡਾ ਅਹੁਦਾ ਦੇ ਦੇਣਾ, ਉਹ ਵੀ ਇਲਜ਼ਾਮ ਕਾਂਗਰਸ 'ਤੇ ਲੱਗ ਰਹੇ ਨੇ, ਉਹ ਵੀ ਕਾਂਗਰਸ 'ਤੇ ਹੀ ਲੱਗ ਰਹੇ ਨੇ। ਪਹਿਲਾਂ ਭਾਵੇਂ ਕੈਪਟਨ ਸਾਹਿਬ ਸੀਗੇ, ਹੁਣ ਚੰਨੀ ਸਾਹਿਬ ਬਣਨ ਸਰਕਾਰ ਤੇ ਲੱਗ ਰਹੇ ਨੇ। ਉਹਦੇ ਤੇ ਤੁਹਾਡੀ ਸਰਕਾਰ ਕੀ ਸਫਾਈ ਦੇਣਾ ਚਾਹੁੰਦੀ ਹੈ? मोहित जी देखो, इल्जाम लगाने और करना, कोई भी बंदा किसी ते भी इल्जाम लगा सकता सिर मत्थे ते। हुण उस इल्जाम दा जवाब देना इहदे च कोई शक नहीं कि कोई कांग्रेस ते इल्जाम है, कांग्रेस दे गृह मंत्री रंधावा जी ते इल्जाम दा जवाब देना चाहिए। ਉਹਦੇ ਵਿੱਚ ਬੜੀ ਕਲੀਅਰ ਗੱਲ ਹੈ। ਇੱਕ 'ਚ ਵਕੀਲ ਦਾ ਬੇਟਾ ਵਕੀਲ ਬਣ ਸਕਦਾ ਹੈ, ਇੱਕ 'ਚ ਦੁਕਾਨਦਾਰ ਦਾ ਬੇਟਾ ਆਪਣੀ ਦੁਕਾਨ ਤੇ ਬੈਠ ਸਕਦਾ ਹੈ, ਇੱਕ ਪੋਲੀਟੀਸ਼ੀਅਨ ਦਾ ਨੇਅਰ ਡੇਅਰ ਦੇ ਵਿੱਚੋਂ ਇਫ ਹੀ ਇਜ਼ ਕੈਪੇਬਲ, ਮੈਂ ਕੰਡੀਸ਼ਨ ਪ੍ਰੋਵਾਈਡਡ ਦੈਟ ਕਹਿ ਰਿਹਾ, ਜੇ ਉਹ ਆਪਣੇ ਮਾਪਦੰਡਾਂ ਤੇ ਖਰਾ ਨਹੀਂ ਉਤਰਦਾ ਉਹਨੂੰ ਉਹਦਾ ਲਗਾਇਆ ਜਾਵੇ। ਮੇਰੇ ਖਿਆਲ 'ਚ ਇੱਕ ਸਕਿੰਟ ਨਹੀਂ ਲੱਗੇਗਾ ਆਨਰੇਬਲ ਹਾਈ ਕੋਰਟ ਜਾਂ ਆਨਰੇਬਲ ਸੁਪਰੀਮ ਕੋਰਟ 'ਚ ਉਹਨੂੰ ਚੈਲੰਜ ਕਰਕੇ 1 ਸੈਕਿੰਡ ਦੇ ਵਿੱਚ ਹਟਾਇਆ ਜਾ ਸਕਦਾ ਹੈ, ਜਾਂ ਸਰਕਾਰ ਕਦੀ ਏਦਾਂ ਦਾ ਰਿਸਕ ਨਹੀਂ ਲਏਗੀ। ਕਿ ਇੱਕ ਪੋਲੀਟੀਸ਼ੀਅਨ ਦਾ ਬੇਟਾ ਹੋਣਾ ਜਾਂ ਜਵਾਈ ਹੋਣਾ ਜਾਂ ਨੀਅਰ ਡੇਅਰ ਹੋਣਾ ਇੱਕ ਚੰਗੇ ਬੰਦੇ ਲਈ ਅਭਿਸ਼ਾਪ ਹੀ ਰਹੇਗਾ ਹਮੇਸ਼ਾ?
ਪੋਲਿਟਿਕਸ ਦੀ ਸਫਾਈ ਜ਼ਰੂਰੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਮੋਹਿਤ ਜੀ। ਮੈਂ ਉਸ ਚੀਜ਼ ਨੂੰ ਹਮੇਸ਼ਾ ਸਪੋਰਟ ਕਰਦਾ ਆਇਆ। ਅੰਨਾ ਹਜ਼ਾਰੇ ਜੀ ਦੇ ਅੰਦੋਲਨ 'ਚ ਵੀ ਮੈਂ ਅੱਗੇ ਵੀ ਦੱਸਿਆ, ਪਰਸਨਲੀ ਤੌਰ ਤੇ ਸ਼ਾਮਿਲ ਉਦੋਂ ਦਾ ਮੈਂ ਈਵਨ ਨਾਮ ਆਪ ਪਰ ਨਾਮ ਵੀ ਜੁੜਿਆ ਰਿਹਾ। ਬਟ ਜਦੋਂ ਕੁਐਸਚਨ ਇਜ਼ ਰਿਡਰੈਸਲ ਐਂਡ ਇੰਪਲੀਮੈਂਟੇਸ਼ਨ, ਕੋਈ ਸਾਨੂੰ ਅੱਛਾ ਸੁਜੈਸ਼ਨ ਦੇਗਾ ਆਪੋਜੀਸ਼ਨ ਸਿਰ ਮੱਥੇ ਤੇ, ਆਪਾਂ ਨੂੰ ਡਿਨਾਈ ਨਹੀਂ ਕਰਨਾ ਚਾਹੀਦਾ ਕਿ ਆਪੋਜੀਸ਼ਨ ਪਾਰਟੀ ਕਹਿ ਰਹੀ ਹੈ। ਕੋਈ ਇਲਜ਼ਾਮ ਲਗਾਏਗਾ, ਲਗਾ ਸਕਦਾ, ਬਟ ਸਵਾਲ ਮੈਨੂੰ ਆਪੋਜੀਸ਼ਨ ਪਾਰਟੀ ਵਾਲੇ ਜਿਹੜੇ ਇਲਜ਼ਾਮ ਲਗਾ ਰਹੇ ਆ, ਮੈਨੂੰ ਇਹ ਦੱਸ ਦੇਣ ਕਿ ਰੰਧਾਵਾ ਸਾਹਿਬ ਦੇ ਜਵਾਈ ਜੀ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਬਣਾਇਆ ਗਿਆ, ਕੀ ਉਹ ਐਲੀਜੀਬਲ ਨਹੀਂ? ਇਹਨਾਂ ਕੋਲ ਜਵਾਬ ਇੱਕ ਹੋਏਗਾ ਵੀ ਕੀ ਹੋਰ ਕਿਸੇ ਬੰਦੇ ਨੂੰ ਨਹੀਂ ਦਿੱਤੀ ਜਾ ਸਕਦੀ? ਸਰ ਉੱਥੇ ਹੋਰ ਵੀ ਐਡੀਸ਼ਨਲ ਐਡਵੋਕੇਟ ਜਨਰਲ ਨੰਬਰ ਆਫ ਪਰਸਨਸ ਹੈ, ਅਸਿਸਟੈਂਟ ਐਡਵੋਕੇਟ ਜਨਰਲ ਹੋਰ ਪਰਿਵਾਰਾਂ ਚੋਂ ਵੀ ਹੈ। ਜੇ ਕਾਂਗਰਸ ਸਰਕਾਰ ਨੇ ਸਾਰੇ ਮੰਤਰੀਆਂ ਨੇ ਆਪਣੇ ਪਰਿਵਾਰਾਂ ਚੋਂ, ਐਮਐਲਏ ਨੇ ਆਪਣੇ ਪਰਿਵਾਰਾਂ ਚੋਂ ਲਗਾ ਦਿੱਤੇ ਜਾਂਦੇ ਤੇ ਇਹ ਬਿਲਕੁਲ ਗਲਤ ਹੁੰਦੀ। ਪਰ ਜੇ ਕਿਸੇ ਕੋ ਕਾਬਲੀਅਤ ਹੈ, ਤੁਸੀਂ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਕਿ ਪੋਲੀਟੀਸ਼ੀਅਨ ਦਾ ਬੇਟਾ ਜਾਂ ਕੋਈ ਉਹਦਾ ਕਿਸੇ ਵੀ ਨੀਅਰ ਡੇਅਰ ਕੋਈ ਵੀ ਉਹਦਾ ਰਿਸ਼ਤੇਦਾਰ ਆ, ਇਹਦਾ ਮਤਲਬ ਉਹ ਕਦੀ ਸਰਕਾਰੀ ਨੌਕਰੀ 'ਚ ਜਦੋਂ ਵੀ ਜਾਏਗਾ, ਇਹ ਤਾਂ ਚਲੋ ਟੈਂਪਰੇਰੀ ਫੇਸ ਹੁੰਦਾ, 5 ਸਾਲ ਲਈ ਹੁੰਦਾ, ਟਾਂਡਾ ਸਾਹਿਬ ਵੀ ਸਮਝਦੇ, ਸਾਡੇ ਆਪ ਦੇ ਵਕੀਲ ਸਾਹਿਬ ਵੀ ਸਮਝਦੇ, ਤੇ ਟੈਂਪਰੇਰੀ 5 ਸਾਲ ਲਈ, ਕੋਈ 2 ਸਾਲ ਲਈ, 3 ਸਾਲ ਲਈ ਟਰਮ ਐਕਸਟੈਂਡ ਵੀ ਹੋ ਸਕਦੀ ਹੈ। ਇਟ ਇਜ਼ ਨਾਟ ਅ ਪਰਮਾਨੈਂਟ। ਮੈਂ ਕਹਿੰਦਾ ਇੱਕ ਨੂੰ ਪਰਮਾਨੈਂਟ ਜੌਬ ਵੀ ਮਿਲ ਜਾਂਦੀ ਹੈ, ਕੋਈ ਸਿਲੈਕਟ ਹੋ ਜਾਏਗਾ ਪੀਸੀਐਸ ਦੇ ਵਿੱਚ, ਆਈਏਐਸ ਦੇ ਵਿੱਚ, ਉਹ ਚੰਨੀ ਜੀ ਦਾ ਬੇਟਾ ਹੋਵੇ, ਜੋ ਆਈਏਐਸ ਸਿਲੈਕਟ ਹੋ ਜਾਏਗਾ, ਕੱਲ ਨੂੰ ਕੀ ਇਹ ਇਲਜ਼ਾਮ ਲਗਾਓਗੇ ਤਾਂ ਚੰਨੀ ਹੋਣਾ ਦਾ ਬੇਟਾ ਵੀ? ਇਹਦਾ ਮਤਲਬ ਉਹ ਤਾਂ ਨਹੀਂ ਜਰ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਜਾਇਜ਼ ਹੈ। ਜੇ ਕੋਈ ਡਿਜ਼ਰਵਿੰਗ ਕੈਂਡੀਡੇਟ ਹੈ ਤਾਂ ਡੈਫੀਨੇਟਲੀ ਅਗਰ ਕੋਈ ਸਰਕਾਰੀ ਐਗਜ਼ਾਮ ਕਲੀਅਰ ਵੀ ਹੁੰਦਾ ਤਾਂ ਉਹ ਆਪਣੇ ਬਲਬੂਤੇ 'ਤੇ ਹੁੰਦਾ, ਨਾ ਕਿ ਉਹਨਾਂ ਦੀ ਫੈਮਿਲੀ ਦੇ ਉੱਪਰ। ਪਰ ਉੱਥੇ ਜਿੱਥੇ ਸੇਮ ਟਾਈਮ ਤੇ ਪਿੱਛੇ ਜੀ ਜਿਵੇਂ ਗੱਲ ਚੱਲੀ ਸੀ ਐਮਐਲਏ ਦੇ ਬੱਚਿਆਂ ਨੂੰ ਜਿਹੜੀ ਨੌਕਰੀ ਦਿੱਤੀ ਗਈਆਂ, ਸੇਮ ਟਾਈਮ ਤੇ ਏਰੀਆ ਸ਼ਾਇਦ ਮੈਂ ਯਾਦ ਨਹੀਂ ਕਰ ਪਾ ਰਿਹਾ, ਪਰ ਉੱਥੋਂ ਦੇ ਜਿਹੜੇ ਨੌਜਵਾਨ ਸੀਗੇ ਕਾਫੀ ਚਿਰ ਜਿਹੜਾ ਹੈ ਉਹ ਤੇ ਹੜਤਾਲ ਤੇ ਬੈਠੇ ਰਹੇ ਕਿ ਨੌਕਰੀਆਂ ਉਹਨਾਂ ਨੂੰ ਵੇਟ ਕਰ ਰਹੇ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ। ਕਾਫੀ ਦੇਰ ਸੁਰਖੀਆਂ 'ਚ ਰਹੇ, ਕਾਫੀ ਦੇਰ ਉਹਨਾਂ ਨੇ ਹੜਤਾਲ ਕੀਤੀ, 2 ਮਹੀਨੇ ਸ਼ਾਇਦ ਭੁੱਖ ਹੜਤਾਲ ਤੇ ਬੈਠੇ ਰਹੇ ਨੇ। ਇਸ ਸਮੇਂ ਦੌਰਾਨ ਸੇਮ ਟਾਈਮ ਤੇ ਜਦੋਂ ਖਬਰ ਆ ਜਾਂਦੀ ਹੈ ਕਿ ਐਮਐਲਏ ਸਾਹਿਬ ਨੇ ਆਪਣੇ ਬੱਚਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਕਿਤੇ ਨੌਕਰੀ ਦਿਵਾ ਦਿੱਤੀ, ਸੋ ਉੱਥੇ ਸਵਾਲ ਖੜਾ ਹੁੰਦਾ ਕਿ ਕੀ ਉਹ ਡਿਜ਼ਰਵਿੰਗ ਨਹੀਂ ਹੈ, ਕਿ ਉਹ ਉਹਨਾਂ ਨੂੰ ਨਹੀਂ ਹੱਕ ਬੰਦਾ ਸੀਗਾ ਕਿ ਹਾਂ ਵੀ ਉਹਨਾਂ ਨੂੰ ਸਰਕਾਰੀ ਨੌਕਰੀ ਮਿਲਦੀ? ਇਹੀ ਗੱਲ ਸਿਰਫ ਇਹ ਕਹਿ ਰਿਹਾ ਵੀ ਜਿੱਥੇ ਕਿਸੇ ਜਰਨਲ ਨੂੰ ਨਾ ਨੌਕਰੀ ਮਿਲੇ, ਸਿਰਫ ਐਮਐਲਏ ਜਾਂ ਐਮਪੀ ਦੇ ਲੜਕੇ ਨੂੰ ਮਿਲੇ ਜਾਂ ਕਿਸੇ ਮਿਨਿਸਟਰ ਨੂੰ ਮਿਲੇ, ਮੈਂ ਉਹਨੂੰ ਬਿਲਕੁਲ ਵੀ ਸਪੋਰਟ ਨਹੀਂ ਕਰੂੰਗਾ। ਪਰ ਕੁਐਸਚਨ ਫਿਰ ਮੈਂ ਉਹੀ ਰੇਜ਼ ਕਰ ਰਿਹਾ ਤੇ ਜਿੱਥੇ ਬਾਕੀਆਂ ਨੂੰ ਵੀ ਜੇ ਨੌਕਰੀਆਂ ਮਿਲ ਰਹੀਆਂ, ਜਿੱਦਾਂ ਹੁਣ 36000 ਲੋਕ ਹੁਣ ਪੱਕੇ ਹੋਣ ਜਾ ਰਹੇ ਆ, ਉਹਨਾਂ 36000 ਦੇ ਵਿੱਚ ਹੋ ਸਕਦਾ ਕੋਈ ਕਿਸੇ ਨਾ ਐਮਐਲਏ ਦਾ ਰਿਸ਼ਤੇਦਾਰ ਹੋਏਗਾ, ਹੋ ਸਕਦਾ ਕਿਸੇ ਮਿਨਿਸਟਰ ਦਾ। ਕੁਐਸਚਨ ਤਾਂ ਫਿਰ ਪੁੱਟ ਕੀਤਾ ਜਾਏਗਾ ਕਿ 35500 ਇਹਨੇ ਤਾਂ ਜੀ 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 ਧੰਨ ਸਾਹਿਬ। ਪਹਿਲੀ ਗੱਲ ਤਾਂ 36000 ਸਾਰੇ ਦੇ ਸਾਰੇ 3rd 4th ਕਲਾਸ EMPLOYEES ਹੈ। ਲਗਾਓ ਉਹਨਾਂ ਚ ਇਹਨਾਂ ਨੂੰ, ਮੰਤਰੀ ਦੇ ਜਵਾਈ ਨੂੰ ਕੋਲ ਲੱਗੇ 4th ਕਲਾਸ EMPLOYE DC ਰੇਟ ਤੇ, ਫਿਰ ਪੱਕੇ ਕਰਨ ਦੀ ਗੱਲ ਕਰੋ। ਦੂਜੀ ਗੱਲ ਹੈ, ਜੇ ਕੰਪੀਟੀਸ਼ਨ ਦੇ ਪ੍ਰੋਸੈਸ ਕੋਈ ਆਈਐਸ ਬਣਦਾ, ਪੀਸੀਐਸ ਬਣਦਾ, ਕੋਈ ਦਿੱਕਤ ਨਹੀਂ, ਇੱਕ ਪੋਲੀਟੀਸ਼ੀਅਨ ਦੇ ਸਾਰੇ ਬੱਚੇ ਲੱਗ ਜਾਣ ਚਾਹੇ ਸਿਲੈਕਟ ਹੋ ਕੇ ਆਣ। ਕੁਐਸਚਨ ਇਹ ਹੈ ਕਿ ਪਹਿਲਾਂ ਤੁਸੀਂ 2 ਐਮਐਲਏਆਂ ਨੂੰ ਬੈਕਡੋਰ ਐਂਟਰੀ ਦੇ ਕੇ ਉਹਨਾਂ ਦੇ ਬੱਚਿਆਂ ਨੂੰ ਗੈਜ਼ਟਡ ਪੋਸਟ ਦਿੰਦੇ ਹੋ, ਫਿਰ ਤੁਸੀਂ ਸਰਦਾਰ ਬੇਅੰਤ ਸਿੰਘ ਦੇ ਪੁੱਤੇ ਨੂੰ ਗੈਜ਼ਟਡ ਪੋਸਟ ਦਿੰਦੇ ਹੋ। ਕਿਸ ਚੱਕਰ 'ਚ ਦਿੱਤੀ ਹੈ ਦੱਸੋ ਮੈਨੂੰ? ਹੋਰ ਪੰਜਾਬ 'ਚ ਟੈਰਰਿਸਟ ਵਿਕਟਮਸ ਨਹੀਂ ਹੈ? ਕੱਲਾ ਟੈਰਰਿਸਟ ਵਿਕਟਮ ਇੱਕ ਪਾਂਡੇ ਸਾਹਿਬ ਹੈ ਤੇ ਇੱਕ ਬਾਜਵਾ ਸਾਹਿਬ ਹੈ ਤੇ ਇੱਕ ਬੇਅੰਤ ਸਿੰਘ ਜੀ ਹੈ। ਹੁਣ ਸਵਾਲ ਇਹ ਆਉਂਦਾ ਕਿ ਜਿਹੜੇ ਜਵਾਈ ਲਾਏ ਆ ਤੁਸੀਂ ਡਿਪਟੀ ਸੀਐਮ ਦੇ, ਜਿਹੜੇ ਆਪਣੀ ਚਾਦਰ ਬੜੀ ਇਮਾਨਦਾਰੀ ਦੀ ਦੱਸਦੇ ਹੈ, ਤੁਸੀਂ ਦੱਸੋ ਹਜ਼ਾਰਾਂ ਵਕੀਲ ਐਲੀਜੀਬਲ ਹੈ? ਜਿਹੜਾ ਵੀ ਹਾਈ ਕੋਰਟ 'ਚ ਵਕੀਲ 10 ਸਾਲ ਤੋਂ ਉੱਤੇ ਇਜ਼ ਐਲੀਜੀਬਲ ਹੈ। ਕੁਐਸਚਨ ਇਹ ਹੈ ਕਿ ਪੋਲੀਟੀਕਲ ਅਪਾਇੰਟੀ ਹੈ, ਇਹ ਸਿਲੈਕਸ਼ਨ ਨਹੀਂ ਹੈ, ਇਹ ਕੰਪੀਟੀਸ਼ਨ 'ਚ ਨਹੀਂ ਆਇਆ, ਇਹਦੇ ਥਰਮਾਮੀਟਰ ਨਹੀਂ ਲਾਇਆ ਬੜਾ ਕੰਪੀਟੈਂਟ ਹੈ। ਜੇ ਨਹੀਂ ਕੰਪੀਟੈਂਟ ਹੈ ਜਵਾਈ, ਇਹਨੂੰ ਏਜੀ ਲਾਓ, ਸਵਾਦ ਵੀ ਆਵੇ। ਅਸੀਂ ਤਾਰੀਫ ਕਰਾਂਗੇ ਜੇ ਤੁਸੀਂ ਮੋਸਟ ਕੰਪੀਟੈਂਟ ਬੰਦੇ ਨੂੰ ਏਜੀ ਲਾਉਂਦੇ ਹੋ, ਏਜੀ ਲਾਓ। ਗੱਲ ਇਹ ਹੈ ਕਿ ਸਿਰਫ ਤੇ ਸਿਰਫ ਮੈਨੂੰ ਵੀ ਪਤਾ, ਜਰਦ ਸਾਹਿਬ ਤੁਹਾਨੂੰ ਵੀ ਪਤਾ, ਬੜੇ ਔਕਵਰਡ ਜੇ ਕੁਐਸਚਨ ਹੈ। ਅੱਧੀ ਬਰਾਤ ਏਜੀ ਆਫਿਸ 'ਚੋਂ ਬੈਠੀ ਹੁੰਦੀ ਹੈ ਜਿਹਨੂੰ ਫਾਈਲ ਖੋਲਣੀ ਨਹੀਂ ਆਉਂਦੀ। ਇਹ ਕੰਪੀਟੈਂਸੀ ਨਹੀਂ ਹੁੰਦੀ, ਇਹ ਤੇਰ ਮੇਰ ਹੁੰਦੀ ਹੈ, ਚਾਚਾ ਭਤੀਜਾਵਾਦ ਹੁੰਦਾ ਹੈ। ਪਰ ਇਹ ਆਪਣੇ ਸਿਸਟਮ 'ਚੋਂ ਜਾਊਗਾ ਕਦ, ਬਾਹਰ ਕਦ ਹੋਊਗਾ? ਜਦ ਤੁਸੀਂ ਕਿਸੇ ਡਿਸਟੈਂਟ ਬੰਦੇ ਨੂੰ ਲਾ ਦਿੰਦੇ ਹੋ, ਪੋਲੀਟੀਕਲ ਅਪਾਇੰਟੀ ਲਾ ਦਿੰਦੇ ਹੋ, ਲੋਕ ਨਹੀਂ ਸਵਾਲ ਚੱਕਦੇ। ਪਰ ਜਦ ਤੁਸੀਂ ਇੰਨੇ ਜ਼ਿਆਦਾ ਅੰਨੇ ਹੋ ਜਾਂਦੇ ਹੋ ਕਿ ਆਪਣੇ ਜਵਾਈ ਨੂੰ ਲਾਉਣ ਲੱਗ ਜਾਂਦੇ ਹੋ, ਫਿਰ ਸਵਾਲ ਤਾਂ ਉੱਠਣਗੇ। ਉਹਨਾਂ ਨੂੰ ਤੁਸੀਂ ਫੇਸ ਨਹੀਂ ਕਰ ਸਕਦੇ, ਬਚਾ ਨਹੀਂ ਸਕਦੇ। ਟਾਂਡਾ ਸਾਹਿਬ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ, ਪਰ ਟਾਂਡਾ ਸਾਹਿਬ ਨੇ ਇਹੀ ਕੁਐਸਚਨ ਜਿਸ ਟਾਈਮ ਅਕਾਲੀ ਦਲ ਦੇ ਐਮਐਲਏ ਸੀਗੇ, ਜਿਸ ਟਾਈਮ ਅਕਾਲੀ ਸਿਸਟਮ ਦੇ ਵਿੱਚ ਟਾਂਡਾ ਸਾਹਿਬ ਬਹੁਤ ਉੱਚੀ ਪੋਸਟ ਤੇ ਸੀਗੇ, ਜੇ ਉਸ ਟਾਈਮ ਉਸ ਸਿਸਟਮ ਦੇ ਵਿੱਚ ਚੱਕੇ ਹੁੰਦੇ ਟਾਂਡਾ ਸਾਹਿਬ, ਇਹ ਸਿਸਟਮ ਸ਼ਾਇਦ ਸਾਫ਼ ਹੋ ਗਿਆ ਹੁੰਦਾ। ਅਸੀਂ ਕਿਉਂ ਜਦੋਂ ਆਪੋਜੀਸ਼ਨ ਜੁੜਨੇ ਆ ਪਿੱਛੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਨਾਮ ਨਹੀਂ ਲੈ ਰਿਹਾ ਮੈਂ, ਇੱਥੇ ਗੱਲ ਕਰਨੀ ਚਾਹੁੰਦਾ, ਆਪਣਾ ਨਾਮ ਵੀ ਲੈ ਰਿਹਾ ਜੀ। ਪਰਮਵੀਰ ਸਾਹਿਬ ਗੱਲ ਕਹਿਣੀ ਚਾਹੁੰਦਾ ਜੀ। ਜੀ ਜੀ ਮੈਂ ਮੇਰੇ ਬਹੁਤ ਸਤਿਕਾਰਯੋਗ ਟਾਂਡਾ ਸਾਹਿਬ ਵੀ, ਜੈਰਤ ਸਾਹਿਬ ਵੀ ਬੈਠੇ,
ਮੈਂ ਇੱਕ ਗੱਲ ਜ਼ਿੰਮੇਵਾਰੀ ਨਾਲ ਕਹਿੰਦਾ, ਮੈਂ ਆਮ ਤੌਰ ਤੇ ਤਕਰੀਰਾਂ 'ਚ ਵੀ ਕਹਿੰਦਾ, ਡਿਬੇਟਸ ਵੀ ਕਹਿੰਦਾ ਕਿ ਸਾਡੇ ਪੋਲੀਟੀਕਲ ਸਿਸਟਮ ਦੀਆਂ ਦੋ ਬਹੁਤ ਵੱਡੀਆਂ ਅਲਾਮਤਾਂ ਦੀ ਜਿਹੜੀ ਜਨਮਦਾਤੀ ਆ ਕਾਂਗਰਸ ਹੈ। ਪਹਿਲੀ ਗੱਲ ਕਰਪਸ਼ਨ। ਜਦੋਂ ਇਸ ਦੇਸ਼ ਦਾ ਸਿਸਟਮ ਐਨ ਸਪਾਟ ਸੀ 1950 ਜਦੋਂ ਸੰਵਿਧਾਨ ਲਾਗੂ ਹੋਇਆ, 52 ਚ ਪਹਿਲੀਆਂ ਇਲੈਕਸ਼ਨਾਂ ਹੋਈਆਂ ਤੇ ਇਹ ਦੇਸ਼ ਦਾ ਸਿਸਟਮ ਚੱਲਿਆ, ਉਦੋਂ ਕਾਂਗਰਸ ਨੇ ਜੜ ਤੋਂ ਲੈ ਕੇ ਇੱਕ ਪੀਐਨ ਤੋਂ ਲੈ ਕੇ ਟੌਪ ਆਫੀਸਰ ਤੱਕ ਬਿਊਰੋਕ੍ਰੇਸੀ ਨੂੰ ਇਨਵੋਲਵ ਕੀਤਾ ਚੰਗੀ ਤਰ੍ਹਾਂ ਆਪਣੇ ਢਿੱਡ ਭਰਨ ਦੇ ਲਈ, ਕਿਉਂਕਿ ਸਾਰਾ ਕੁਝ ਇਹਨਾਂ ਦੇ ਹੱਥ ਸੀ। ਸਾਰੇ ਸੂਬਾ ਸਰਕਾਰਾਂ ਇਹਨਾਂ ਦੀਆਂ ਸੀ, ਕੇਂਦਰ ਸਰਕਾਰ ਇਹਨਾਂ ਦੀਆਂ ਸੀਗੀਆਂ। ਤੁਹਾਨੂੰ ਯਾਦ ਹੋਣਾ ਕਿ ਪਹਿਲੇ 40 ਸਾਲ 45 ਸਾਲ ਲਗਾਤਾਰ ਹੀ ਕਾਂਗਰਸ ਨੇ ਰਾਜ ਕੀਤਾ ਇਸ ਦੇਸ਼ ਤੇ। ਤਾਂ ਭ੍ਰਿਸ਼ਟਾਚਾਰ ਚ ਲਿਪਤ ਕਰਤਾ, ਲੋਕਾਂ ਨੂੰ ਸਿਖਾਇਆ ਵੀ ਕਿੱਦਾਂ ਕਰੀਦਾ, ਹਿੱਸੇਦਾਰੀ ਕੀ ਹੁੰਦੀ ਆ, ਥੱਲਿਓਂ ਲੈ ਕੇ ਜਿਹਨੂੰ ਕਹਿੰਦਾ ਨਾ ਕਿ ਉੱਪਰ ਤੱਕ ਜਾਂਦਾ ਸਾਰਾ ਕੁਝ, ਤਾਂ ਉਹਦੀ ਜਨਮਦਾਤੀ ਕਾਂਗਰਸ ਹੈ। ਇੱਕ ਗੱਲ। ਦੂਜੀ ਗੱਲ, ਦੇਸ਼ ਦੀ ਜਿਹੜੀ ਦੂਜੀ ਅਲਾਮਤ ਜਿਹਨੇ ਜਿਹੜਾ ਸਿਆਸੀ ਲਾਲਚ ਸਾਨੂੰ ਲੈ ਕੇ ਬਹਿ ਗਿਆ, ਉਹ ਹੈਗਾ ਪਰਿਵਾਰਵਾਦ। ਉਹਦੀ ਵੀ ਜਨਮਦਾਤੀ ਕਾਂਗਰਸ ਹੈ, ਜਿਹਨੇ ਆਪਣੇ ਪਰਿਵਾਰ ਤੋਂ, ਅੱਜ ਵੀ ਕਾਂਗਰਸ ਪਰਿਵਾਰ ਚੋਂ ਬਾਹਰ ਜਾ ਨਹੀਂ ਸਕੀ। ਉਵੇਂ ਹੀ ਸਟੇਟਾਂ ਜਿਨ੍ਹਾਂ ਦਾ ਚੱਲ ਰਿਹਾ ਹੈ, ਮੈਂ ਜੇ ਐਗਜ਼ਾਮਪਲ ਦੇਣ ਲੱਗਾ ਤਾਂ ਸਾਰੀ ਡਿਬੇਟ ਨਿਬੜ ਜੂਗੀ ਕਿ ਕਿਹੜੀ ਸਟੇਟ ਤੇ ਕਿਹੜੇ ਕੇਂਦਰ ਪੱਧਰ ਤੇ ਇਹ ਲੋਕ ਇਨਵੋਲਵ ਨੇ। ਸੋ ਇਹ ਜਿਹੜਾ ਭਾਈ ਭਤੀਜਾਵਾਦ, ਪਰਿਵਾਰਵਾਦ, ਜਿਹੜਾ ਅੱਜ ਦੀ ਦੇਸ਼ ਦੀ ਸਿਆਸਤ ਤੇ ਇਸ ਡੈਮੋਕ੍ਰੇਸੀ ਦੀ ਜਿਹੜੀ ਹੈਲਦੀ ਡੈਮੋਕ੍ਰੇਸੀ ਨੂੰ ਇੱਕ ਬਹੁਤ ਵੱਡੀ ਬਿਮਾਰੀ ਜੋਗ ਬਣ ਕੇ ਲੱਗਾ ਹੈ ਪਰਿਵਾਰਵਾਦ, ਉਹਦੀ ਵੀ ਜ਼ਿੰਮੇਵਾਰ ਬਹੁਤ ਵੱਡੀ ਕਾਂਗਰਸ ਹੈ। ਇਹ 'ਚ ਕੋਈ ਸ਼ੱਕ ਨਹੀਂ। ਅਕਾਲੀ ਦਲ ਵੀ ਉਹ ਚੁਣ ਲਿਪਤ ਹੈ, ਰਾਈਟ। ਪਰ ਮਸਲਾ ਕੀ ਹੈ ਕਿ ਜੇ ਆਪਾਂ ਸਿਰਫ ਇਸ ਗੱਲੋਂ ਇੱਕ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰੀਏ ਗੱਲ ਤੋਂ ਕਿ ਜੀ ਨਹੀਂ ਉਹ ਤਾਂ ਕੰਪੀਟੀਸ਼ਨ, ਤੁਸੀਂ ਵਕੀਲ ਹੋ, ਇਸ ਗੱਲ ਨੂੰ ਆਪਾਂ ਸਮਝੀਏ ਵੀ ਕੰਪੀਟੀਸ਼ਨ ਇੱਕ ਅਲੱਗ ਸਵਾਲ ਹੈ। ਆਈਐਸ ਕੋਈ ਭਰਤੀ ਹੋਵੇ, ਪੀਸੀਐਸ ਕੋਈ ਭਰਤੀ ਹੋਵੇ, ਕੋਈ ਇਤਰਾਜ਼ ਨਹੀਂ। ਜਿਹੜੀ ਪੋਲੀਟੀਕਲ ਅਪਾਇੰਟਮੈਂਟ ਹੈ, ਟਾਂਡਾ ਸਾਹਿਬ ਨੇ ਉਹੀ ਗੱਲ ਕਹੀ ਹੈ ਤੇ ਬਿਲਕੁਲ ਸਹੀ ਟੈਕਨੀਕਲ ਗੱਲ ਹੈ, ਬਿਲਕੁਲ ਸਾਫ਼ ਚਿੱਟੇ ਦਿਨ ਵਾਂਗੂ ਦਿਖਦੀ ਗੱਲ ਹੈ ਕਿ ਉਹ ਪੋਲੀਟੀਕਲ ਅਪਾਇੰਟਮੈਂਟ ਹੈ। ਉਹ ਹੋਣੀ ਕਿਉਂ ਹੋਈ ਜਦੋਂ ਰੰਧਾਵਾ ਸਾਹਿਬ ਡਿਪਟੀ ਸੀਐਮ ਬਣ ਗਏ? ਕਿਉਂਕਿ ਉੱਥੇ ਅਸੀਂ ਵਕੀਲਾਂ ਹਾਈਕੋਰਟ ਜਾਂਦੇ ਆ, ਵਾਕਈ ਫੌਜ ਬੈਠੀ ਆ ਉੱਥੇ ਜੇ 100 ਵਕੀਲ ਆ ਤਾਂ ਉੱਤੇ ਵਿੱਚੋਂ 70 ਹੁੰਦਾ ਜਿਹੜਾ ਇਹਨਾਂ ਦੀ ਰਹਿਮੋ ਕਰਮ ਸਿਰ ਤੇ ਲੱਗਦਾ, ਕੋਈ ਰਿਸ਼ਤੇਦਾਰ ਹੁੰਦਾ, ਕੋਈ ਜਾਣਕਾਰ ਹੁੰਦਾ, ਏਦਾਂ ਨਹੀਂ ਜਿੱਤੋਂ ਕੋਈ ਬੈਨੀਫਿਟ ਲਏ ਹੁੰਦੇ ਨੇ। ਉਹ ਲੋਕ ਹੁੰਦੇ ਨੇ ਜਿਹੜੇ ਉੱਥੇ ਪੁਆਇੰਟ ਹੁੰਦੇ ਆ ਜੀ। ਸੋ ਬਾਕੀ ਜਿਹੜਾ ਪਰਿਵਾਰਵਾਦ ਹੈ ਜਿੰਨੇ ਉਹ ਰਹੇਗਾ ਸਿਸਟਮ ਦੇ ਵਿੱਚ, ਸੋ ਲੋਕਾਂ ਦਾ ਜਿਹੜਾ ਫਾਇਦਾ ਹੈ ਉਹ ਸਿੱਧੇ ਤੌਰ ਤੇ ਹੋਣਾ ਥੋੜਾ ਔਖਾ ਜਿਹਾ ਲੱਗ ਰਿਹਾ। ਚਲੋ ਫਿਲਹਾਲ ਇਸ ਡਿਬੇਟ ਦੇ ਵਿੱਚ ਵੇਲਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੀ ਹੈ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਨੇ, ਪੰਜਾਬੀ ਮੁੱਦੇ ਨੇ, ਪੰਜਾਬੀ ਜਿਹੜੇ ਲੋਕਾਂ ਦੇ ਦਰਦ ਨੇ, ਕਾਫੀ ਸਾਰੇ ਇਸ਼ੂਸ ਹਰ ਇੱਕ ਦੇ ਦਿਲ ਦੇ ਨੇੜੇ ਆ। ਸੋ ਜਿਵੇਂ ਕਿ ਹਰ ਇੱਕ ਅਲੱਗ-ਅਲੱਗ ਟੌਪਿਕ ਦੇ ਨਾਲ ਕਾਫੀ ਸਾਰਾ ਤਬਕਾ ਜਿਹੜਾ ਹੈ ਉਹ ਬੜਾ ਜ਼ਿਆਦਾ ਜੁੜਿਆ ਹੋਇਆ। ਸੋ ਪੰਜਾਬੀ ਮਾਂ ਬੋਲੀ ਦਾ ਜਿਹੜਾ ਮੁੱਦਾ ਹੈ ਉਹ ਵੀ ਬੜਾ ਜੁੜਿਆ ਹੋਇਆ ਕਿ ਪੰਜਾਬੀ ਮਾਂ ਬੋਲੀ ਦੀ ਕਹਿ ਲਓ ਕਿ ਕਦਰ ਨਹੀਂ ਹੋ ਰਹੀ, ਜਾਂ ਫਿਰ ਪੰਜਾਬੀ ਭਾਸ਼ਾ ਨੂੰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਕਿ ਹਾਂ ਬਈ ਉਸਨੂੰ ਭੁੱਲਿਆ ਜਾ ਰਿਹਾ, ਜਾਂ ਫਿਰ ਜੇ ਰੂਲਸ ਹੈਗੇ ਵੀ ਨੇ 2008 ਦੇ ਜਿਹੜੀ ਪਾਲਿਸੀ ਕੱਢੀ ਗਈ ਸੀ ਕਿ ਹਾਂ ਵੀ ਸਕੂਲਾਂ ਦੇ ਵਿੱਚ ਕੰਪਲਸਰੀ ਹੋਣਾ ਚਾਹੀਦਾ, ਫਿਰ ਦੁਬਾਰਾ ਚੰਨੀ ਸਾਹਿਬ ਕਹਿੰਦੇ ਨੇ ਕਿ ਨਹੀਂ ਉੱਤੇ ਦੁਬਾਰਾ ਕੰਮ ਕਰਦੇ ਆ, ਪਨਿਸ਼ਮੈਂਟ ਦਿੱਤੀ ਗਈ ਸੀ ਕਿ ਹਾਂ ਵੀ ਦੇਵਾਂਗੇ ਪਨਿਸ਼ਮੈਂਟ, ਲਾਅ ਵਿੱਚ ਹੈ, ਪਰ ਅੱਜ ਤੱਕ ਕੋਈ ਵੀ ਉਹਦੇ ਵਿੱਚ ਕੋਈ ਆਇਆ ਨਹੀਂ ਸਾਹਮਣੇ। ਸੋ ਇਸ ਸਭ ਚੀਜ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਦੋ ਪਾਰਟੀਆਂ ਨੇ, ਖਾਸ ਕਰਕੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ, ਇਹਨਾਂ ਦੇ ਬੋਰਡਿੰਗਸ ਲੱਗਦੇ ਨੇ ਉਹ ਹਿੰਦੀ ਵਿੱਚ ਲੱਗਦੇ ਨੇ। ਸੋ ਪੰਜਾਬ ਦੇ ਵਿੱਚ ਇਲੈਕਸ਼ਨ ਨੇ, ਪੰਜਾਬੀ ਲੋਕਾਂ ਨੂੰ ਐਡਰੈਸ ਕਰਨੇ ਆ, ਉੱਥੇ ਹਿੰਦੀ ਦੇ ਵਿੱਚ ਪੋਸਟਰ ਲਾ ਕੇ ਕੀ ਸਾਬਤ ਕਰਨਾ ਚਾਹੁੰਦੀ? ਸਭ ਤੋਂ ਪਹਿਲਾਂ ਤਾਂ ਮੈਂ ਟਾਂਡਾ ਸਾਹਿਬ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਹਾਂ ਵੀ ਆਪਾਂ ਪੰਜਾਬੀ ਬੋਲੀ ਦੇ ਲਈ ਆਪਾਂ ਨਾਲ ਲੜਾਈ ਲੜ ਰਹੇ ਹਾਂ, ਤੇ ਜਿਹੜੇ ਇਸ਼ਤਿਹਾਰ ਨੇ ਉਹ ਹਿੰਦੀ ਚ ਲਗਾਉਣ ਦਾ ਕੀ ਫਾਇਦਾ ਪੰਜਾਬ ਦੇ ਵਿੱਚ? ਇਸ਼ਤਿਹਾਰ ਲਾਉਣ ਦਾ ਵੀ ਕੀ ਫਾਇਦਾ ਜੀ, ਤੇ ਉਹਦੇ ਇਲਾਵਾ ਮੈਂ ਤਾਂ ਕਹਿੰਦਾ ਬੋਲਣਾ ਵੀ ਭੁੱਲਦੇ ਜਾਂਦੇ ਆ ਪੰਜਾਬੀ, ਜੋ ਮਾਹੌਲ ਬਣਿਆ ਹੋਇਆ। ਇਹ ਪੰਜਾਬੀਆਂ ਨੂੰ ਇੱਕ ਫੈਡ ਹੋ ਗਿਆ ਕਿ ਅਸੀਂ ਅੰਗਰੇਜ਼ੀ ਹਿੰਦੀ ਬੋਲਦੇ, ਕਿ ਪੰਜਾਬੀ ਤਾਂ ਲਿਪਜਿਆ ਗਿਆ। ਜਿਹੜਾ ਮਾਂ ਬੋਲੀ ਤੋਂ ਪਿੱਛੇ ਹਟੂਗਾ ਉਹ ਬੰਦਾ ਕਦੇ ਵੀ ਉਹ ਕੌਮ ਕਾਮਯਾਬ ਨਹੀਂ ਹੋ ਸਕਦੀ। ਅਸੀਂ ਆਪਣਾ ਵਿਰਸਾ ਭੁੱਲ ਜਾਵਾਂਗੇ ਜੇ ਅਸੀਂ ਅੱਜ ਪੰਜਾਬੀ ਨਾਲ ਨਹੀਂ ਜੁੜੇ ਰਹਾਂਗੇ। ਇਹਦੀ ਅਹਿਮੀਅਤ ਹੈ ਤੇ ਅਹਿਮੀਅਤ ਕਰਨੀ ਚਾਹੀਦੀ ਹੈ, ਸਾਨੂੰ ਰਾਖੀ ਦੇਣੀ ਚਾਹੀਦੀ ਹੈ। ਇਸੇ ਵਜ੍ਹਾ ਕਰਕੇ ਮੈਂ ਉਸ ਸੈਸ਼ਨ ਦਾ ਹਿੱਸੇਦਾਰ ਸੀ ਦਾ 2008 ਦਾ ਆਇਆ। ਉੱਥੇ ਇੱਕ ਚਰਚਾ ਚੱਲੀ, ਛੋਟੀ ਜਿਹੀ ਚਰਚਾ ਤੋਂ ਫਿਰ ਡਿਬੇਟ ਹੋ ਗਈ, ਡਿਬੇਟ ਹੋ ਕੇ ਇਮੀਡੀਏਟਲੀ ਉਸੇ ਸੈਸ਼ਨ 'ਚ ਇਹ ਐਕਟ ਆਇਆ ਜਿਹੜਾ 2008 ਵਾਲਾ ਅਸੀਂ ਕਰਦੇ ਹਾਂ। ਪਰ ਪ੍ਰੋਬਲਮ ਇਹ ਹੈ ਕਿ ਇਸ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਜਾ ਰਿਹਾ। ਇਹਨੂੰ ਇਨ ਬਿਨ ਲਾਗੂ ਹੋਣਾ ਚਾਹੀਦਾ ਤੇ ਸਾਨੂੰ ਕਰਨਾ ਚਾਹੀਦਾ। ਸਭ ਨੂੰ ਸਿਆਸਤ ਤੋਂ ਉੱਤੇ ਉੱਠ ਕੇ ਪੰਜਾਬੀ ਮਾਂ ਬੋਲੀ ਲਈ, ਉਹਨੂੰ ਪਲਖਣ ਲਈ ਜ਼ਰੂਰ ਉਪਰਾਲੇ ਕਰਨੇ ਚਾਹੀਦੇ ਜੀ। ਟਾਂਡਾ ਸਾਹਿਬ ਉਹੀ ਗੱਲ ਕਹਿ ਰਿਹਾ ਕਿ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਇਨ ਬਿਨ ਫੋਲੋ ਨਹੀਂ ਕੀਤਾ ਜਾ ਰਿਹਾ, ਅਨਫੋਰਚੂਨੇਟ ਗੱਲ ਹੈ। ਬਟ ਸੇਮ ਟਾਈਮ ਤੇ ਮੈਂ ਕਹਿ ਰਿਹਾ ਕਿ ਮੈਂ ਪੋਸਟਰ ਦੇਖ ਰਿਹਾ, ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਵੀ ਦਿਖਾ ਦੇਵਾਂ, ਤੇ ਉਹ ਪੋਸਟਰ ਦੇ ਵਿੱਚ ਸਾਫ਼ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਉਹ ਹਿੰਦੀ ਦੇ ਵਿੱਚ ਪੋਸਟਰ ਜਿਹੜੇ ਲਗਾਏ ਗਏ ਨੇ, ਉੱਥੇ ਫਿਰ ਤੁਸੀਂ ਆਪਣੀ ਤੁਹਾਡੀ ਪਾਰਟੀ ਦੇ ਲੋਕ ਜਿਹੜੇ ਨੇ ਤੁਸੀਂ ਇੰਨਾ ਸੋਹਣਾ ਬੋਲਦੇ ਨੇ ਕਿ ਪੰਜਾਬੀ ਮਾਂ ਬੋਲੀ ਨੂੰ ਸਾਨੂੰ ਬਚਾਉਣਾ ਚਾਹੀਦਾ, ਪਰ ਸੇਮ ਟਾਈਮ ਤੇ ਅਕਾਲੀ ਦਲ ਹੀ ਉਸ ਨੂੰ ਹਿੰਦੀ ਵਿੱਚ ਰਿਪਰੈਜ਼ੈਂਟ ਕਰ ਰਿਹਾ। ਸੋ ਇੱਥੇ ਡਬਲ ਸਟੇਟਮੈਂਟ, ਡਬਲ ਸਟੈਂਡਰਡ ਜਿਹੜੀ ਤੁਹਾਡੀ ਪਾਰਟੀ ਜਿਹੜੀ ਸ਼ੋਅ ਕਰ ਰਹੀ ਉਹਦੇ ਬਾਰੇ ਕੀ ਕਹੋਗੇ?
ਨਹੀਂ, ਡਬਲ ਸਟੈਂਡਰਡਸ ਨਹੀਂ ਹੈ ਜੀ। ਮੈਂ ਦੱਸਣਾ ਵਜ੍ਹਾ ਕੀ ਹੈ। ਹੁਣ ਵਜ੍ਹਾ ਇਹ ਹੈ ਕਿ ਜਿਹੜੇ ਕੁਝ ਏਰੀਆਜ਼ ਇਹੋ ਜਿਹੇ ਜਿੱਥੇ ਸਾਡੇ ਪ੍ਰਵਾਸੀ ਸਾਥੀ ਬੈਠੇ, ਜਦ ਉੱਥੇ ਕੰਪੇਨ ਕਰਨ ਜਾਣਾ ਪੈਂਦਾ ਤਾਂ ਉਹਨਾਂ ਨਾਲ ਕਮਿਊਨੀਕੇਟ ਹਿੰਦੀ ਨਾਲ ਕਰਨਾ ਪੈਂਦਾ। ਹੁਣ ਮੈਂ ਜਿਹੜੀ ਕਨਸਟੀਚੁਐਂਸੀ ਨੂੰ ਮੇਰੀ ਪਾਰਟੀ ਨੇ ਮੈਨੂੰ ਆਦੇਸ਼ ਦਿੱਤਾ, ਇਸ਼ਾਰਾ ਕੀਤਾ ਕਿ ਮੈਂ ਲੜਨੀ ਹੈ, ਉਹਦੇ ਵਿੱਚ ਤਕਰੀਬਨ 99% ਪੰਜਾਬੀ ਬੋਲਣ ਵਾਲੇ ਲੋਕ ਹਨ। ਸਾਨੂੰ ਦਿੱਕਤ ਹੀ ਕੋਈ ਨਹੀਂ ਹੈਗੀ। ਪਰ ਜਿੱਥੇ ਕਿਤੇ ਆ ਜਾਂਦਾ ਜਿੱਥੇ ਪ੍ਰਵਾਸੀ ਭਾਈਚਾਰਾ ਬੈਠਾ ਹੈ, ਉੱਥੇ ਹਿੰਦੀ ਦੇ ਪੋਸਟਰ ਨਾਲ ਵੀ ਕਮਿਊਨੀਕੇਟ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਹੋ ਜਿਹੀ ਮਜਬੂਰੀ ਹੁੰਦੀ ਹੈ, ਨਹੀਂ ਤਾਂ ਅਦਰਵਾਈਜ਼ ਨਹੀਂ। ਪਰ ਮੈਂ ਸਮਝਦਾ ਜਿਹੜੀ ਜੜ ਕਿੱਥੇ ਹੈ, ਜੜ ਇਹ ਹੈ ਕਿ ਸਾਡੇ ਇੰਟਰਨੈਸ਼ਨਲਾਈਜ਼ ਸਿਚੁਏਸ਼ਨ ਨੂੰ ਪੰਜਾਬ ਸਾਡਾ ਆਈਲੈਟਸ ਦੀਆਂ ਅਕੈਡਮੀਆਂ ਨਾਲ ਭਰਿਆ ਪਿਆ। ਜਿੱਥੇ ਦੇਖ ਲਓ ਆਈਲੈਟਸ ਹੋੜ ਲੱਗੀ ਹੋਈ ਹੈ ਬਾਹਰ ਜਾਣ ਵਾਲੀ। ਉਹਦੇ ਕਰਕੇ ਜ਼ਿਆਦਾ ਘਰਾਂ ਦੇ ਵਿੱਚ ਅੰਗਰੇਜ਼ੀ ਬੁਲਵਾਨਾ, ਅੰਗਰੇਜ਼ੀ ਬੋਲਣ ਦਾ ਲੋਕਾਂ ਨੂੰ ਜਾਂਚ ਬੱਚਿਆਂ ਨੂੰ ਸਿਖਾਣੀ, ਅੰਗਰੇਜ਼ੀ ਤੇ ਜ਼ਿਆਦਾ ਤਰਜੀਹ ਦੇਣੀ, ਅੰਗਰੇਜ਼ੀ ਜ਼ਿਆਦਾ ਪੜ੍ਹਾਣੀ, ਇਹ ਇੱਕ ਸਿਸਟਮ ਹੀ ਬਣ ਗਿਆ ਪੰਜਾਬ ਦਾ। ਤੁਸੀਂ ਕਿਤੇ ਆਮ ਆਦਮੀ ਦੇਖੋ, ਜਿਹੜੀ ਈਲੀਟ ਕਲਾਸ ਹੈ ਉਹ ਅੰਗਰੇਜ਼ੀ 'ਚ ਜ਼ਿਆਦਾ ਵਾਰਤਾਲਾਪ ਕਰਦੇ ਆ ਤੇ ਪੰਜਾਬੀ 'ਚ ਤਾਂ ਕਦੇ ਕੋਈ ਨੋਬੜੀ ਸਮਝਦੇ ਆ ਕਿ ਜਿਹੜਾ ਬੰਦਾ ਹੈਗਾ ਅਨਪੜ੍ਹ ਹੀ ਹੈ ਜਿਹੜਾ ਪੰਜਾਬੀ ਬੋਲਦਾ। ਇਹ ਜਿਹੜੀ ਧਾਰਨਾ ਬਣੀ ਹੈ, ਧਾਰਨਾ ਤੋੜਨੀ ਪੈਣੀ ਹੈ, ਇਹਦਾ ਬੈਰੀਅਰ ਤੋੜਨਾ ਪੈਣਾ ਸਾਨੂੰ। ਇਹਦੀ ਵਜ੍ਹਾ ਕਰਕੇ ਆ ਕਿ ਲੋਕ ਅੱਜ ਕੱਲ੍ਹ ਅੰਗਰੇਜ਼ੀ ਵੱਲ ਨੂੰ ਜ਼ਿਆਦਾ ਧਿਆਨ ਦੇਣ ਲੱਗੇ। ਜੀ, ਪਰਮਵੀਰ ਸਿੰਘ ਜੀ, ਤੁਹਾਡੇ ਤੋਂ ਸਵਾਲ ਪੁੱਛਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਦਿੱਲੀ ਦੀ ਜਿਹੜੀ ਹੈ ਗੱਲ ਕਰਦੀ ਹੈ, ਦਿੱਲੀ ਮਾਡਲ ਦੀ ਗੱਲ ਕਰਦੀ ਹੈ ਕਿ ਹਾਂ ਵੀ ਅਸੀਂ ਉਸ ਨੂੰ ਇੰਪਲੀਮੈਂਟ ਕਰਾਂਗੇ ਜਾਂ ਸਿਮਿਲਰ ਇੰਪਲੀਮੈਂਟ ਕਰਾਂਗੇ। ਨੋ ਡਾਊਟ ਦੋਵੇਂ ਚੀਜ਼ਾਂ ਅਲੱਗ ਨੇ, ਅਲੱਗ ਉਹਨਾਂ ਦਾ ਇੱਕ ਪੂਰਾ ਖਰਚਾ ਪਾਣੀ, ਅਲੱਗ ਉਹਨਾਂ ਤੋਂ ਸਭ ਪੈਸੇ ਜਿਹੜੇ ਕਮਾਏ ਜਾਂਦੇ ਨੇ। ਪਰ ਫਿਰ ਵੀ ਆਪਾਂ ਗੱਲ ਕਰੀਏ ਕਿ ਅਲੱਗ-ਅਲੱਗ ਮੁੱਦੇ ਦਿੱਲੀ ਦੇ ਜਿਹੜੀਆਂ ਮਾਡਲ ਦੀ ਖਾਮੀਆਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ। ਜਿਵੇਂ ਰੀਸੈਂਟਲੀ ਹੁਣ ਯਮੁਨਾ ਜਿਹੜੀ ਨਦੀ ਹੈ ਉਹਦੀ ਗੱਲ ਹੋਈ ਹੈ, ਕਿਵੇਂ ਝੱਗ ਭਰੀ ਹੈ, ਕਿਵੇਂ ਜ਼ਹਿਰ ਜਿਹੜੀ ਹੈ ਉਗਲ ਰਹੀ ਹੈ। ਸੋ ਉੱਥੇ ਲੋਕ ਜਿਹੜੇ ਨੇ ਇੰਨੇ ਪਰੇਸ਼ਾਨ ਨੇ ਤੁਹਾਡੀ ਪਾਰਟੀ ਤੋਂ, ਪਰ ਫਿਰ ਤੁਸੀਂ ਪੰਜਾਬ ਵਿੱਚ ਕਿਵੇਂ ਵਾਅਦਾ ਕਰ ਸਕਦੇ ਹੋ ਕਿ ਹਾਂ ਵੀ ਅਸੀਂ ਸਾਰੇ ਮਸਲੇ ਜਿਹੜੇ ਹੱਲ ਹੋਣਗੇ, ਜਦ ਕਿ ਤੁਸੀਂ ਦਿੱਲੀ ਦੇ ਜਿਹੜੇ ਮਸਲੇ ਨੇ ਉਹ ਹਾਲੇ ਤੱਕ ਹੱਲ ਨਹੀਂ ਕਰ ਪਾਏ? ਮੋਹਿਤ ਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਜੇ ਦਿੱਲੀ ਦੇ ਲੋਕ ਵਾਕਈ ਸਾਡੇ ਤੋਂ ਪਰੇਸ਼ਾਨ ਹੁੰਦੇ, ਜਿਹੜੀ ਤੁਸੀਂ ਗੱਲ ਕਹੀ ਹੈ, ਤਾਂ 2015 ਚ ਸਾਨੂੰ 67 ਸੀਟਾਂ ਨਾਲ ਜਿਤਾਉਂਦੇ ਸਾਡੀ 49 ਦਿਨ ਦੀ ਸਰਕਾਰ ਤੋਂ ਬਾਅਦ। ਤੇ ਜੇ ਅਸੀਂ ਕਿਸੇ ਭੁੱਲ ਭੁਲੇਖੇ ਚੁਣੇ ਗਏ ਸੀ, ਕਿਸੇ ਅੰਦੋਲਨ ਚੋਂ ਨਿਕਲ ਕੇ ਚੁਣੇ ਗਏ ਸੀ, ਤਾਂ ਦੁਬਾਰਾ ਅਸੀਂ 61 ਸੀਟਾਂ ਨਾਲ ਜਿੱਤਦੇ। ਇਹਦਾ ਮਤਲਬ ਕਿਸੇ ਦਿੱਲੀ ਦੇ ਲੋਕਾਂ ਨੇ ਸਾਡੇ ਕੰਮ ਤੇ ਮੋਹਰ ਲਾਈ ਸੀ, ਨਾ ਕਿ ਕਿਸੇ ਝੂਠੇ ਵਾਅਦੇ। ਕਦੇ ਤੁਸੀਂ ਕੇਜਰੀਵਾਲ ਸਾਹਿਬ ਦੇ ਮੂੰਹ ਤੋਂ ਸੁਣਿਆ ਕਿ ਮੈਨੂੰ ਹਿੰਦੂ ਕਰਕੇ ਵੋਟ ਪਾ ਦਿਓ, ਸਿੱਖ ਕਰਕੇ ਵੋਟ ਪਾ ਦਿਓ, ਕ੍ਰਿਸਚਨ ਕਰਕੇ ਵੋਟ ਪਾ ਦਿਓ? ਦਿੱਲੀ ਮੈਂ ਸਾਰੀ ਕੰਪੇਨ ਚ ਆਪ ਸ਼ਾਮਲ ਸੀ। ਮੈਂ 100 ਤੋਂ ਵੱਧ ਰੈਲੀਆਂ, ਪ੍ਰੋਗਰਾਮ ਕੇਜਰੀਵਾਲ ਸਾਹਿਬ ਦੇ ਨਾਲ ਉੱਥੇ ਦੇਖਿਆ। ਉਹ ਇਨਸਾਨ ਸਟੇਜ ਤੇ ਚੜ੍ਹਦਾ ਸੀ, ਆਪਣੀ ਸਰਕਾਰ ਦੀ ਪ੍ਰਾਪਤੀ ਦੀ ਗੱਲ ਕਰਦਾ ਸੀ ਤੇ ਅੰਤ ਚ ਇੱਕ ਗੱਲ ਕਹਿੰਦਾ, ਜੇ ਮੇਰੇ ਕੰਮ ਪਸੰਦ ਆਏ ਤਾਂ ਵੋਟ ਪਾ ਦਿਓ, ਬੇਸ਼ੱਕ ਦੀ ਨਾ ਪਾਇਓ ਜੇ ਤੁਹਾਨੂੰ ਲੱਗਦਾ ਮੈਂ ਕੰਮ ਨਹੀਂ ਕੀਤੇ। ਕੀ ਅੱਜ ਤੱਕ ਤੁਸੀਂ, ਹੁਣ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਨਾ ਕਿ ਕੈਪਟਨ ਸਾਹਿਬ ਲਾ ਤੇ ਚੰਨੀ ਸਾਹਿਬ ਲਿਆਂਦੇ ਐਂਟੀ ਇਨਕੰਬੈਂਸੀ ਕਰਨ ਦੇ ਲਈ, ਕੀ ਤੁਸੀਂ ਕਿਸੇ ਦੇਸ਼ ਦੇ ਹੋਰ ਸਿਆਸਤਦਾਨ ਚ ਜਿਹਨੇ ਸੱਤਾ ਭੋਗੀ ਹੋਵੇ ਤੇ ਆਪਣੇ ਸਾਲ ਦੇ ਜਦੋਂ ਦਾ 5 ਸਾਲ ਬਾਅਦ ਇਲੈਕਸ਼ਨ ਆ ਜਾਣ, ਕਿ ਉਹ ਹਿੰਮਤ ਕਰਦਾ ਲੋਕਾਂ ਦੀ ਕਚਹਿਰੀ ਜਾ ਕੇ ਗੱਲ ਕਹਿਣ ਦੀ? ਉਹ ਕੇਜਰੀਵਾਲ ਸਾਹਿਬ ਨੇ ਕੀਤੀ ਆ ਤਾਂ ਦਿੱਲੀ ਦੇ ਲੋਕ ਖੁਸ਼ ਨੇ। ਇੰਨਾ ਜੇ ਕੁਝ ਪ੍ਰਾਪਤ ਕੀਤਾ, 30,000 ਕਰੋੜ ਤੋਂ 61,000 ਕਰੋੜ ਦਿੱਲੀ ਦਾ ਬਜਟ ਗਿਆ। ਟਾਂਡਾ ਸਾਹਿਬ ਵੀ ਜਾਣਦੇ ਨੇ, ਜੈਰਤ ਸਾਹਿਬ ਵੀ ਜਾਣਦੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਦਿੱਲੀ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ, ਜਿਹੜੀ ਤੁਸੀਂ ਦਿੱਲੀ ਮਾਡਲ ਦਾ ਵਰਡ ਹੀ ਤੁਸੀਂ ਦਿੱਲੀ ਮਾਡਲ ਤੋਂ ਸ਼ੁਰੂ ਕਰਿਆ ਸੀ, ਜੇ ਉਹਦੀਆਂ ਪ੍ਰਾਪਤੀਆਂ ਹੋਈਆਂ ਨੇ ਤਾਂ ਇੱਥੇ ਅਸੀਂ ਗੱਲ ਕਰ ਪਾ ਰਹੇ ਹਾਂ, ਨਹੀਂ ਤਾਂ। ਪਰ ਪਰਮਵੀਰ ਜੀ ਜਿਹੜੇ ਮੁੱਦੇ ਉਹ ਦਿੱਲੀ ਦੇ ਲੋਕ ਹੀ ਚੱਕ ਰਹੇ ਨੇ। ਸਾਫ਼ ਪਾਣੀ ਉਹਨਾਂ ਨੂੰ ਹਜੇ ਵੀ ਕਾਫੀ ਸਾਰੇ ਏਰੀਆ ਵਿੱਚ ਸਾਫ਼ ਪਾਣੀ ਨਹੀਂ ਉਹਨਾਂ ਨੂੰ ਮਿਲ ਰਿਹਾ। ਇਹ ਮੁੱਦੇ ਅਸੀਂ ਵੇਖੇ। ਬਰਸਾਤਾਂ ਦੇ ਵਿੱਚ ਜਿਵੇਂ ਪਾਣੀ ਖੜ ਜਾਂਦਾ, ਜਿਵੇਂ ਸੜਕਾਂ ਭਰ ਜਾਂਦੀਆਂ, ਉਹ ਵੀ ਮੁੱਦੇ ਅਸੀਂ ਵੇਖੇ, ਉਹਦੇ ਤੇ ਵੀ ਅਸੀਂ ਚਰਚਾਵਾਂ ਕੀਤੀਆਂ। ਹੁਣ ਛੱਟ ਪੂਜਾ ਦੇ ਲਾਗੇ ਛਾਗੇ ਕਾਫੀ ਸਾਰੇ ਲੋਕ ਜਿਹੜੇ ਉੱਥੇ ਮਤਲਬ ਮਾਨਤਾ ਰੱਖਦੇ ਨੇ, ਉਸ ਨੂੰ ਪੂਜਦੇ ਨੇ। ਉੱਥੇ ਆਪਾਂ ਦੇਖਿਆ ਕਿਵੇਂ ਉਸ ਜ਼ਹਿਰੀਲੇ ਪਾਣੀ ਦੇ ਵਿੱਚ ਜਿਹੜੀਆਂ ਮਾਤਾਵਾਂ, ਜਿਹੜੀਆਂ ਭੈਣਾਂ ਸਾਡੀਆਂ ਨੇ, ਉੱਥੇ ਪੂਜਾ ਕਰ ਰਹੀਆਂ ਨੇ। ਸੋ ਕਿਵੇਂ ਜ਼ਹਿਰ ਦੇ ਆਲੇ ਦੁਆਲੇ, ਉਹ ਵੀ ਮੁੱਦੇ ਦਿੱਲੀ ਦੇ ਨੇ, ਪਰ ਅਸੀਂ ਉਹਨਾਂ ਨੂੰ ਅਣਦੇਖਾ ਨਹੀਂ ਕਰ ਸਕਦੇ। ਮੈਂ ਮੋਹਿਤ ਜੀ 2 ਗੱਲਾਂ ਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਇਹ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਪਾਣੀ ਗੰਦਲੇ ਹੋਏ ਨੇ, ਸਾਡੇ ਪਾਣੀ ਪੋਲਿਊਟਡ ਹੋਏ ਨੇ, ਤੇ ਉੱਚ ਯਮੁਨਾ ਵਾਕਈ ਬਹੁਤ ਜ਼ਿਆਦਾ ਪੋਲਿਊਟਡ ਆ। ਉਹਦਾ ਕਾਰਨ ਕੀ ਹੈ ਕਿ ਦਿੱਲੀ 'ਚ ਇੱਕ ਤਾਂ ਬਹੁਤ ਜ਼ਿਆਦਾ ਇੰਡਸਟਰੀ ਹੈ। ਪੰਜਾਬ 'ਚ ਹੀ ਤੁਹਾਨੂੰ ਪਤਾ ਹੋਣਾ, ਆਪਣੇ ਸਤਲੁਜ ਨੂੰ ਵੀ ਲੁਧਿਆਣੇ ਕਰਕੇ ਅਸੀਂ ਜਿਹੜੇ ਆਪਾਂ ਲੋਕ ਜ਼ਿੰਮੇਵਾਰ ਹਾਂ, ਅਸੀਂ ਗਰਕਾ ਰਹੇ ਹਾਂ ਇਸ ਦੇਸ਼ ਦੇ ਰਿਸੋਰਸਿਸ ਨੂੰ, ਇਸ ਮਿੱਟੀ ਦੇ, ਧਰਤੀ ਦੇ ਰਿਸੋਰਸਿਸ ਨੂੰ ਆਪਾਂ ਨਾਸ ਮਾਰ ਰਹੇ ਹਾਂ। ਕੋਈ ਸ਼ੱਕ ਨਹੀਂ, ਜ਼ਿੰਮੇਵਾਰੀ ਲੈਣੀ ਵੀ ਚਾਹੀਦੀ ਹੈ। ਜੇ ਆਪ ਸੁਚੇਤ ਨਾ ਹੋਵਾਂਗੇ, ਜੇ ਮੰਨਾਂਗੇ ਨਾ, ਜਦ ਤੱਕ ਬਿਮਾਰੀ ਨਾ ਮੰਨਾਂਗੇ ਉਹਦਾ ਇਲਾਜ ਨਹੀਂ ਕਰ ਸਕਦੇ। ਤਾਂ ਉਹ ਸਾਲਾਂ ਬੱਧੀ ਜਿਹੜੀ ਮਤਲਬ ਜਦੋਂ ਤੋਂ ਇੰਡਸਟਰੀਲਾਈਜੇਸ਼ਨ ਸ਼ੁਰੂ ਹੋਈ ਹੈ ਦਿੱਲੀ ਦੀ, ਉਦੋਂ ਤੋਂ ਯਮੁਨਾ ਗੰਦਲੀ ਹੋ ਰਹੀ ਆ। ਪਰ ਦਿੱਲੀ ਦੀ ਹਵਾ, ਦਿੱਲੀ ਦਾ ਪਾਣੀ ਸਾਫ਼ ਕਰਨ ਲਈ ਉੱਥੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਨੇ। ਜਿਹੜੀ ਐਂਟੀ ਫੋਗਿੰਗ ਹੈਗੀ ਮਸ਼ੀਨ, ਉਹ ਦਿੱਲੀ 'ਚ, ਅੱਜ ਪੰਜਾਬ 'ਚ ਤੁਹਾਨੂੰ ਕਿਤੇ ਲੱਭਦੀਆਂ, ਹੋਰ ਕਿਸੇ ਸਟੇਟ 'ਚ, ਉੱਥੇ ਮਹੱਲੇ ਦਰ ਮਹੱਲੇ ਲਾਈ ਗਈ ਆ ਤਾਂ ਕਿ ਦਿੱਲੀ ਦੇ ਲੋਕਾਂ ਨੂੰ ਜਿਹੜੀ ਸਾਫ਼ ਹਵਾ ਮਿਲ ਪਾਵੇ। ਜਿਹੜੀ ਤੁਸੀਂ ਪੀਣ ਵਾਲੇ ਪਾਣੀ ਦੀ ਗੱਲ ਕਹੀ ਹੈ, ਪਹਿਲੀ ਗੱਲ ਤਾਂ ਉੱਥੇ ਮਿਊਨਿਸਪਲ ਕਾਰਪੋਰੇਸ਼ਨ
ਬੀਜੇਪੀ ਦੇ ਕੋਲੇ ਆ, ਜਗ ਜ਼ਾਹਰ ਗੱਲ ਹੈ, ਕੋਈ ਮੇਰੇ ਦੱਸਣ ਤੇ ਨਹੀਂ ਤੁਹਾਨੂੰ ਪਤਾ ਲੱਗਣੀ, ਤੁਹਾਡੀ ਨੌਲੇਜ 'ਚ ਹੈ ਗੱਲ। ਹੋਇਆ ਕੀ ਆ, ਉੱਥੇ 750 ਦੇ ਕਰੀਬ ਜਿਹੜੀਆਂ ਨਜਾਇਜ਼ ਕਲੋਨੀਆਂ ਸੀ ਜਿੱਥੇ ਵਾਟਰ ਮਾਫੀਆ ਚੱਲਦਾ ਸੀਗਾ। ਹੁਣ ਉਹ ਮਰਹੂਮ ਨੇ ਸ਼ੀਲਾ ਦੀਕਸ਼ਿਤ ਵੀ, ਮੈਂ ਉਹਨਾਂ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਦੇ ਬੇਟੇ ਤੇ ਉਹਨਾਂ ਦੇ ਸਾਥੀਆਂ ਬਾਰੇ ਕਿਹਾ ਜਾਂਦਾ ਕਿ ਉਹ ਬਹੁਤ ਵੱਡਾ ਉੱਥੇ ਜਿਹੜਾ ਪਾਣੀ ਦਾ ਮਾਫੀਆ ਚਲਾਉਂਦੇ ਸੀ, ਟੈਂਕਰ ਭਰ ਕੇ ਜਾਂਦਾ ਸੀਗਾ ਉਹਨਾਂ ਕਲੋਨੀਆਂ 'ਚ, ਕਿਉਂਕਿ ਉੱਥੇ ਵਾਟਰ ਸਪਲਾਈ ਤੇ ਉਹਨਾਂ ਨੇ ਕੰਮ ਨਹੀਂ ਕੀਤਾ। 15 ਸਾਲ ਰਹੇ ਜ਼ਰੂਰ, ਪਰ ਉੱਥੇ ਪਾਣੀ ਤੋਂ ਲੋਕਾਂ ਨੂੰ ਉਹਲੇ ਰੱਖਿਆ, ਕਿਉਂਕਿ 20 ਰੁਪਏ ਦੀ ਪਾਣੀ ਦੀ ਬਾਲਟੀ ਵਿਕਦੀ ਸੀ। ਟਾਂਡਾ ਸਾਹਿਬ ਨੂੰ ਵੀ ਪਤਾ ਹੋਣਾ, ਟੈਂਕਰ ਜਾ ਕੇ ਖੜਦਾ ਸੀ ਗਲੀ ਦੇ ਮੋੜ ਤੇ, ਲੋਕੀ ਆਪਣੇ ਯੂਜ਼ ਦੇ ਹਿਸਾਬ ਨਾਲ 20 ਰੁਪਏ ਪਾਣੀ ਦੀ ਬੋਤਲ ਉੱਥੇ ਬਾਲਟੀ ਖਰੀਦਦੇ ਸੀ, ਤੇ ਸਭ ਨਾਲ ਬਹੁਤ ਵੱਡਾ ਧੰਦਾ ਚੱਲ ਰਿਹਾ ਸੀ। ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਮੁੱਖ ਮੰਤਰੀ ਹੁੰਦੇ ਹੋਏ ਉਹਨਾਂ 750 ਕਲੋਨੀਆਂ 'ਚ ਵਾਟਰ ਸਪਲਾਈ ਕਰਕੇ ਪੀਣ ਵਾਲਾ ਪਾਣੀ ਜਿਹੜਾ ਟੂਟੀ ਚੋਂ ਕੱਢ ਕੇ ਉਹ ਪੀ ਕੇ ਚੋਲੀ ਨਾਲ ਉਹਦਾ ਉਦਘਾਟਨ ਕੀਤਾ, ਨਾ ਕਿ ਕੋਈ ਨੀਂਹ ਪੱਥਰ ਰੱਖ ਕੇ ਜਾਂ ਕੋਈ ਬਹੁਤ ਵੱਡਾ ਉੱਥੇ ਲਾ ਕੇ ਪੱਥਰ। ਤੇ ਇਹ ਪ੍ਰਾਪਤੀ ਸੀ ਆਮ ਆਦਮੀ ਪਾਰਟੀ ਦੀ, ਤਾਂ ਹੀ ਆਮ ਆਦਮੀ ਪਾਰਟੀ ਐਡੇ ਵੱਡੇ ਪੱਧਰ ਤੇ ਦੁਆਰਾ ਜਿੱਤੀ ਹੈ। ਤੇ ਉਹਨਾਂ ਖੇਤਰਾਂ 'ਚ ਜਾਇਓ, ਉੱਥੇ ਵਾਟਰ ਪਿਊਰੀਫਾਇਰ ਦੀਆਂ ਦੁਕਾਨਾਂ ਨਹੀਂ ਤੁਹਾਨੂੰ ਲੱਭਣਗੀਆਂ, ਕਿਉਂਕਿ ਸਰਕਾਰ ਵੱਲੋਂ ਸਿੱਧਾ ਪਾਣੀ ਪੀਣ ਵਾਲਾ, ਨਹਾਉਣ ਤੋਂ ਨਾਲਾ ਉਹ ਵਾਟਰ ਸਪਲਾਈ 'ਚੋਂ ਆ ਰਿਹਾ। ਇਹ ਪ੍ਰਾਪਤੀ ਹੈ। ਟਾਂਡਾ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਟਾਂਡਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸਾਰੀ ਇਹਨਾਂ ਦੀ ਗੱਲਬਾਤ ਤੋਂ ਬਾਅਦ? ਪ੍ਰਾਪਤੀਆਂ ਵੀਰ ਪਰਮਵੀਰ ਨੇ ਘੱਟ ਗਿਣਾਈਆਂ। ਅੱਜ ਕੱਲ ਤਾਂ ਤੁਹਾਡੇ ਇਸ਼ਤਿਹਾਰ ਪੂਰੇ ਹਿੰਦੁਸਤਾਨ 'ਚ ਦਿੱਲੀ ਦੀ ਕੋਸਟ ਤੇ ਛਪਦੇ ਆ ਤੇ ਸਾਰੇ ਟੀਵੀਆਂ ਤੇ ਤੁਹਾਡੇ ਕੇਜਰੀਵਾਲ ਸਾਹਿਬ ਵੀ ਦਿੰਦੇ। ਗੱਲ ਇਹ ਹੈ, ਪਹਿਲਾਂ ਤਾਂ ਅੰਡਰਸਟੈਂਡ ਕਰੋ, ਜਿਹੜੀ ਦਿੱਲੀ ਹੈ ਉਹ ਸਿਟੀ ਸਟੇਟ ਹੈ, ਐਂਡ ਜਿਹੜਾ GST ਹੈ ਉਹ ਕੰਜ਼ਿਊਮਰ ਸਟੇਟ ਹੈ, ਜਿਹੜੀ ਉਹਦਾ GST ਵਧਿਆ, ਜਿਹੜੀ ਪ੍ਰੋਡਿਊਸਿੰਗ ਸਟੇਟ ਹੈ ਉਹਦਾ GST ਘਟਿਆ। ਪੰਜਾਬ ਦਾ ਜਿਹੜਾ GST ਹੈ, ਕੱਲਾ ਲੁਧਿਆਣਾ ਜਿਹੜਾ ਉਦੋਂ ਪਹਿਲਾਂ ਵੈਟ 60 ਤੋਂ 65% ਕੰਟਰੀਬਿਊਟ ਕਰਦਾ ਸੀ। ਮਤਲਬ ਮੈਂ ਸਿਟੀ ਸਟੇਟ ਤੱਕ ਦੱਸਣਾ ਚਾਹੁੰਦਾ ਕਿ ਸਿਟੀ ਕਿੰਨੀ ਹੁੰਦੀ। ਤੁਸੀਂ ਜਿਹੜਾ ਕਹਿੰਦੇ ਹੋ ਤੁਹਾਡਾ ਬਜਟ ਵੱਧ ਗਿਆ, ਉਹ ਬਜਟ ਕਿਸੇ ਕੇਜਰੀਵਾਲ ਸਾਹਿਬ ਨੇ ਕੁਝ ਨਹੀਂ ਕੀਤਾ, ਉਹ GST ਕਰਕੇ ਵਧਿਆ। ਐਂਡ ਦਿੱਲੀ ਦੇ ਵਿੱਚ ਡੈਫੀਨੇਟਲੀ ਪ੍ਰੋਬਲਮਸ ਹੈਗੀ, ਇਹਨੂੰ ਡਿਨਾਈ ਕਰਨਾ ਗਲਤ ਹੋ ਗਿਆ। ਤੇ ਦੂਸਰੀ ਗੱਲ ਇਹ ਕਹਿਣੀ ਕਿ ਅਸੀਂ ਜਿੱਤ ਗਏ ਹਾਂ ਦੂਜੀ ਵਾਰ, ਇਸ ਕਰਕੇ ਤੁਸੀਂ ਸਾਨੂੰ ਕਹਿ ਨਹੀਂ ਸਕਦੇ, ਫਿਰ ਤਾਂ ਤੁਸੀਂ ਮੋਦੀ ਸਾਹਿਬ ਨੂੰ ਵੀ ਕੁਝ ਨਹੀਂ ਕਹਿ ਸਕਦੇ। ਮੋਦੀ ਸਾਹਿਬ ਵੀ ਦੂਜੀ ਵਾਰ ਜਿੱਤ ਗਏ। ਜੇ ਜਿੱਤਣਾ ਹੀ ਕ੍ਰਾਈਟੇਰੀਆ ਹੈਗਾ, ਇਹ ਕਹਿਣਾ ਕਿ ਤੁਸੀਂ ਬੜੀ ਕਾਬਲੀਅਤ ਨਾਲ ਸਟੇਟ ਚਲਾ ਰਹੇ ਹੋ, ਇਹ ਕ੍ਰਾਈਟੇਰੀਆ ਮਾਫ ਕਰਨਾ ਨਹੀਂ ਹੁੰਦਾ। ਦਿੱਲੀ ਦੇ ਵਿੱਚ ਇਸ਼ੂਜ਼ ਆਰ ਡਿਫਰੈਂਟ। ਜਿਹੜਾ ਤੁਸੀਂ ਦਿੱਲੀ ਮਾਡਲ ਪੰਜਾਬ 'ਚ ਆ ਕੇ ਗੱਲ ਕਰਦੇ ਹੋ, ਉੱਥੇ ਬਹੁਤ ਥੋੜੇ ਵਿਲੇजेस ਹੈ, ਵੈਰੀ ਫਿਊ ਵਿਲੇजेस। ਉੱਥੇ ਵੀ ਤੁਸੀਂ ਕਲੀਨਿਕਸ ਨਹੀਂ ਦੇ ਸਕੇ ਹਰ ਵੇਲੇ 'ਚ। ਹੁਣ ਤੁਸੀਂ ਕਹਿੰਦੇ ਹੋ ਪੰਜਾਬ 'ਚ ਤੁਸੀਂ ਹਰ ਪਿੰਡ ਦੇ ਵਿੱਚ ਕਲੀਨਿਕ ਦੇ ਦੋਗੇ, ਜਿਹੜਾ ਕਿ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ। ਤੁਸੀਂ ਜਿਹੜੀਆਂ ਗੱਲਾਂ ਦਿੱਲੀ ਵਾਲੀਆਂ ਆ ਕੇ ਜਤਾਉਂਦੇ ਹੋ, ਜਿਹੜਾ ਉੱਥੇ ਐਜੂਕੇਸ਼ਨ ਸਿਸਟਮ ਹੈ, ਉਹ ਸਿਸਟਮ ਪਹਿਲਾਂ ਹੀ ਪੰਜਾਬ ਨਾਲੋਂ ਬਹੁਤ ਵਧੀਆ। UT ਦੇ ਸਾਰੇ ਸਿਸਟਮ ਬਹੁਤ ਅੱਛੇ ਹਨ। ਤੁਸੀਂ ਚੰਡੀਗੜ੍ਹ ਦੇ ਜਾ ਕੇ ਸਕੂਲਸ ਦੇਖੋ, ਦੇ ਆਰ ਐਜ਼ ਗੁੱਡ ਐਜ਼ ਪਬਲਿਕ ਸਕੂਲਸ। ਤੁਸੀਂ ਦਿੱਲੀ ਦੇ ਵਿੱਚ ਕੋਈ ਨਵਾਂ ਸਕੂਲ ਐਡ ਨਹੀਂ ਕੀਤਾ, ਤੁਸੀਂ ਕੋਈ ਨਵਾਂ ਹਸਪੀਟਲ ਐਡ ਨਹੀਂ ਕੀਤਾ। ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਐਜੂਕੇਸ਼ਨ ਪਾਲਿਸੀ ਹੈ, ਉਹਦੇ ਤਹਿਤ ਤੁਸੀਂ ਸਮਾਲ ਸਕੂਲਸ ਕਨਵਰਟ ਕੀਤੇ ਹੈ, ਕੰਟਰੀਬਿਊਟਰੀ ਪੈਸੇ ਦੇ ਕੇ ਕੀਤੇ ਹੈ। ਯੂ ਆਰ ਅ ਰਿਚ ਸਟੇਟ, ਯੂ ਹੈਵ ਬੀਨ ਏਬਲ ਟੂ ਡੂ ਇਟ। ਜਿੱਥੇ ਤੱਕ ਕਿ ਜਿਹੜੇ ਪੰਜਾਬ ਦੇ ਹੈ, ਅਸੀਂ ਪੰਜਾਬ ਦੇ ਵਿੱਚ ਨਹੀਂ ਦੇ ਸਕੇ ਮੈਚਿੰਗ ਗ੍ਰਾਂਟਸ, ਫਿਰ ਵੀ ਪੰਜਾਬ ਨੇ ਬੜੇ ਸਮਾਰਟ ਸਕੂਲਸ ਕੀਤੇ ਹੈ, ਤੁਸੀਂ ਰੂਲ ਆਊਟ ਵੀ ਨਹੀਂ ਕਰ ਸਕਦੇ। ਪਰ ਇਹ ਚੀਜ਼ ਕਹਿਣੀ ਕਿ ਅਸੀਂ ਜਿੱਤੇ ਹੈ, ਅਸੀਂ ਇੰਨੀਆਂ ਸੀਟਾਂ ਜਿੱਤ ਗਏ ਹਾਂ, ਉਹ ਕੱਲਾ ਜਿੱਤਣਾ ਕੋਈ ਕ੍ਰਾਈਟੇਰੀਆ ਨਹੀਂ ਹੈ। ਦਿੱਲੀ ਦਾ ਵਿੱਚ ਮਿਸਮੈਨੇਜਮੈਂਟ ਕਾਫੀ ਹੈ, ਉਹਦੇ 'ਚ ਵੀ ਸੁਧਾਰ ਦਾ ਸਕੋਪ ਹੈ, ਪਰ ਦਿੱਲੀ ਮਾਡਲ ਪੰਜਾਬ 'ਚ ਲਾਗੂ ਨਹੀਂ ਹੋ ਸਕਦਾ। ਜਿਹੜੇ ਤੁਸੀਂ ਗਰੰਟੀਆਂ ਦਿੰਦੇ ਹੋ, ਗਰੰਟੀਆਂ ਇੰਪੋਸੀਬਲ ਗਰੰਟੀਆਂ। ਤੁਸੀਂ ਪੰਜਾਬ ਹਿੰਦੁਸਤਾਨ 'ਚ ਇੰਨੇ ਡਾਕਟਰ ਕੁਆਲੀਫਾਈ ਨਹੀਂ ਹੁੰਦੇ ਕਿ ਤੁਸੀਂ 12,000 EMPLOYE ਕਰਕੇ ਪੰਜਾਬ ਚਲਾ ਦੋਗੇ, ਫਿਰ ਤੁਸੀਂ ਕਾਂਗਰਸ ਵਾਲਾ ਕੰਮ ਕਰੋਗੇ। ਜੇ ਤੁਸੀਂ ਪਾਵਰ ਚਾਹੁੰਦੇ ਹੋ, ਕਹਿੰਦੇ ਕਿ ਅਖੀਰਲੇ 3 ਮਹੀਨੇ 'ਚ 2,000 ਡਾਕਟਰ ਲਾ ਕੇ ਪਿੱਠ ਠੋਕਣ ਲੱਗ ਜਾਓਗੇ, ਪੋਸੀਬਲ ਨਹੀਂ। ਆਪਾਂ ਗੱਲ ਉਹ ਕਰੀਏ ਵਾਦੇ ਜਿਹੜੇ ਪੋਸੀਬਲ ਹੁਣ, ਪ੍ਰੈਕਟੀਕਲ। ਇਹ ਹੁਣ ਸਾਰੀਆਂ ਸੂਬੇ ਇਹੀ ਕਰਨ ਲੱਗ ਗਏ। ਹੁਣ ਜਿਵੇਂ ਕਾਂਗਰਸ ਨੇ ਕੀਤੇ ਹੈ, ਪਹਿਲਾਂ ਤਾਂ ਇਹਨਾਂ ਕੋਲ ਬਜਟ ਹੈ ਨਹੀਂ ਸੀ, ਹੁਣ ਆਲ ਆਫ ਅ ਸਡਨ ਇਹਨਾਂ ਕੋਲ ਬਜਟ ਆ ਗਿਆ। ਮੈਨੂੰ ਦੱਸਣ ਨਵੇਂ ਸਰੋਤ ਕਿਹੜੇ ਪੈਦਾ ਹੋ ਗਏ, ਨਵੇਂ ਟੈਕਸ ਕਿਹੜੇ ਪੈਦਾ ਹੋ ਗਏ, ਜਿਨ੍ਹਾਂ ਦੇ ਵਿੱਚੋਂ ਤੁਸੀਂ ਹੁਣ ਸਾਰਾ ਕੁਝ ਮੁਆਫੀ ਦਾ ਆਲਮ ਸ਼ੁਰੂ ਕਰਨ ਲੱਗੇ ਹੋ। ਤੁਸੀਂ ਲੋਕਾਂ ਦਾ ਮਹਿਜ਼ 2 ਮਹੀਨੇ ਉਹਨਾਂ ਨੂੰ ਰਾਹਤ ਦੇ ਕੇ ਮੂਰਖ ਬਣਾ ਕੇ ਵੋਟ ਲੈਣਾ ਚਾਹੁੰਦੇ ਹੋ। ਇਹੋ ਜਿਹਾ ਸਿਸਟਮ ਨਹੀਂ ਚੱਲਣਾ, ਨਾ ਗਰੰਟੀਆਂ ਚੱਲਣੀਆਂ। ਜੀ ਜੈਰਜ ਸਾਹਿਬ, ਵਾਕਈ ਸਵਾਲ ਜਿਹੜਾ ਹੈ ਜਨਤਾ ਦਾ ਸਵਾਲ ਵੀ ਹੈ ਕਿ ਸਿਰਫ 2-2.5 ਮਹੀਨੇ ਪਹਿਲਾਂ ਜਿਵੇਂ ਬਿਜਲੀ ਦੀ ਜਿਹੜੀ ਗੱਲ ਹੋਈ ਹੈ, ਜਾਂ ਤਾਂ ਐਵੇਂ ਹੁੰਦਾ ਕਿ ਪਿਛਲੇ ਬਿੱਲ ਵੀ ਜਿਹੜੇ ਨੇ ਉਹ ਚਲੋ ਮਾਫ ਕੀਤੇ ਨੇ, ਪਰ ਰੇਟ ਜਿਹੜੇ ਨੇ ਜਿਹੜੇ ਕਾਫੀ ਲੋਕਾਂ ਦੇ ਨਹੀਂ ਵੀ ਕੀਤੇ, ਉਹ ਕੁਝ ਹੋਰ ਹੱਲ ਕੀਤਾ ਜਾਂਦਾ ਜਾਂ ਫਿਰ ਇੱਕ ਪਰਮਾਨੈਂਟ ਰੂਲ ਬਣਾ ਦਿੱਤਾ ਜਾਂਦਾ। ਪੀਪੀ ਦਾ ਵੀ ਜਿਹੜਾ ਸਵਾਲ ਪੁੱਛਿਆ ਗਿਆ ਕਿ ਹਾਂ ਵੀ ਜਿਹੜੇ ਸਮਝੌਤੇ ਨੇ ਉਹ ਵੀ ਰੱਦ, ਉਹਨਾਂ ਬਾਰੇ ਗੱਲ ਨਹੀਂ ਹੋਈ, ਰੇਟ ਘਟਾ ਦਿੱਤੇ ਗਏ ਨੇ। ਸੋ ਇਲਜ਼ਾਮ ਬੜੇ ਨੇ ਕਾਂਗਰਸ ਪਾਰਟੀ ਦੇ, ਉਹਨਾਂ ਬਾਰੇ ਵਾਰੀ-ਵਾਰੀ ਜੇ ਜਵਾਬ ਦੇਣਾ ਚਾਹੋਗੇ ਤਾਂ ਕੀ ਜਵਾਬ ਦਿੰਦੇ ਹੋ? ਮੋਹਿਤ ਜੀ, ਗੱਲ ਚਲੋ ਐਜ਼ ਪੋਲੀਟੀਕਲ ਲੀਡਰਸ ਟਾਂਡਾ ਸਾਹਿਬ ਕਰ ਰਹੇ ਜਾਂ ਪਰਮਵੀਰ ਜੀ ਮੇਰੇ ਵਕੀਲ ਸਾਹਿਬ ਆਮ ਆਦਮੀ ਪਾਰਟੀ ਤੋਂ ਕਰ ਰਹੇ, ਉਹਨਾਂ ਦੀ ਪੋਲੀਟੀਕਲ ਗੱਲਾਂ ਸਿਰ ਮੱਥੇ ਤੇ। ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਪੋਲੀਟੀਕਲ ਪੈਨਲਿਸਟ ਹੋਰ ਵਿਚਾਰਾ ਕਰੇ ਕੀ।
ਜਦੋਂ ਉਹਦੇ ਮੁੱਦੇ ਹੁਣ ਅਕਾਲੀ ਦਲ ਦੇ ਖੋਹ ਹੋ ਗਏ, ਆਮ ਆਦਮੀ ਪਾਰਟੀ ਦੇ ਮੁੱਦੇ ਖੋਹ ਹੋ ਗਏ, ਜਿਹੜੇ ਮੁੱਦਿਆਂ ਤੇ ਸਰਕਾਰ ਬਣਾਣੀ ਚਾਹੁੰਦੇ ਸੀ ਸਰਕਾਰ ਨੇ ਉਹ ਕੰਮ ਕਰਕੇ ਦਿਖਾ ਦਿੱਤੇ। ਜਨਤਾ ਵੀ ਇੱਕ ਗੱਲ ਸਮਝਦੀ ਹੈ, ਪਰ ਜਨਤਾ ਨੂੰ ਇੱਕ ਪੋਲੀਟੀਕਲ ਪਾਰਟੀ ਵਿਸ਼ਵਾਸ ਤੋਂ ਉੱਤੇ ਕੀ ਦਬਾ ਸਕਦੀ ਹੈ? ਕਿ ਇੱਕ ਚੰਨੀ ਸਾਹਿਬ ਹੁਣ ਆਪਣਾ ਐਫੀਡੇਵਿਟ ਲਿਖ ਕੇ ਆਨਰੇਬਲ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਦੇ ਦੇਣ ਕਿ ਇਹਦੀ ਇੰਪਲੀਮੈਂਟੇਸ਼ਨ ਐਜ਼ ਇਟ ਇਜ਼ ਚੱਲਦੀ ਰਹੇਗੀ? ਆਨਸਰ ਵਿਲ ਬੀ ਨੋ। ਕਿ ਪ੍ਰੈਕਟੀਕਲੀ ਸਾਡੇ ਸੰਵਿਧਾਨ ਮੁਤਾਬਕ ਇਹ ਚੀਜ਼ਾਂ ਪੋਸੀਬਲ ਨਹੀਂ ਜਾਂ ਕਿਸ ਤਰ੍ਹਾਂ ਹੁੰਦੀਆਂ? ਕਿਉਂਕਿ ਇੱਕ ਲੀਡਰ ਦੇ ਤੌਰ ਤੇ, ਇੱਕ ਮੁੱਖ ਮੰਤਰੀ ਦੇ ਤੌਰ ਤੇ ਅੱਜ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਦੇ ਆ, ਜੇ ਉਹ ਕੰਮ ਕਰ ਰਹੇ ਆ, ਦੱਸੋ ਜੇ ਕੰਮ ਨਹੀਂ ਕਰਨੇ ਤਾਂ ਕੀ ਕਰੀਏ? ਇਹ ਜਾਂ ਤਾਂ ਪੋਲੀਟੀਕਲ ਲੀਡਰਸ ਤੋਂ ਇਹ ਆਪੋਜੀਸ਼ਨ ਵਾਲੇ ਇਹ ਕਹਿਣ ਜੀ ਤੁਸੀਂ ਕੰਮ ਨਾ ਕਰੋ, ਜੇ ਕੰਮ ਕੀਤੇ ਤਾਂ ਵਿਸ਼ਵਾਸ ਤਾਂ ਤੁਹਾਨੂੰ, ਵਿਸ਼ਵਾਸ ਇੱਕ ਐਸੀ ਕੜੀ ਹੈ ਜਨਤਾ ਔਰ ਪੋਲੀਟੀਕਲ। ਮੈਂ ਪਹਿਲੇ ਵੀ ਗੱਲ ਉੱਥੇ ਹੀ ਖਤਮ ਕਰੂੰਗਾ ਕਿ ਜਨਤਾ ਅੱਗੇ ਨਾਲੋਂ ਅਵੇਕਨ, ਜਨਤਾ ਅੱਗੇ ਨਾਲੋਂ ਅਵੇਅਰ ਹੋ ਚੁੱਕੀ ਹੈ। ਹੁਣ ਜਨਤਾ ਦੇ ਵਿੱਚ ਪੋਲੀਟੀਕਲ ਸਿਸਟਮ, ਪਾਰਟੀਆਂ ਬਦਲਣ ਨਾਲ, ਕੰਪੀਟੀਸ਼ਨ ਬਦਲਣ ਨਾਲ ਆਮ ਲੋਕਾਂ ਦੇ ਹਿੱਤ ਦੀ ਗੱਲ ਅੱਗੇ ਨਾਲੋਂ ਬੈਟਰ ਹੋਣੀ ਸ਼ੁਰੂ ਹੋਈ ਹੈ। ਇਹਦੇ ਚ ਕੋਈ, ਕਿਉਂਕਿ ਜਨਤਾ ਜ਼ਮੀਨ ਤੇ ਦੇਖ ਲਈ। ਜੀ ਵਾਕਿਆ ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਅਫਸਰੀ ਮਸਲੇ ਹੱਲ ਹੋ ਰਹੇ ਨੇ, ਲੋਕੀ ਖੁਸ਼ ਵੀ ਹੋ ਰਹੇ ਨੇ, ਗਰਾਊਂਡ ਲੈਵਲ ਦੀ ਗੱਲਾਂ ਵੀ ਹੋ ਰਹੀਆਂ ਨੇ, ਬਟ ਸੇਮ ਟਾਈਮ ਤੇ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ, ਕਾਫੀ ਸਾਰੇ ਨਿਊਜ਼ ਚੈਨਲ ਦੇ ਉੱਪਰ ਇੱਕ ਨਵੀਂ ਡਿਬੇਟ ਸ਼ੁਰੂ ਹੋ ਗਈ ਹੈ ਕਿ ਕੀ ਕਾਂਗਰਸ ਕਿਸ ਨੂੰ ਅਗਲਾ ਆਪਣਾ ਜਿਹੜਾ ਮੁੱਖ ਚਿਹਰਾ ਬਣਾਏਗੀ, ਸਿੱਧੂ ਜਾਂ ਚੰਨੀ ਸਾਹਿਬ ਕੰਟੀਨਿਊ ਕਰਨਗੇ? ਇਹ ਸਵਾਲ ਦਾ ਜਿਹੜਾ ਜਵਾਬ ਹੈ ਉਹ ਲੋਕਾਂ ਨੂੰ ਨਹੀਂ ਮਿਲ ਪਾ ਰਿਹਾ, ਕਿਉਂਕਿ ਹੁਣ ਜੇ ਚੰਨੀ ਸਾਹਿਬ ਕੰਮ ਕਰ ਰਹੇ ਨੇ ਤਾਂ ਲੋਕੀ ਕਹਿ ਰਹੇ ਕਿ ਸ਼ਾਇਦ ਚੰਨੀ ਸਾਹਿਬ ਹੀ ਆਣਗੇ। ਪਰ ਸੇਮ ਟਾਈਮ ਤੇ ਕਿਉਂਕਿ ਹਾਲੇ ਵੀ ਜਿਹੜੇ ਰੁੱਸੇ ਹੋਏ ਭਾਈ ਸਾਹਿਬ ਦੁਆਰਾ ਮੰਨ ਜਾਂਦੇ ਨੇ, ਫਿਰ ਰੁੱਸ ਜਾਂਦੇ ਨੇ, ਉਹ ਵੀ ਸਟੋਰੀ ਨਾਲ ਚਲਦੀ ਪਈ ਹੈ। ਪਹਿਲਾਂ ਤੁਸੀਂ ਉਹਨੂੰ ਇੰਟਰਨਲ ਪੋਲਿਟਿਕਸ ਦਾ ਨਾਮ ਦੇਤਾ, ਮੁੱਖ ਮੰਤਰੀ ਲਾ ਗਏ, ਨਵੇਂ ਆ ਗਏ, ਪਰ ਰੁੱਸਣਾ ਮਨਾਉਣਾ ਹਲੇ ਵੀ ਚੱਲ ਰਿਹਾ। ਸੋ ਉਹ ਕਦੋਂ ਹੱਲ ਹੋਏਗਾ ਤੇ ਅਗਲੇ ਮੁੱਖ ਮੰਤਰੀ ਜਿਹੜੇ ਨੇ ਉਹ ਚਿਹਰਾ ਕੀ ਹੋਏਗਾ? ਥੋੜੀ ਲੋਕਾਂ ਨੂੰ ਕਲੈਰਿਟੀ ਕਦੋਂ ਤੱਕ ਮਿਲੇਗੀ? ਕਿਉਂਕਿ ਤਕਰੀਬਨ ਸਿਰਫ 2-2.5 ਮਹੀਨੇ ਹੀ ਰਹਿ ਗਏ ਨੇ। ਮੋਹਿਤ ਜੀ, ਇਹ ਪੋਲੀਟੀਕਲ ਪਾਰਟੀਆਂ ਦੇ ਵਿੱਚ ਡਿਬੇਟ ਦਾ ਵਿਸ਼ੇ ਹੈ, ਪਰ ਲੋਕਾਂ ਦੇ ਵਿੱਚ ਇਹ ਡਿਬੇਟ ਨਹੀਂ ਮੁੱਖ ਮੰਤਰੀ ਸਿੱਧੂ ਸਾਹਿਬ ਹੋਣੇ ਚਾਹੀਦੇ ਤੇ ਚੰਨੀ ਸਾਹਿਬ ਹੋਣੇ ਚਾਹੀਦੇ। ਲੋਕਾਂ ਦੇ ਵਿੱਚ ਦੋਨਾਂ ਤੋਂ ਇਲਾਵਾ ਵੀ ਕੋਈ ਮੁੱਖ ਮੰਤਰੀ ਹੋਵੇ, ਲੋਕਾਂ ਨੂੰ ਕੰਮ ਚਾਹੀਦੇ ਆ, ਜ਼ਮੀਨ ਤੇ ਕੰਮ ਕਰਨ ਵਾਲਾ। ਲੋਕ ਸਿੱਧੂ ਸਾਹਿਬ ਜਾਂ ਚੰਨੀ ਸਾਹਿਬ ਨੂੰ ਕਿਉਂ ਅੱਛਾ ਮੰਨਣ ਲੱਗ ਪਏ ਕਿ ਜਿਹੜੇ ਸਿੱਧੂ ਸਾਹਿਬ ਦੀ ਵੀ ਇੱਕ ਜਿੱਦ, ਜਿੱਦਾਂ ਬੱਚਾ ਕਹਿੰਦੇ ਨਾ ਜੀ, ਬੱਚਾ ਜਿੰਨੀ ਦੇ ਰੋਂਦਾ ਨਹੀਂ ਮਾਂ ਵੀ ਦੁੱਧ ਨਹੀਂ ਦਿੰਦੀ। ਸਿੱਧੂ ਸਾਹਿਬ ਮੈਂ ਕਹੂੰਗਾ ਕੁਝ ਉਦਾਂ ਦੇ ਲੀਡਰ ਆ ਉਹ ਅੜ ਜਾਂਦੇ ਆ। ਅੜਨਾ ਮੁੱਦਿਆਂ ਤੇ ਅੜਨਾ ਮੈਂ ਉਹਨਾਂ ਦਾ ਸਹੀ ਕਹੂੰਗਾ, ਮੁੱਦਿਆਂ ਤੇ ਅੜਨਾ, ਜਿੱਦਾਂ ਏਜੀ ਪੰਜਾਬ ਲਈ ਉਹਨਾਂ ਨੇ ਗੱਲ ਕੀਤੀ, ਡੀਜੀਪੀ ਲਈ ਕੀਤੀ, ਕਿਉਂਕਿ ਮੁੱਦਿਆਂ ਦੀ ਗੱਲ ਕੀਤੀ, ਮੈਂ ਠੀਕ ਕਹੂੰਗਾ। ਜਿੱਥੇ ਤੱਕ ਅਗਲੇ ਮੁੱਖ ਮੰਤਰੀ ਦਾ ਸਵਾਲ ਹੈ, ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਆ, ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਹੇ ਆ। ਐਜ਼ ਪੈਨਲਿਸਟ ਹਾਊ ਆਈ ਕੈਨ ਡਿਕਲੇਅਰ, ਮੈਂ ਕਿੱਦਾਂ ਇੱਥੇ ਡਿਕਲੇਅਰ ਕਰ ਦਵਾਂ ਕਿ ਉਹ ਸਾਡੇ ਮੁੱਖ ਮੰਤਰੀ ਹੋਣਗੇ? ਆਉਣ ਵਾਲੇ ਟਾਈਮ 'ਚ ਜਿਨ੍ਹਾਂ ਨੂੰ ਟਿਕਟਾਂ ਮਿਲਦੀਆਂ, ਜਿਨ੍ਹਾਂ ਨੇ ਚੁਣਾਵ ਜਿੱਤ ਕੇ ਆਣਾ, ਉਹਨਾਂ ਦਾ ਹੱਕ ਥੋੜਾ ਮੈਂ ਸਪੋਕਸਮੈਨ ਦੇ ਤੌਰ ਤੇ ਹੋ ਸਕਦਾ ਕਿ ਮੈਂ ਇੱਥੇ ਡਿਕਲੇਅਰ ਕਰ ਦਵਾਂ। ਮੈਨੂੰ ਇੰਨਾ ਪਤਾ ਕਿ ਚੰਨੀ ਸਾਹਿਬ, ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਆਮ ਜਨਤਾ ਦੇ ਵਿੱਚ ਵਿਚਰ ਕੇ ਉਹਨਾਂ ਲਈ ਅੱਛੇ ਕੰਮ ਕਰ ਰਹੇ ਹੈ। ਔਰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜਦੋਂ ਤੱਕ ਆ 2 ਇਸ਼ੂ ਰਿਜ਼ੋਲਵ ਨਹੀਂ ਹੁੰਦੇ ਮੈਂ ਕਾਂਗਰਸ ਦੇ ਦਫ਼ਤਰ ਨਹੀਂ ਜਾਊਂਗਾ। ਮੈਨੂੰ ਪੂਰੀ ਆਸ਼ਾ ਕਿ ਉਹਨਾਂ ਨੂੰ ਵੀ ਬਹੁਤ ਜਲਦ ਕਾਂਗਰਸ ਦੇ ਦਫ਼ਤਰ ਵੀ ਦੇਖੋਗੇ, ਲੋਕਾਂ ਦੇ ਵਿੱਚ ਕਾਂਗਰਸ ਪ੍ਰਧਾਨ ਦੇ ਤੌਰ ਤੇ ਕੰਮ ਕਰਨ ਨਜ਼ਰ ਆਣਗੇ। ਬਾਕੀ ਜਿੱਥੇ ਤੱਕ ਪ੍ਰੈਰੋਗੇਟਿਵ ਉਹ ਐਮਐਲਏਸ ਦਾ ਉਹਨਾਂ ਤੇ ਹੀ ਰਹਿੰਦੀ ਹੈ। ਜਿਹੜੀ ਅਗਲੀ ਸਰਕਾਰ ਦੇ ਐਮਐਲਏ ਆਣਗੇ ਉਹ ਆਪਣਾ ਲੀਡਰ ਚੁਣਨਗੇ, ਉਹੀ ਚੁਣਨਗੇ। ਮੇਰੇ ਲਈ ਤਾਂ ਚੰਨੀ ਸਾਹਿਬ ਔਰ ਸਿੱਧੂ ਸਾਹਿਬ ਔਰ ਐਵਰੀ ਵਰਕਰ ਆਫ ਦੀ ਕਾਂਗਰਸ ਇਜ਼ ਇਕੁਅਲੀ ਰਿਸਪੈਕਟੇਬਲ। ਮੈਂ ਹਰੇਕ ਦੀ ਕਦਰ ਕਰਦਾ। ਇੱਕ ਆਮ ਵਰਕਰ ਹੀ ਸੀ ਚਰਨਜੀਤ ਸਿੰਘ ਚੰਨੀ, ਜਿੱਦਾਂ ਦੱਸਦਾ ਹੈ, ਜਿਹਦੀ ਮਾਤਾ ਨੇ ਵੀ ਉਹਨੇ ਖੁਦ ਦੱਸਿਆ। ਠੀਕ ਹੈ, ਅੱਜ ਚੰਨੀ ਸਾਹਿਬ ਕੋ ਤੁਹਾਨੂੰ ਲੱਗੇਗਾ ਕਿ ਚੰਨੀ ਸਾਹਿਬ ਕੋ ਅੱਛੀ ਗੱਡੀ ਵੀ ਹੋ ਸਕਦੀ, ਅੱਛੀ ਕੋਠੀ ਵੀ ਹੋ ਸਕਦੀ, ਪਰ ਇੱਕ ਜਿਹੜਾ ਨੀਚਿਓਂ ਉੱਠਿਆ ਕਾਂਗਰਸ ਦੇ ਵਿੱਚ ਉਹ ਪ੍ਰਥਾ ਹੈ ਹੀ ਹੈ ਕਿ ਕਾਂਗਰਸ ਨੇ ਵਰਕਰ ਨੂੰ ਵੀ ਉਨੀ ਇੱਜ਼ਤ ਦਿੱਤੀ ਜਾਂਦੀ ਜਿੰਨੀ ਲੀਡਰ ਨੂੰ ਇੱਜ਼ਤ ਦਿੱਤੀ ਜਾਂਦੀ। ਜੀ ਠੀਕ ਹੈ, ਤੁਸੀਂ ਜਿਹੜੀ ਗੱਲ ਜਸਟੀਫਾਈ ਕੀਤਾ ਕਾਫੀ ਹੱਦ ਤੱਕ ਠੀਕ ਵੀ ਹੈ, ਪਰ ਫਿਰ ਵੀ ਜਿਵੇਂ 2 ਮੇਨ ਇਸ਼ੂ ਜਿਹੜੇ ਨੇ, ਬੇਅਦਬੀ ਦਾ ਮੁੱਦਾ ਜਿਹੜਾ ਹੈ ਜਾਂ ਫਿਰ ਕਿਸਾਨੀ ਦਾ ਮੁੱਦਾ ਹੈ, ਉਹ ਹਾਲੇ ਵੀ ਉੱਥੇ ਹੀ ਖੜਿਆ ਦਿਸ ਰਿਹਾ। ਅਨਫੋਰਚੂਨੇਟਲੀ ਗੱਲ ਹੈ ਕਿ ਉੱਤੇ ਦੁਬਾਰਾ ਗੱਲਬਾਤ ਨਹੀਂ ਹੋ ਰਹੀ। ਠੀਕ ਹੈ ਜੀ ਸਾਹਿਬ, ਚੇਂਜ ਹੋਣਗੇ, ਕੁਝ ਚੇਂਜਸ ਆਉਣਗੇ, ਪਰ ਕਦੋਂ ਆਉਣਗੇ ਉਹਦਾ ਇੰਤਜ਼ਾਰ ਰਹੇਗਾ, ਕਿਉਂਕਿ ਬਾਕੀ ਚੀਜ਼ਾਂ ਦੀ ਅਨਾਉਂਸਮੈਂਟ ਤਾਂ ਧੜੱਲੇ ਨਾਲ ਕੀਤੀ ਜਾ ਰਹੀ ਹੈ, ਪਰ ਇਹਦੇ ਤੇ ਵੀ ਅਗਰ ਮਗਰ ਪੈ ਕੇ ਕੰਮ ਕਰਾਇਆ ਜਾਵੇ ਤਾਂ ਸ਼ਾਇਦ ਲੋਕਾਂ ਨੂੰ ਜਿਹੜਾ ਹੱਲ ਹੈ ਉਹ ਮਿਲ ਜਾਏਗਾ। ਪਰਮਵੀਰ ਸਿੰਘ, ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ? ਸਰ, ਗੱਲਾਂ 2 ਨੇ। ਜਿਹੜੀ ਤੁਸੀਂ ਕਾਂਗਰਸ ਦੇ ਮੁੱਖ ਮੰਤਰੀ ਬਾਰੇ ਗੱਲ ਕਰੀ ਹੈ, ਹੁਣ ਤੱਕ ਜਾਂ ਮੈਨੂੰ ਲੱਗਦਾ ਹੈ ਇਲੈਕਸ਼ਨ ਅਨਾਉਂਸ ਹੋਣ ਤੱਕ ਵੀ ਕਾਂਗਰਸ ਇਹ ਬਿਲਕੁਲ ਅਨਾਉਂਸ ਨਹੀਂ ਕਰੂਗੀ। ਸਿਰਫ ਤੇ ਸਿਰਫ ਮੈਨੂੰ ਤਾਂ ਇਹ ਲੱਗਦਾ ਕਿ ਜਿੱਦਾਂ ਬਿਹਾਰ 'ਚ ਜੀਤਨ ਰਾਮ ਮਾਂਝੀ ਨਿਕਲ ਕੇ ਆਏ ਸੀਗੇ, ਜਦੋਂ ਨਿਤੀਸ਼ ਕੁਮਾਰ ਨੇ ਆਪਣਾ ਪੱਲਾ ਝਾੜਨ ਲਈ ਆਪਣਾ ਜੋ ਸੌਦਾ ਛਕ ਲਿਆ, ਬਾਅਦ 'ਚ ਰੂੰਗਾ ਦੇਣ ਲਈ ਜੀਤਨ ਰਾਮ ਮਾਂਝੀ ਨੂੰ ਮੂਹਰੇ ਕਰਤਾ ਸੀਗਾ, ਤੇ ਉਹਨਾਂ ਦਾ ਬਾਅਦ 'ਚ ਕੀ ਹਸ਼ਰ ਹੋਇਆ ਕਿ ਉਹਨਾਂ ਨੂੰ ਐਮਐਲਏ ਵੀ ਨਹੀਂ ਜਿੱਤਣ ਦਿੱਤਾ ਮੁੱਖ ਮੰਤਰੀ ਬਣਨ ਤੋਂ ਬਾਅਦ। ਪਰਮਵੀਰ ਜੀ, ਭਗਵੰਤ ਮਾਨ ਜੀ ਬਹੁਤ ਦੁਖੀ ਆ, ਉਹਨਾਂ ਨੂੰ ਵੀ ਮਨਾ ਲਓ। ਭਗਵੰਤ ਮਾਨ ਜੀ ਬਾਰੇ ਵੀ ਕੁਝ ਸੋਚ ਲਓ, ਪੰਜਾਬ ਦੇ ਵਿੱਚ ਬਹੁਤ ਦੁਖੀ ਆ ਸਰ। ਉਹ ਸਾਰੀ ਸਟੇਜਾਂ ਤੇ ਆ ਕੇ ਹਰ ਡੇਲੀ ਵਰਕਰਸ ਨੂੰ ਮਿਲ ਰਹੇ ਨੇ। ਉਹ ਮਸਲਾ ਨਹੀਂ ਹੈ। ਤੁਸੀਂ ਪਹਿਲਾਂ
ਤੁਹਾਡੇ ਲਈ ਸਵਾਲ ਸਭ ਤੋਂ ਵੱਡਾ ਸਿੱਧੂ ਸਾਹਿਬ ਦਾ ਹੈ। ਉਹ ਤਾਂ ਉਸ ਨੂੰ ਮੈਂ ਤਾਂ ਇਹ ਕਹਿੰਦਾ ਮੁੱਖ ਮੰਤਰੀ ਦੀ ਗੱਲ ਹੋ ਰਹੀ, ਉਹ ਤਾਂ ਮੁੱਖ ਮੰਤਰੀ ਕਰਕੇ ਮੈਂ ਕਹਿ ਰਿਹਾ ਮੇਰੀ ਚੁੰਨੀ ਰਗਾਉਂਗੇ ਤਾਂ ਮੈਂ ਰਸੋਈ ਜਾ ਕੇ ਟੱਬਰ ਦੀਆਂ ਰੋਟੀਆਂ ਲਾਉਂਗੀ। ਉਹਨਾਂ ਦੇ ਆਪਣੇ ਪਰਸਨਲ ਮੈਟਰ ਆ, ਪਤਾ ਨਹੀਂ ਕਿਉਂ ਰੁੱਸ ਜਾਂਦੇ ਨੇ ਸਿੱਧੂ ਸਾਹਿਬ ਇੰਨਾ। ਸੋ ਉਹ ਕਿਹਾ ਕੇਜਰੀਵਾਲ ਸਾਹਿਬ ਨੂੰ ਕਹੋ ਵੀ ਭਗਵੰਤ ਮਾਨ ਹੋਣਾ ਲਓ ਜਾਂ ਕਿਸੇ ਹੋਰ ਨੂੰ ਆਸ਼ੀਰਵਾਦ, ਤੁਸੀਂ ਵੀ ਮੁੱਖ ਮੰਤਰੀ ਦੱਸਦੇ ਰਹੋ। ਅਸੀਂ ਸਰ ਬਿਲਕੁਲ ਸਮੇਂ ਤੇ ਦੱਸਾਂਗੇ। ਪੋਲਿਟਿਕਸ ਬਹੁਤ ਟਾਈਮਿੰਗ ਦੀ ਚੀਜ਼ ਹੈ। ਅਸੀਂ ਆਪਣੇ ਸਮੇਂ ਆਉਣ ਤੇ ਬਿਲਕੁਲ ਦੱਸਾਂਗੇ, ਕਨਫਿਊਜ਼ਨ ਨਹੀਂ ਛੱਡਾਂਗੇ ਕੋਈ ਵੀ। ਤੇ ਬਾਕੀ ਜਿਹੜੀ ਸਟੋਰੀ ਹੈ ਦੋਨੋਂ ਪਾਰਟੀਆਂ ਵਿੱਚ ਹੀ ਹੈ, ਕਾਂਗਰਸ ਤੇ ਆਮ ਆਦਮੀ ਪਾਰਟੀ। ਅਸੀਂ ਕੋਲੋਂ ਮੈਂ ਕਹਾਂ ਕਿ ਅਕਾਲੀ ਦਲ ਥੋੜਾ ਸੁਰਖਰੂ ਹੈ ਕਿ ਹਾਂ ਵੀ ਉਹਨਾਂ ਨੇ ਪਹਿਲੇ ਹੀ ਆਪਣਾ ਜਿਹੜਾ ਸੀਐਮ ਕੈਂਡੀਡੇਟ ਹੈ ਉਹ ਅਨਾਉਂਸ ਜਿਹੜਾ ਕੀਤਾ। ਈਵਨ ਉਹਨਾਂ ਨੇ ਡਿਪਟੀ ਸੀਐਮ ਵੀ ਕਹਿ ਦਿੱਤੇ ਕਿ ਆਪਾਂ ਇਹ ਕਮਿਊਨਿਟੀ ਤੋਂ ਜਿਹੜਾ ਹੈ ਚਲੋ ਵੱਖਰਾ ਪੋਲੀਟੀਕਲ ਮੁੱਦਾ ਹੋ ਸਕਦਾ, ਪਰ ਹਾਂ ਅਨਾਉਂਸਮੈਂਟ ਉਹਨਾਂ ਵੱਲੋਂ ਹੋ ਚੁੱਕੀ ਹੈ। ਸੋ ਮੁੱਦਾ ਜਾਰੀ ਰਹੇਗਾ, ਡਿਬੇਟ ਜਾਰੀ ਰਹੇਗੀ। ਫਿਲਹਾਲ ਵੇਲੇ ਅੱਜ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਸਭ ਤੋਂ ਪਹਿਲਾਂ ਇਸ ਬ੍ਰੇਕ ਦੇ ਵਿੱਚ ਜਿਹੜਾ ਸਵਾਲ ਹੈ ਮੈਂ ਪਰਮਵੀਰ ਸਿੰਘ ਹੁਣਾਂ ਨੂੰ ਪੁੱਛਾਂਗਾ ਕਿ ਤੁਹਾਡੇ ਹੀ ਪਾਰਟੀ ਦੇ ਬਠਿੰਡਾ ਦਿਹਾਤੀ ਹਲਕੇ ਦੀ ਜਿਹੜੀ ਵਿਧਾਇਕ ਰੁਪਿੰਦਰ ਕੌਰ ਰੂਬੀ ਹੁਣੀ ਚੰਗੇ ਭਲੇ ਵਿਧਾਇਕ ਪਰ ਫਿਰ ਵੀ ਛੱਡ ਕੇ ਚੱਲੇ ਨੇ, ਅਸਤੀਫਾ ਦੇ ਦਿੱਤਾ ਗਿਆ ਹੈ। ਸੋ ਕੀ ਸੋਚਦੇ ਹੋ ਕਿ ਹਾਂ ਬਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਸੂਬੇ ਦੇ ਵਿੱਚ ਕਾਫੀ ਪਕੜ ਮਜ਼ਬੂਤ ਹੋ ਰਹੀ ਹੈ, ਵਧੀਆ ਰਿਸਪੌਂਸ ਮਿਲ ਰਿਹਾ, ਬਾਵਜੂਦ ਇਸ ਦੇ ਸੀਟ ਨੂੰ ਛੱਡਣਾ ਕੀ ਸੋਚਦੇ ਹੋ, ਕੀ ਕਾਰਨ ਰਿਹਾ ਹੋਏਗਾ? ਉਹ ਜੀ ਆਮ ਤੌਰ ਤੇ ਇਲੈਕਸ਼ਨ ਬਾਰੇ ਚ ਆ ਕੇ ਇਹ ਜਿਹੜੀਆਂ ਇਹੋ ਜਿਹੀਆਂ ਸਿਆਸੀ ਗਤੀਵਿਧੀਆਂ ਆਮ ਤੌਰ ਤੇ ਤੇਜ਼ ਹੋ ਜਾਂਦੀਆਂ। ਤੇ ਸਾਡੇ ਵਿਧਾਇਕ ਬਠਿੰਡਾ ਦਿਹਾਤੀ ਤੋਂ ਰੁਪਿੰਦਰ ਕੌਰ ਰੂਬੀ ਜੀ ਬਣੇ ਸੀਗੇ, ਉਹ ਛੱਡ ਕੇ ਗਏ ਨੇ। ਤੇ ਅੱਜ ਮੈਂ ਸੁਣ ਤਾਂ ਨਹੀਂ ਸਕਿਆ, ਕੋਈ 4 ਵਜੇ ਉਹਨਾਂ ਨੇ ਸ਼ਾਇਦ ਪ੍ਰੈਸ ਕਾਨਫਰੰਸ ਕਰਨੀ ਸੀ, ਆਪਣੀ ਗੱਲ ਦੱਸਣੀ ਸੀਗੀ, ਮੈਂ ਨਹੀਂ ਸੁਣ ਸਕਿਆ, ਤਾਂ ਮੈਂ ਉੱਥੇ ਕਮੈਂਟ ਵੀ ਨਹੀਂ ਕਰ ਸਕਦਾ ਹਾਂ। ਮਸਲਾ ਇਹ ਹੈ ਕਿ ਇੱਕ ਪੋਲੀਟੀਕਲ ਆਈਡੀਓਲੋਜੀ ਨਾਲ ਤੁਸੀਂ ਜੁੜਨਾ, ਉਹਨੂੰ ਛੱਡਣਾ ਤੇ ਕਿਸੇ ਹੋਰ ਨੂੰ ਜੁਆਇਨ ਕਰਨਾ, ਇਹ ਹਰ ਬੰਦੇ ਦੀ ਆਪਣੀ ਆਜ਼ਾਦੀ ਹੈ, ਰਾਈਟ। ਤਾਂ ਇਹੋ ਜਿਹੇ ਮਾਹੌਲ ਚ ਆ ਕੇ ਜਦੋਂ ਇਲੈਕਸ਼ਨ ਨੇੜੇ ਹੁੰਦੀ ਆ, ਹਰੇਕ ਸਟੇਟ ਤੇ ਨੈਸ਼ਨ ਦੀ ਸਿਆਸਤ ਦੇ ਵਿੱਚ ਆਮ ਤੌਰ ਤੇ ਚੀਜ਼ਾਂ ਹੁੰਦੀਆਂ ਨੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਵੱਡੀ ਗੱਲ ਹੈ ਜਿਹਦੇ ਨਾਲ ਕੋਈ ਬਹੁਤ ਭਾਰੀ ਨੁਕਸਾਨ ਹੋਊਗਾ। ਆਮ ਆਦਮੀ ਪਾਰਟੀ ਨਾਲ ਜੁੜ ਕੇ ਉਹ ਐਮਐਲਏ ਬਣੇ ਸੀਗੇ, ਇੱਕ ਬਹੁਤ ਆਮ ਪਰਿਵਾਰ ਚੋਂ, ਸਧਾਰਨ ਘਰ ਚੋਂ। ਪਰਿਵਾਰ ਕੋਈ ਵੱਡਾ ਛੋਟਾ ਨਹੀਂ ਹੁੰਦਾ, ਪਰਿਵਾਰ ਹੀ ਹੁੰਦਾ, ਰਾਈਟ। ਹਰ ਪਰਿਵਾਰ ਆਪਣੇ ਆਪ ਚ ਵੱਡਾ ਹੀ ਹੁੰਦਾ। ਤਾਂ ਮੈਂ ਇਹ ਤਾਂ ਨਹੀਂ ਕਹੂੰਗਾ, ਪਰ ਯੈਸ, ਜਿਹੜੀ ਸਿਆਸਤ ਅੱਜ ਦੀ ਡੇਟ ਚ ਇਲੈਕਸ਼ਨ ਏਡੀ ਮਹਿੰਗੀ ਹੈ, ਸਿਆਸਤ ਏਡੀ ਮਹਿੰਗੀ ਹੈ, ਤਾਂ ਐਸੇ ਪਰਿਵਾਰ ਚੋਂ ਇੱਕ ਉਹਨਾਂ ਦੀ ਧੀ ਐਮਐਲਏ ਬਣ ਕੇ ਆਈ ਹੈ। ਅਸੀਂ ਉਸ ਗੱਲ ਦਾ ਸਤਿਕਾਰ ਕਰਦੇ ਹਾਂ। ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਉਹਨਾਂ ਨੂੰ ਬਣਨ ਦਾ, ਉਹਨਾਂ ਨੇ ਆਪਣੀ ਸੋਚ ਬਦਲ ਲਈ, ਤਾਂ ਉਹਨਾਂ ਦੀ ਮਰਜ਼ੀ ਹੈ, ਉੱਤੇ ਕੋਈ ਬਾਈਂਡਿੰਗ ਨਹੀਂ ਕਿਸੇ ਦੀ। ਸੰਵਿਧਾਨ ਜਦ ਅਲਾਓ ਕਰਦਾ ਜੀ, ਤੁਸੀਂ ਮੈਂ ਕੀ ਕਹਿ ਸਕਦੇ? ਨਹੀਂ, ਬਾਕੀ ਜੇ ਸੰਵਿਧਾਨ ਅਲਾਓ ਕਰਦਾ ਠੀਕ ਹੈ, ਪਰ ਉਹ ਜਿੱਤ ਕੇ ਆਉਂਦੇ ਨੇ ਆਮ ਆਦਮੀ ਪਾਰਟੀ ਤੋਂ। ਇਸ ਵਕਤ ਸਿਰਫ 2-2.5 ਮਹੀਨੇ ਰਹਿ ਗਏ ਨੇ ਕਾਂਗਰਸ ਸਰਕਾਰ ਦੇ, ਤੇ ਕਾਂਗਰਸ ਨੂੰ ਹੀ ਜੁਆਇਨ ਕਰਨ ਦੀ ਗੱਲਾਂ ਜਿਹੜੀਆਂ ਹੋਈਆਂ ਨੇ, ਆਈ ਥਿੰਕ ਆਫੀਸ਼ੀਅਲੀ ਅਨਾਉਂਸ ਵੀ ਜਿਹੜਾ ਹੈ ਕਰ ਦਿੱਤਾ ਗਿਆ ਕਿ ਕਾਂਗਰਸ ਨੂੰ ਜੁਆਇਨ ਕੀਤਾ ਜਾਏਗਾ। ਸੋ ਉਧਰ ਜੁਆਇਨ ਕਰਨਾ, ਤੇ ਕੀ ਲੱਗਦਾ ਕਿ ਹਾਂ ਵੀ ਕਾਂਗਰਸ ਨੂੰ ਸ਼ਾਇਦ ਵਧੀਆ ਭਵਿੱਖ ਦੇਖ ਰਿਹਾ, ਜਾਂ ਫਿਰ ਸ਼ਾਇਦ ਹਵਾ ਜਿਹੜੀ ਆਪਾਂ ਜਿਵੇਂ ਇੱਕਦਮ ਕਹਿੰਦੇ ਸੀਗੇ ਕਿ ਮੋਦੀ ਦੀ ਹਵਾ ਚੱਲ ਰਹੀ, ਕੀ ਪਤਾ ਕਾਂਗਰਸ ਵੱਲ ਵੀ ਸ਼ਾਇਦ ਤਾਂ ਝੁਕਾਅ ਹੋ ਰਿਹਾ ਕਿ ਸ਼ਾਇਦ ਉਧਰ ਥੋੜਾ ਬੈਨੀਫਿਟ ਹੋਵੇਗਾ, ਜਾਂ ਫਿਰ ਉਧਰ ਦੁਬਾਰਾ ਸੀਟ ਮਿਲਣ ਦੇ ਚਾਂਸ ਨੇ, ਜਾਂ ਹੋਰ ਜਿਹੜੇ ਚਾਂਸਸ ਹੋ ਸਕਦੇ ਨੇ? ਸਰ, ਜਿਹੜੀ ਬਿਊਟੀ ਆਫ ਕਨਸਟੀਟਿਊਸ਼ਨ ਤੇ ਬਿਊਟੀ ਆਫ ਡੈਮੋਕ੍ਰੇਸੀ ਹੈ ਨਾ ਜੀ, ਉਹ ਚ ਡਾਕਟਰ ਅੰਬੇਦਕਰ ਸਾਹਿਬ ਨੇ ਕਿਹਾ ਸੀ ਕਿ ਇਸ ਦੇਸ਼ ਦੀ ਕਿਸਮਤ ਦੀ ਜਿਹੜੀ ਕੁੰਜੀ ਹੈ ਉਹ ਇਸ ਦੇਸ਼ ਦੇ ਵੋਟਰ ਦੇ ਹੱਥ ਆ, ਇਹਨਾਂ ਲੋਕਾਂ ਦੇ ਹੱਥ ਹੈ, ਹਮੇਸ਼ਾ ਉਹ ਕਹਿੰਦੇ ਰਹੇ ਨੇ। ਤਾਂ ਉਹੀ ਗੱਲ ਹੈ, ਜਦੋਂ ਤੱਕ ਇਲੈਕਸ਼ਨ ਕਦੇ ਰਿਜ਼ਲਟ ਅਨਾਉਂਸ ਨਹੀਂ ਹੁੰਦਾ, ਉਸ ਤੋਂ ਪਹਿਲਾਂ ਜੋ ਵੀ ਕਹਿਣਾ ਕਿਆਸਰਾਈਆਂ ਹੁੰਦੀਆਂ ਨੇ, ਹਵਾ ਉਧਰ ਹੈ ਜਾਂ ਉਧਰ ਲੀਡਰ ਚੰਗੇ ਚਲੇ ਗਏ ਜਾਂ ਕਿਤੇ ਮਾੜੇ ਰਹਿ ਗਏ, ਕੁਛ ਫਿਲਟਰ ਹੋ ਗਿਆ, ਕੁਛ ਇਲਜ਼ਾਮ ਲੱਗ ਗਏ, ਚੰਗਾ ਮਾੜਾ ਸਭ ਚੱਲਦਾ ਇਹਨਾਂ ਦਿਨਾਂ ਦੇ ਵਿੱਚ। ਤੇ ਆਪਾਂ ਜੇ ਮੈਚੁਰਿਟੀ ਨਾਲ ਅੰਡਰਸਟੈਂਡ ਕਰੀਏ, ਜਦੋਂ ਪੰਜਾਬ ਦੇ ਲੋਕੀ ਜਾ ਕੇ ਬਟਨ ਦੱਬਣਗੇ ਤੇ ਜਦੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਊਗਾ, ਉਦੋਂ ਅਸਲ 'ਚ ਪਤਾ ਲੱਗੂ ਵੀ ਇਹ ਡੈਮੋਕ੍ਰੇਸੀ ਕਿੰਨੀ ਬਿਊਟੀਫੁਲ ਹੈ। ਇਹ ਲੋਕਾਂ ਦੇ ਜਿਹੜੀ ਹੱਥ 'ਚ ਤਾਕਤ ਹੈ, ਜਿਹੜੀ ਉਂਗਲ ਤੇ ਸ਼ਾਹੀ ਵਾਲੀ, ਉਹ ਕਿੱਡੀ ਵੱਡੀ ਤਾਕਤ ਹੈ, ਉਦੋਂ ਪਤਾ ਲੱਗਦਾ ਹੁੰਦਾ। ਬਹੁਤ ਲੋਕਾਂ ਦੀ ਕਿਸਮਤ ਬਣਦੀ ਹੈ, ਬਹੁਤ ਦੀ ਡਿੱਗ ਪੈਂਦੀ ਹੈ ਉਸ ਦਿਨ। ਤਾਂ ਇਹ ਸਮਝਣ ਵਾਲੀ ਗੱਲ ਹੈ, ਇਹ ਤੇ ਕੋਈ ਮੈਨੂੰ ਲੱਗਦਾ ਆਪਾਂ ਕਮੈਂਟ ਕਰੀਏ ਤਾਂ ਸਮਾਂ ਵੇਸਟ ਵਾਲੀ ਗੱਲ ਹੈ ਜੀ। ਜੈਰਜ ਸਾਹਿਬ, ਤੁਹਾਡੇ ਕੋਈ ਆਖਰੀ ਸਵਾਲ ਪੁੱਛਾਂਗਾ, ਉਸ ਤੋਂ ਬਾਅਦ ਮੈਂ ਤਿੰਨੋਂ ਹੀ ਪਾਰਟੀਆਂ ਦੇ ਨੁਮਾਇੰਦੇ ਕੋ ਆਖਰੀ 2-2 ਮਿੰਟਾਂ ਦੇ ਸਵਾਲ ਪੁੱਛਾਂਗਾ ਕਿ ਉਹਨਾਂ ਦੀ ਪਾਰਟੀ ਕੀ ਸਟੈਂਡ ਲੈਣਾ ਚਾਹੁੰਦੀ ਹੈ, ਕੀ ਕਹਿਣਾ ਚਾਹੁੰਦੀ ਹੈ। ਜੈਰਜ ਸਾਹਿਬ, ਲਾਸਟ ਸਵਾਲ ਹੈ ਕਿ ਚੰਨੀ ਸਾਹਿਬ ਨੂੰ ਕਿਤੇ ਨਾ ਕਿਤੇ ਲੋਕ ਨਵਾਂ ਮੋਦੀ, ਅਗਲਾ ਮੋਦੀ ਜਾਂ ਫਿਰ ਮੋਦੀ ਦਾ ਡੁਪਲੀਕੇਟ ਕਹਿ ਰਹੇ ਨੇ, ਕਿਉਂਕਿ ਸੇਮ ਜਿਵੇਂ ਮੋਦੀ ਸਾਹਿਬ ਮੀਡੀਆ 'ਚ ਵਿਚਰਦੇ ਨੇ, ਜਾਂ ਫਿਰ ਚਲੋ ਮੀਡੀਆ ਸਾਹਮਣੇ ਤੇ ਚਲੋ ਆਉਂਦੇ ਹੀ ਨਹੀਂ, ਬਟ ਫਿਰ ਵੀ ਮੀਡੀਆ ਚੈਨਲ ਜਿਵੇਂ ਉਹਦੇ ਆਲੇ ਦੁਆਲੇ ਰਹਿੰਦੇ ਨੇ, ਸ਼ੋਰਟਸ ਲੈਂਦੇ ਨੇ, ਚਾਹੇ ਸ਼ਗਨ ਦੇਣ ਦੀ ਗੱਲ ਹੋਵੇ, ਚਾਹੇ ਗਰਾਊਂਡ ਵਿੱਚ ਪਹੁੰਚਣਾ ਹੋਵੇ, ਮੰਦਰ ਗੁਰਦੁਆਰੇ ਕਿਤੇ ਵੀ ਜਾਣਾ ਹੋਵੇ। ਸੋ ਇੱਕ ਤਾਂ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਕੋਈ ਬੋਡੀਗਾਰਡ ਉਹਨਾਂ ਦੇ ਸਾਹਮਣੇ ਆਉਂਦਾ, ਬੋਡੀਗਾਰਡ ਨੂੰ ਸਾਈਡ ਤੇ ਕਰ ਦਿੰਦੇ ਨੇ ਕਿ ਨਹੀਂ, ਪਹਿਲਾਂ ਮੇਰਾ ਸ਼ੋਟ ਜਿਹੜਾ ਉਹ ਸਹੀ ਤਰ੍ਹਾਂ ਲੈਣ ਦੇ। ਸੋ ਉਸ ਰਾਹ ਤੇ ਚੱਲ ਰਹੇ ਨੇ, ਉਹੋ ਜਿਹੀਆਂ ਮੀਡੀਆ ਪਾਲਿਸੀਜ਼ ਨੂੰ ਮਤਲਬ ਫੋਲੋ ਕੀਤਾ ਜਾ ਰਿਹਾ, ਜਾਂ ਸੇਮ ਹੀ ਸੁਭਾਅ ਹੈ, ਕੀ ਹਿਸਾਬ ਹੈ? ਕਿਉਂਕਿ ਉਹ ਵੀ ਪਹਿਲਾਂ ਕਹਿੰਦੇ ਸੀ ਕਿ ਮੈਂ ਗਰੀਬ ਪਰਿਵਾਰ ਤੋਂ ਆਇਆ, ਤੇ ਸੇਮ ਆਪਣੇ ਜਿਹੜੇ ਚੰਨੀ ਸਾਹਿਬ ਨੇ ਉਹ ਵੀ ਸੇਮ ਸਟੇਟਮੈਂਟ ਦਿੰਦੇ, ਮੈਂ ਗਰੀਬ ਪਰਿਵਾਰ ਤੋਂ ਆਇਆ। ਠੀਕ ਹੈ, ਨੋ ਡਾਊਟ ਆਏ ਨੇ, ਪਰ ਹਰਕਤਾਂ ਕਿਤੇ ਨਾ ਕਿਤੇ ਥੋੜੀ ਸਿਮਿਲਰ ਲੱਗ ਰਹੀਆਂ ਨੇ। ਉਸ ਤੋਂ ਬਾਅਦ ਮੋਦੀ ਸਾਹਿਬ ਜੋ ਹੁਣ ਕਰ ਰਹੇ ਨੇ, ਉਹ ਕਿਤੇ ਕੱਲ ਨੂੰ ਚੰਨੀ ਸਾਹਿਬ ਤੇ ਨਹੀਂ ਕਰਨਗੇ? ਮੋਹਿਤ ਜੀ, ਗੱਲ ਇਹ ਨੂੰ ਮੈਂ
ਮੀਡੀਆ ਲਈ ਕਰੇਜ਼ ਔਰ ਮੀਡੀਆ ਦੀ ਜਿਹੜੀ ਰੇਂਜ ਵਧਣਾ ਨੂੰ ਮੈਂ ਐਕਸਪਲੇਨ ਕਰਨਾ ਚਾਹਨਾ ਕਿ ਸ਼ਾਇਦ ਅੱਜ ਮੀਡੀਆ ਦੀ ਰੇਂਜ ਇੱਥੇ ਤੱਕ ਨਹੀਂ ਹੁੰਦੀ, ਤੁਸੀਂ ਔਰ ਮੈਂ ਸ਼ੋਅ ਦੇ ਵਿੱਚ ਵੀ ਸ਼ਾਇਦ ਆਪਾਂ ਨਾ ਬੈਠੇ ਹੁੰਦੇ, ਕਿਉਂਕਿ ਕੋਈ ਟਾਈਮ ਮੀਡੀਆ ਦਾ ਐਸਾ ਸੀ ਜਦੋਂ ਸਾਨੂੰ ਯਾਦ ਹੈ ਕਿ ਜਲੰਧਰ ਦੂਰਦਰਸ਼ਨ ਵੀ ਸ਼ਾਮੀ 5 ਵਜੇ ਬਿਗਲ ਵੱਜਦਾ ਹੁੰਦਾ ਸੀ ਤੇ ਉਦੋਂ ਇੱਕ ਕਰੇਜ਼ ਹੁੰਦੀ ਸੀ ਕਿ ਅੱਜ ਖਬਰਾਂ ਆਉਣਗੀਆਂ, ਚਿੱਤਰਹਾਰ ਆਏਗਾ ਜਾਂ ਅੱਜ ਪਿਕਚਰ ਆਏਗੀ। ਹੁਣ ਸਾਡੇ ਕੋਲ ਮੀਡੀਆ ਦੇ ਜਿਹੜੇ ਮੋਡ ਐਂਡ ਮੀਨਸ ਉਹ ਇੰਨੇ ਕੁ ਵੱਧ ਗਏ ਆ ਕਿ ਸੋਸ਼ਲ ਮੀਡੀਆ ਤੇ ਚੰਨੀ ਸਾਹਿਬ ਇੱਕ ਠੀਕ ਹੈ, ਜੇ ਇੱਕ ਮੁੱਖ ਮੰਤਰੀ ਨੇ ਆਪਣਾ ਪੇਜ ਨਹੀਂ ਬਣਾਉਣਾ ਜਾਂ ਇੱਕ ਜੇ ਆਮ ਨਾਗਰਿਕ ਆਪਣਾ ਪੇਜ ਬਣਾਉਂਦਾ ਤੇ ਮੁੱਖ ਮੰਤਰੀ ਨੂੰ ਵੀ ਪੂਰਾ ਰਾਈਟ ਹੈ ਉਸ ਪੇਜ ਤੇ ਰਹਿਣ, ਪਰ ਉਸ ਪੇਜ ਦੇ ਵਿੱਚ ਕੀ ਮੁੱਖ ਮੰਤਰੀ ਆਪਣੇ ਦਫ਼ਤਰ ਜਾਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀ ਫੋਟੋ ਲਗਾ ਕੇ ਇੱਕ ਨਾਰਾ ਲਗਾ ਦਿੰਦਾ ਮੈਂ ਇਹ ਕਰੂੰਗਾ ਜਾਂ ਮੈਂ ਇਹ ਕਰਾਂਗਾ ਜਾਂ ਇਹ ਕਰਕੇ ਦਿਖਾਵਾਂਗਾ, ਉਸ ਕਰੇਜ ਨੂੰ ਤਾਂ ਮੈਂ ਬਿਲਕੁਲ ਵੀ ਉਹਨੂੰ ਕਿਸੇ ਤਰ੍ਹਾਂ ਸਪੋਰਟ ਨਹੀਂ ਕਰਦਾ। ਪਰ ਇੱਕ ਮੁੱਖ ਮੰਤਰੀ ਜਿਹੜਾ ਜ਼ਮੀਨ ਤੇ ਕੰਮ ਕਰਦਾ, ਅੱਜ ਇਹ ਸਾਡਾ ਮੋਡ ਐਸਾ ਬਣ ਗਿਆ, ਜੇ ਮੈਂ ਇੱਥੇ ਬੋਲ ਰਿਹਾ ਮੈਨੂੰ ਪਤਾ ਤੁਹਾਡਾ ਟੀਵੀ ਕੈਨੇਡਾ ਜਾਂ ਜਿੱਥੇ ਜਿੱਥੇ ਵੀ ਹੋਏਗਾ ਮੇਰੀ ਆਵਾਜ਼ ਕਮਿਊਨੀਕੇਸ਼ਨ ਸਿਸਟਮ ਨਾਲ ਉੱਥੇ ਤੱਕ ਪਹੁੰਚ ਜਾਏਗੀ, ਜੇ ਉਹ ਲੋਕ ਵੀ ਮੈਨੂੰ ਜਾਣਨ ਲੱਗ ਜਾਣਗੇ ਤੇ ਉਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਸਵਾਲ ਇਹ ਉੱਠਦਾ ਕਿ ਚੰਨੀ ਜੀ ਉਹ ਕੰਮ ਧਰਤੀ ਤੇ ਬੈਠ ਕੇ ਜ਼ਮੀਨ ਤੇ ਬੈਠ ਕੇ ਉਹ ਕੰਮ ਕਰ ਰਹੇ ਜਿਹੜੇ ਉਹ ਦਿਖਾ ਰਹੇ ਕਿ ਉਹ ਗੱਲਾਂ ਹੀ ਗੱਪਾਂ ਹੀ ਮਾਰ ਰਹੇ ਆ। ਜੇ ਤਾਂ ਸਿਰਫ ਗੱਲਾਂ ਗੱਪਾਂ ਹੋਣਗੀਆਂ ਚ ਕੋਈ ਸ਼ੱਕ ਨਹੀਂ, ਜਿੱਦਾਂ ਬਾਕੀ ਪੈਨਲਿਸਟ ਨੇ ਵੀ ਕਿਹਾ ਲੋਕਤੰਤਰ ਇੱਕ ਬਹੁਤ ਅੱਛੀ ਮਜ਼ਬੂਤ ਸੰਸਥਾ ਲੋਕਾਂ ਲਈ, ਤੇ ਉਸ ਸੰਸਥਾ ਦੇ ਵਿੱਚ ਆਉਣ ਵਾਲੇ ਰਿਜ਼ਲਟ 2-3 ਮਹੀਨੇ ਚ ਕਲੀਅਰ ਹੋਣ ਵਾਲੇ ਆ, ਉਹ ਆਪੇ ਹੀ ਲੋਕ ਦੱਸਣਗੇ, ਕਿਉਂਕਿ ਮੈਂ ਤੁਸੀਂ ਇੱਥੇ ਬੈਠ ਕੇ ਉਹਨੂੰ ਫਾਈਨਲ ਓਪੀਨੀਅਨ ਬਣਾਈਏ ਉਹ ਪੋਸੀਬਲ ਨਹੀਂ, ਉਹਦੇ ਨਾਲੋਂ ਬੈਟਰ ਹੈ VOTING ਜਿਹੜਾ ਰਾਈਟ ਲੋਕਾਂ ਨੂੰ ਮਿਲਿਆ ਉਹਦੇ ਨਾਲ। ਦੂਸਰੀ ਗੱਲ ਇਹ ਹੈ ਕਿ ਜਦੋਂ ਸਾਨੂੰ ਉਹ ਮੋਲਡ ਮਿਲਿਆ ਹਰ ਇੱਕ ਬੰਦੇ ਦਾ, ਜਿੱਦਾਂ ਅਸੀਂ ਕਹੀਦਾ ਇੱਕ ਮਾਂ ਦੇ ਢਿੱਡ ਵਿੱਚੋਂ 2 ਬੱਚੇ ਵੀ ਜਨਮ ਲੈਂਦੇ, ਉਹ 2 ਬੱਚਿਆਂ ਦਾ ਕਿਰਦਾਰ, ਉਹਨਾਂ ਦਾ ਕਰੈਕਟਰ ਔਰ ਉਹਨਾਂ ਦੀ ਵੇਸ਼ਭੂਸ਼ਾ ਜਾਂ ਜੋ ਵੀ ਆਪਾਂ ਕਹਿ ਲਈਏ ਸਰੀਰਕ ਬਣਤਰ ਉਹ ਅਲੱਗ-ਅਲੱਗ ਹੁੰਦੀ ਹੈ। ਇਸੇ ਤਰ੍ਹਾਂ ਇੱਕ ਪਾਰਟੀ ਦੇ ਵਿੱਚ ਵੀ ਇੱਕ ਜਿਹੜਾ ਗੁਲਦਸਤਾ ਹੁੰਦਾ ਪਾਰਟੀ ਜਿਹੜੇ ਤਰ੍ਹਾਂ-ਤਰ੍ਹਾਂ ਦੇ ਫੁੱਲ ਹੁੰਦੇ ਆ। ਅੱਜ ਚੰਨੀ ਸਾਹਿਬ ਨੂੰ ਮੌਕਾ ਮਿਲਿਆ, ਉਹਨਾਂ ਦੇ ਕੰਮ ਕਰਨ ਦਾ ਆਪਣਾ ਢੰਗ ਹੈ, ਉਸ ਢੰਗ ਦੇ ਨਾਲ ਜੇ ਮੈਂ ਦੱਸਿਆ ਵੀ ਜੇ ਮੈਂ ਬਿਨਾਂ ਵਜ੍ਹਾ ਕੰਮ ਕਰਾਂ ਨਾ ਤਾਂ ਐਡ ਦਵਾਂ ਉਹ ਗਲਤ ਹੈ, ਉਹਨੂੰ ਮੈਂ ਮੀਡੀਆ ਦੇ ਵਿੱਚ ਗਲਤ ਪ੍ਰਚਾਰ ਕਹੂੰਗਾ ਤਾਂ ਮੈਂ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ ਕਿ ਇਦਾਂ ਦੇ ਪ੍ਰਚਾਰ ਨੂੰ ਤੁਸੀਂ ਹਾਈਲਾਈਟ ਨਾ ਕਰੋ। ਪਰ ਜਿਹੜਾ ਕੰਮ ਕਰਦਾ ਅੱਜ ਮੋਡ ਇੱਕ ਆਮ ਪਿੰਡ ਦੇ ਵਿੱਚ ਇੱਕ ਆਮ ਝੌਂਪੜੀ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ਹੈ, ਕਿਉਂ ਨਾ ਉਹਦੇ ਵਿੱਚ ਪ੍ਰਚਾਰ ਕੀਤਾ ਜਾਏ ਕਿ ਆਹ ਮੇਰੀਆਂ ਨੀਤੀਆਂ ਮੈਂ ਕੰਮ ਕਰਾਂਗਾ ਜਾਂ ਮੈਂ ਕਰ ਰਿਹਾ ਜੀ। ਓਕੇ, ਸੋ ਹੁਣ ਆਪਾਂ ਇਸ ਡਿਬੇਟ ਦੇ ਆਖਰੀ ਪੜਾਅ ਵਿੱਚ ਪਹੁੰਚ ਕੇ ਜਿੱਥੇ ਹਰ ਇੱਕ ਪਾਰਟੀ ਤੋਂ ਮੈਂ ਜਾਣਨਾ ਚਾਹਾਂਗਾ ਕਿ ਜਿਹੜੀਆਂ ਰਿਆਇਤਾਂ ਜਿਹੜੀ ਘੋਸ਼ਣਾਵਾਂ ਹੁਣ ਚਾਹੇ ਮੌਜੂਦਾ ਸਰਕਾਰ ਨੇ ਕੀਤੀਆਂ ਨੇ ਜਾਂ ਪਹਿਲਾਂ ਦੀ ਜਿਹੜੀ ਚੱਲੀਆਂ ਆ ਰਹੀਆਂ ਨੇ, ਲੋਕਾਂ ਨੂੰ ਬੈਨੀਫਿਟ ਜਿਹੜੇ ਮਿਲੇ ਨੇ ਚਾਹੇ ਬਿਜਲੀ ਦੇ ਜਾਂ ਫਿਰ ਸਿੱਖਿਆ ਦੇ ਜਾਂ ਫਿਰ ਸਿਹਤ ਦੇ ਜਿਹੜੇ ਵੀ ਬੈਨੀਫਿਟਸ ਜਿਹੜੇ ਮਿਲੇ ਨੇ, ਉਹ ਕੀ ਤੁਹਾਡੀ ਪਾਰਟੀ ਆਉਣ ਦੇ ਬਾਅਦ ਜਾਂ ਫਿਰ ਕਾਂਗਰਸ ਜੋ ਕੰਟੀਨਿਊ ਕਰੇਗੀ ਜਾਂ ਜਿਹੜਾ ਆਉਣ ਵਾਲਾ ਟਾਈਮ ਦੱਸੇਗਾ ਤਾਂ ਕੀ ਉਹ ਚੀਜ਼ਾਂ ਕੰਟੀਨਿਊ ਰਹਿਣਗੀਆਂ ਜਾਂ ਕੁਝ ਵੱਖਰਾ ਸੋਧ ਜੋ ਤੁਹਾਨੂੰ ਲੱਗ ਰਿਹਾ ਕਿ ਜਿਵੇਂ ਤੁਸੀਂ ਹੁਣ ਰੇਤ ਦੀ ਗੱਲ ਕਰ ਰਹੇ ਆ ਜਾਂ ਉਹਦੇ ਵਿੱਚ ਆਪਾਂ ਥੋੜਾ ਇੰਪਲੀਮੈਂਟ ਕਰਾਂਗੇ, ਤੁਹਾਡੀ ਪਾਰਟੀ ਜਦੋਂ ਤੁਹਾਨੂੰ ਮੌਕਾ ਮਿਲੇਗਾ ਉਦੋਂ ਕੀ ਚੇਂਜਸ ਮਿਲਣਗੇ ਜਾਂ ਥੋੜਾ ਹੋਰ ਬੈਟਰਮੈਂਟ ਮਿਲਣਗੇ? ਸਭ ਤੋਂ ਪਹਿਲਾਂ ਮੈਂ ਹਰੀਸ਼ ਰਾਏ ਢਾਂਡਾ ਜੀ ਤੋਂ ਪੁੱਛਣਾ ਚਾਹਾਂਗਾ, ਤੁਹਾਨੂੰ ਜਦੋਂ ਮੌਕਾ ਮਿਲੇਗਾ ਤੁਹਾਡੀ ਸਰਕਾਰ ਕੀ ਕਰੇਗੀ? ਸਰ ਅਸੀਂ ਬੜੀ ਕਲੀਅਰਲੀ ਐਲਾਨ ਵੀ ਕਰ ਚੁੱਕੇ ਹਾਂ, 13 ਪੁਆਇੰਟ ਨੁਕਾਤੀ ਪ੍ਰੋਗਰਾਮ ਉਹ ਵੀ ਦੱਸ ਚੁੱਕੇ ਹਾਂ। ਸਾਡੀ ਜਿਹੜੀ ਪਹਿਲੀ ਟਰਮ ਰਹੀ ਹੈ ਉਹਦੇ 'ਚ ਅਸੀਂ ਇਨਫਰਾਸਟ੍ਰਕਚਰ ਪੰਜਾਬ ਦਾ ਸਟਰੋਂਗ ਕੀਤਾ। ਅੱਜ ਇਨਫਰਾਸਟ੍ਰਕਚਰ ਪੰਜਾਬ ਦੇ ਜਿਸ ਜਗ੍ਹਾ ਤੇ ਵੀ ਤੁਸੀਂ ਉਂਗਲੀ ਲਾਓਗੇ, ਰੋਡ ਤੇ, ਬ੍ਰਿਜਸ ਤੇ, ਏਅਰਪੋਰਟਸ ਤੇ, ਗਵਰਨਮੈਂਟ ਬਿਲਡਿੰਗਸ ਦੇ ਉੱਤੇ, ਐਵਰੀਵੇਅਰ ਤੁਹਾਨੂੰ ਅਕਾਲੀ ਦਲ ਦੀ ਸਟੈਂਪ ਨਜ਼ਰ ਆਊਗੀ। ਜਿਹੜੇ ਅੱਜ ਵੀ ਅਨਫਿਨਿਸ਼ਡ ਪ੍ਰੋਜੈਕਟਸ ਚੱਲ ਰਹੇ ਹਨ ਸਾਰੇ ਇਨੀਸ਼ੀਏਟਡ ਅਕਾਲੀ ਦਲ ਵੱਲੋਂ ਹੈ, ਪੁਰਾਣੀ ਸਰਕਾਰ ਵੱਲੋਂ। ਇਸ ਵਾਰ ਸਾਡਾ ਜਿਹੜਾ ਥਰਸਟ ਏਰੀਆ ਰਹਿਣਾ ਉਹ ਹੈ ਨਾ ਐਜੂਕੇਸ਼ਨ ਐਂਡ ਹੈਲਥ ਸਿਸਟਮ ਸਟਰੋਂਗ ਕਰਨਾ ਐਂਡ ਸੋਸ਼ਲ ਅਵੇਕਨਿੰਗ ਕਰਨਾ, ਸੋਸ਼ਲ ਅਪਲਿਫਟਮੈਂਟ ਕਰਨਾ। ਸਾਡੇ ਸਾਰੇ ਮੁੱਦੇ ਇਹਦੇ ਤੇ ਕੇਂਦਰਿਤ ਰਹਿਣਗੇ ਕਿ ਅਸੀਂ ਦੱਸ ਚੁੱਕੇ ਹਾਂ। ਇਹਦੇ ਵਿੱਚ ਅਸੀਂ ਐਮਪਲੋਇਮੈਂਟ ਜਨਰੇਟ ਕਰਨਾ, ਉਹਦੇ ਵਿੱਚ ਅਸੀਂ ਕੁੜੀਆਂ ਨੂੰ ਸਪੈਸੀਫਿਕਲੀ ਸ਼ੇਅਰ ਦੇਣਾ ਐਮਪਲੋਇਮੈਂਟ ਦੇ ਵਿੱਚ। ਫਿਰ ਜਿਹੜੇ ਗਵਰਨਮੈਂਟ ਸਕੂਲ ਚੋਂ ਪੜ੍ਹੇ ਹੋਏ ਆ ਬੱਚੇ ਉਹਨਾਂ ਨੂੰ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਦੀ ਰਾਖਵੀਆਂ ਰੱਖਣੀਆਂ ਸੀਟਾਂ। ਮਕਸਦ ਇਹ ਹੈ ਕਿ ਉਹ ਵਰਗ ਜਿਹੜਾ ਵਾਂਝਾ ਰਹਿ ਜਾਂਦਾ ਹੈ ਉਸ ਵਰਗ ਨੂੰ ਉੱਤੇ ਚੱਕਣਾ। ਇਹ ਸਾਡਾ ਤਰਜੀਹ ਵਾਲਾ ਏਰੀਆ ਰਹੇਗਾ ਜੀ। ਆਮ ਆਦਮੀ ਪਾਰਟੀ ਤੋਂ ਪਰਮਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਸਰ ਜਿੱਦਾਂ ਕਿ ਬਿਜਲੀ ਦੇ ਰੇਟ ਨੂੰ ਲੈ ਕੇ ਜਿਹੜੀ ਪੰਜਾਬ ਦੇ ਲੋਕ ਬਹੁਤ ਬੁਰੀ ਤਰ੍ਹਾਂ ਹੰਡਾ ਰਿਹਾ, ਮਹਿੰਗੀ ਬਿਜਲੀ 12-12 15-15 ਹਜ਼ਾਰ ਆਮ ਘਰਾਂ ਦਾ ਬਿੱਲ ਆਉਂਦਾ ਜਿੱਥੇ ਸਿਰਫ ਪੱਖਾ ਟਿਊਬ ਚੱਲਦੀ ਹੈ। ਤਾਂ ਇਹ ਜਿਹਦੀ ਵੀ ਨਲਾਇਕੀ ਕਰਕੇ ਹੋਇਆ। ਹੁਣ ਤੱਕ ਤਾਂ ਪੀਪੀ ਕੈਂਸਲ ਨਹੀਂ ਕਰ ਸਕੇ ਚੰਗੀ ਤਰ੍ਹਾਂ ਜਾਂ ਉਹਦੀ ਇੰਪਲੀਮੈਂਟੇਸ਼ਨ ਨਹੀਂ ਕਰ ਸਕੇ ਚੰਨੀ ਜੀ। ਤਾਂ ਸਾਡੀ ਸਰਕਾਰ ਜਦੋਂ ਆਉਂਦੀ ਹੈ ਤਾਂ ਅਸੀਂ ਉਹਨੂੰ ਪੂਰੀ ਤਰ੍ਹਾਂ ਚੈਨਲਾਈਜ਼ ਕਰਕੇ ਬਿਜਲੀ ਨੂੰ ਪੰਜਾਬ ਦੀ ਇਹ ਜ਼ਰੂਰੀ ਬਣਾਵਾਂਗੇ ਕਿ ਅਨਇੰਟਰਪਟਡ ਜਿਹੜੀ ਸਪਲਾਈ ਪਾਵਰ ਦੀ ਰਵੇ ਤੇ ਲੋਕਾਂ ਨੂੰ ਸਸਤੇ ਭਾਅ ਤੇ ਬਿਜਲੀ ਮਿਲੇ, ਜਿਹੜਾ ਅਸੀਂ 300 ਯੂਨਿਟ ਪਰ ਮੰਥ ਅਸੀਂ ਫ੍ਰੀ ਦਾ ਐਲਾਨ ਕੀਤਾ। ਇੱਕ ਦੂਸਰੀ ਗੱਲ, ਹੈਲਥ ਤੇ ਜਿਹੜਾ ਪੰਜਾਬ ਜੂਝ ਰਿਹਾ ਉਹਨੂੰ ਦਿੱਲੀ ਮਾਡਲ ਦੇ ਆਧਾਰ ਤੇ ਹੀ ਜਿਹੜੇ ਮਲਟੀਪਲ ਟੈਸਟ ਹੁੰਦੇ ਨੇ ਜਾਂ ਜਿਹੜਾ ਇਸ ਟਾਈਮ ਕੈਂਸਰ ਗ੍ਰਸਤ ਏਰੀਆ ਲੋਅਰ ਮਾਲਵਾ ਦਾ
ਉੱਥੇ ਲੋਕਾਂ ਨੂੰ ਮਦਦ ਦੇਣ ਦੇ ਲਈ ਮੈਡੀਕਲ ਇਲਾਜ ਜਿਹੜਾ ਮੁਫਤ ਕੀਤਾ ਜਾਊਗਾ। ਜਿਹੜੀਆਂ ਆਮ ਇੱਕ ਜਿਹੜਾ ਜੇਬ ਚੋਂ ਇੱਕ ਬਹੁਤ ਵੱਡਾ ਖਰਚਾ ਇਹਨਾਂ ਚੀਜ਼ਾਂ ਦਾ ਨਿਕਲ ਜਾਂਦਾ, ਕਿਉਂਕਿ ਜੇ ਹਿਊਮਨ ਬੋਡੀ ਆ ਤਾਂ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ, ਤਾਂ ਇਹ ਪਹਿਲਾ ਹੱਕ ਆ, ਇਹ ਮੂਲ ਹੱਕ ਆ, ਇਹ ਹਿਊਮੈਨਿਟੇਰੀਅਨ ਹੱਕ ਹੈ ਲੋਕਾਂ ਦਾ ਕਿ ਜੇ ਉਹ ਕਿਸੇ ਸਰਕਾਰ ਨੂੰ ਚੁਣਦੇ ਆ ਤਾਂ ਉਹਨਾਂ ਨੂੰ ਹੱਕ ਮਿਲੇ ਇੱਕ ਚੀਜ਼। ਉਸ ਤੋਂ ਬਾਅਦ ਅਸੀਂ ਐਜੂਕੇਸ਼ਨ ਤੇ ਚੰਗੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਕਾਂਗਰਸ ਸਰਕਾਰ ਨੇ, ਮੈਂ ਚੇਤੇ ਕਰਾ ਦੇਣਾ, ਉਹਦੀ 800 ਸਕੂਲ ਬੰਦ ਕਰਤਾ ਸੀਗਾ, ਉਹਦੇ ਬਾਰੇ ਲੋਕਾਂ ਦੇ ਅੱਡ ਵਿਊ ਆ ਕਿ ਬਿਲਕੁਲ ਜਾਇਜ਼ ਬੰਦ ਕੀਤੇ, ਕੋਈ ਕਹਿੰਦਾ ਬਿਲਕੁਲ ਨਜਾਇਜ਼ ਬੰਦ ਕੀਤੇ। ਤਾਂ ਜਿਹੜੀ ਐਜੂਕੇਸ਼ਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਐਸੀ ਸਕਾਲਰਸ਼ਿਪ ਦੇ ਇਲਜ਼ਾਮ ਲੱਗ ਰਹੇ ਨੇ ਕਾਂਗਰਸ ਤੇ, ਤਾਂ ਅਸੀਂ ਉਹਨੂੰ ਪੂਰੀ ਟਰਾਂਸਪੇਰੈਂਟ ਸਿਸਟਮ ਦੇ ਨਾਲ ਲੈ ਕੇ ਆਵਾਂਗੇ ਕਿ ਪੰਜਾਬ ਦਾ ਹਰ ਸ਼ਖਸ, ਪੰਜਾਬ ਦਾ ਹਰ ਜਿਹੜਾ ਬੱਚਾ ਹੈ, ਉਹ ਮੁੱਢਲੀ ਜ਼ਰੂਰੀ ਤੇ ਉਚੇਰੀ ਸਿੱਖਿਆ ਸਰਕਾਰ ਵੱਲੋਂ ਬਹੁਤ ਸਹੀ ਢੰਗ ਨਾਲ ਹਾਸਲ ਕਰੇ। ਕੋਈ ਪੜ੍ਹਾਈ ਖੁਣੋ ਇਸ ਗੱਲ ਨੂੰ ਨਾ ਰਹਿ ਜਾਏ ਕਿ ਉਹਦੇ ਕੋਲ ਪੈਸੇ ਨਹੀਂ ਸੀ ਜਾਂ ਉਹਦੇ ਕੋਲ ਰਿਸੋਰਸਿਸ ਨਹੀਂ ਸੀ, ਤਾਂ ਅਸੀਂ ਇਸ ਚੀਜ਼ ਨੂੰ ਪ੍ਰੋਵਾਈਡ ਕਰਾਂਗੇ। ਤੇ ਪੰਜਾਬ 'ਚ ਜਿਹੜਾ ਮਾਫੀਆ ਰਾਜ ਆ ਉਹਦੇ ਖਾਤਮੇ ਲਈ ਅਸੀਂ ਕਮਿਟਡ ਹੈ। ਜੀ ਜੈਰ ਸਾਹਿਬ, ਤੁਹਾਡੇ ਆਖਰੀ 2-3 ਮਿੰਟ ਆਪਣੀ ਪਾਰਟੀ ਦੇ ਲਈ। ਜੀ, ਮੈਂ ਆਪਣੀ ਪਾਰਟੀ ਦੀ ਗੱਲ ਕਰਾਂ, ਇੱਕ ਛੋਟਾ ਜਿਹਾ ਜਵਾਬ ਟਾਂਡਾ ਸਾਹਿਬ ਨੂੰ। ਟਾਂਡਾ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਜਿਹੜੇ ਵੀ ਜੋ ਵੀ ਕੰਮ ਬ੍ਰਾਂਡ ਸਾਡੇ ਬ੍ਰਾਂਡ ਅਕਾਲੀ ਦਲ ਦੇ ਲੱਗੇ ਤੇ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ, ਪੰਜਾਬ 'ਚ ਬ੍ਰੈਡਾਂ ਵੀ ਵਿਕਣ ਲੱਗੀਆਂ ਤੇ ਉੱਤੇ ਸੁਖਵੀਰ ਬਾਦਲ ਉਹਨਾਂ ਦਾ ਬ੍ਰਾਂਡ ਲੱਗ ਗਿਆ ਸੀ। ਹੀਰੋ ਸਾਈਕਲ ਵਾਲਿਆਂ ਤੇ ਵੀ ਬ੍ਰਾਂਡ, ਹਵੇਲੀ ਤੇ ਵੀ ਬ੍ਰਾਂਡ, ਕਿਉਂਕਿ ਹਰ ਚੀਜ਼ 'ਚ ਉਹਨਾਂ ਨੇ ਹਿੱਸੇ ਪਾਣੇ ਸ਼ੁਰੂ ਕਰਤੇ ਸੀ। ਸਾਰੀ ਜਨਤਾ ਜਾਣਦੀ ਇਸੇ ਕਰਕੇ ਸੱਤਾ ਤੋਂ ਬਾਹਰ ਹੋਏ। ਜਿੱਥੇ ਤੱਕ ਕਾਂਗਰਸ ਦਾ ਸਵਾਲ ਹੈ, ਉਹਦੇ ਤੇ ਕੰਸੈਂਟਰੇਟ ਰੱਖੋ। ਮੈਂ ਚੰਗੇ ਨਹੀਂ ਲੱਗਦਾ ਆਪਾਂ ਨਾ ਵਿਰੋਧ ਦੀ ਹਿੱਟ ਕਰਕੇ ਕੰਕਲੂਡਿੰਗ ਰਿਮਾਰਕਸ ਦੇ ਵਿੱਚ ਏਦਾਂ ਨਾ ਬੋਲਿਆ ਕਰੋ। ਠੀਕ ਹੈ ਜੀ, ਠੀਕ ਹੈ, ਬੋਲਿਆ ਕਰੋ। ਮੈਂ ਤੁਹਾਨੂੰ ਬਹੁਤ ਚੰਗਾ ਨਹੀਂ ਲੱਗਦਾ। ਜਦੋਂ ਤੁਸੀਂ ਬ੍ਰਾਂਡ ਦੀ ਗੱਲ ਕੀਤੀ ਨਾ, ਫਿਰ ਜਵਾਬ ਉਹਦੇ ਤੋਂ ਬਾਅਦ ਦੇਣਾ ਬਣਦਾ ਸੀ ਨਾ ਜੀ। ਤੁਸੀਂ ਦੱਸੋ ਬਿਜਲੀ ਦਾ ਕਿਹੜਾ ਯੂਨਿਟ ਪੰਜਾਬ 'ਚ ਕਾਂਗਰਸ ਨੇ ਲਾਇਆ ਹੈ? ਤੁਸੀਂ ਦੱਸੋ ਜਿਹੜੀਆਂ ਰੋਡਸ ਬਣ ਰਹੀਆਂ ਕਿਹੜੀ ਤੁਸੀਂ ਇਨੀਸ਼ੀਏਟ ਕੀਤੀ ਹੈ? ਇਸੇ ਕਰਕੇ ਜਨਤਾ ਜੂਝ ਰਹੀ ਹੈ ਨਾ ਜੀ ਟਾਂਡਾ ਸਾਹਿਬ। ਇਸੇ ਕਰਕੇ ਜਿਹੜੇ ਅਕਾਲੀ ਦਲ ਨੇ ਬਿਜਲੀ ਦੇ ਸਮਝੌਤੇ ਕੀਤੇ ਆ, ਜੋ ਨਾ ਕਰਕੇ ਅਸੀਂ ਸਫਰ ਕਰ ਰਹੇ ਹਾਂ। ਜਨਤਾ ਜਾਣਦੀ ਹੈ ਕਿਸ ਰਾਜ ਦੇ ਵਿੱਚ ਡਿਬੇਟ ਦੇ ਐਂਡ ਵਿੱਚ ਆ ਕੇ 86 ਪੈਸੇ ਤੋਂ ਸਸਤੀ ਲੱਭਦੀ ਹੈ, ਲਓ ਰੱਦ ਕਰੋ। ਮੈਂ ਤਦੇ ਤਾਂ ਕਹਿ ਰਿਹਾ ਸਭ ਕੁਝ ਹੋ ਰਿਹਾ ਜੀ, ਹੁਣ ਸ਼ੁਰੂ ਹੋ ਗਿਆ। ਮੈਂ ਲਾਸਟਲੀ ਰਿਮਾਰਕਸ ਇਹ ਦਊਂਗਾ, ਅਖੀਰ ਜਾ ਕੇ ਸ਼ੁਰੂ ਹੋ ਗਿਆ। ਕੀ ਬਾਤ ਹੈ ਜੀ, ਲੋਕਾਂ ਦੇ ਹਿੱਤ ਲਈ ਗੱਲ ਕਰਦੀ ਹੈ, ਇੱਕ ਤੇ ਗੱਲ ਕਰੇਗੀ। ਔਰ ਲੋਕ ਦੇਖ ਰਹੇ ਆ ਇਸ ਪੋਲਿਟਿਕਸ ਨੂੰ, ਲੋਕ ਇਸ ਪੋਲਿਟਿਕਸ ਨੂੰ ਦੇਖ ਰਹੇ ਆ, ਲੋਕ ਦੇਖ ਰਹੇ ਕੌਣ ਉਹਨਾਂ ਲਈ ਕੰਮ ਕਰ ਰਿਹਾ। ਸਰਕਾਰ ਦੇ ਵਿੱਚ ਰਹਿ ਕੇ ਵੀ ਕੰਮ ਕਰ ਰਹੇ। ਅਗਲੀ ਸਰਕਾਰ ਆਉਣ ਤੇ ਫਿਰ ਇਹਦੇ ਨਾਲੋਂ ਵੀ ਜ਼ਿਆਦਾ ਜੋਸ਼ ਦੇ ਨਾਲ ਕਾਂਗਰਸ ਕੰਮ ਕਰੇਗੀ ਪੰਜਾਬ ਜੀ। ਵਾਕਈ ਕੰਮ ਤੇ ਕਰੇਗੀ, ਪਰ ਪੂਰਾ ਇੱਕ ਘੰਟਾ ਨੋਰਮਲ ਵਧੀਆ ਇੱਕ ਹੈਲਦੀ ਡਿਬੇਟ ਹੋਣ ਤੋਂ ਬਾਅਦ ਅਖੀਰ ਦੇ ਵਿੱਚ ਜਿਹੜੀ ਇਲਜ਼ਾਮਬਾਜ਼ੀ ਜਿਹੜੀ ਹੋਈ, ਚਲੋ ਠੀਕ ਹੈ, ਉਹ ਵੀ ਇੱਕ ਹੈਲਦੀ ਡਿਬੇਟ ਦਾ ਹਿੱਸਾ ਹੁੰਦਾ, ਪਰ ਆਪਾਂ ਪਹਿਲਾਂ ਕਰਦੇ ਤਾਂ ਸਾਰਿਆਂ ਨੂੰ ਬਰਾਬਰ ਜਿਹੜਾ ਮੌਕਾ ਹੈ ਜ਼ਰੂਰ ਮਿਲਦਾ। ਚਲੋ ਖੈਰ, ਵਧੀਆ ਰਹੀ ਅੱਜ ਦੀ ਡਿਬੇਟ ਐਂਡ ਸ਼ੁਕਰੀਆ। ਆਈ ਹੋਪ ਕਿ ਲੋਕ ਜਿਹੜੇ ਨੇ, ਲੋਕਾਂ ਦੇ ਜਿਹੜੇ ਮਸਲੇ ਨੇ, ਉਹਨਾਂ ਦਾ ਹੱਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਨਿਸ਼ਚਿਤ ਤੌਰ ਤੇ ਮਿਲੇਗਾ, ਕਿਉਂਕਿ ਗੱਲਾਂ ਜਿਹੜੀਆਂ ਨੇ ਹਵਾਵਾਂ 'ਚ ਜ਼ਰੂਰ ਹੋ ਰਹੀਆਂ ਨੇ, ਪਰ ਗਰਾਊਂਡ ਲੈਵਲ ਤੇ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਸੋ ਸ਼ੁਕਰੀਆ ਇਸ ਪੈਨਲ ਦੇ ਵਿੱਚ ਅੱਜ ਸ਼ਾਮਲ ਹੋਣ ਦੇ ਲਈ, ਧੰਨਵਾਦ।